हर वीरवार की तरह अज फिर भखदे मसले लैके थोड़े सामने पेश हुए हैं। सब तो पहला मेरे वालों आप सब नूं जय गुरुदेव, जय भीम, जय इंसान। अज प्रोग्राम दे विच मेरा साथ देणगे मेरे साथी कुलवंत जी ते उन्हां वालों आप सब नूं। हाँ जी, मैं एक बार फिर कहना जी भौन जी सारे ही देख रहे ਜਿਹੜੇ ਸਰੋਤੇ ਆ ਸੁਣ ਰਹੇ ਸਰੋਤੇ ਆ ਉਹਨਾਂ ਨੂੰ ਮੇਰੇ ਵੱਲੋਂ ਜੈ ਗੁਰਦੇਵ, ਧੰਨ ਗੁਰਦੇਵ ਤੇ ਸਤਿ ਸ਼੍ਰੀ ਅਕਾਲ। ਅਸੀਂ ਕਾਸ਼ੀ ਟੀਵੀ ਦੀ ਮੈਨੇਜਮੈਂਟ ਦੇ ਬਹੁਤ ਧੰਨਵਾਦੀ ਹਾਂ ਜੋ ਸਾਨੂੰ ਤੁਹਾਡੇ ਨਾਲ ਵਿਚਾਰ ਵਟਾਂਦਰਾ ਕਰਨ ਦਾ ਮੌਕਾ ਦਿੰਦੇ ਨੇ ਤੇ ਅਸੀਂ ਬਹੁਤ ਹੀ ਧੰਨਵਾਦੀ ਤੁਹਾਡੇ ਵੀ ਹਾਂ ਜਿਹੜੇ ਸਾਡਾ ਪ੍ਰੋਗਰਾਮ ਦੇਖਦੇ ਹੋ ਤੇ ਫੀਡਬੈਕ ਕਰਦੇ ਹੋ ਟਾਈਮ ਟੂ ਟਾਈਮ। ਅੱਜ ਜਿਹੜੇ ਸਾਡੇ ਕੋਲ ਮਸਲੇ ਨੇ ਉਹ 4 ਮਸਲੇ ਨੇ ਲਗਭਗ। एक मसला तो यह है कि ਜਿਹੜੀਆਂ ਸਰਕਾਰਾਂ ਆ ਜਾਂ ਜਿਹੜੇ ਮਿਨਿਸਟਰ ਇੰਡੀਆ ਦਾ ਪ੍ਰਾਈਮ ਮਿਨਿਸਟਰ ਆ ਕਿਸ ਤਰ੍ਹਾਂ ਝੂਠ ਬੋਲਦਾ ਆ ਆਪਣੇ ਵੈਕਸੀਨੇਸ਼ਨ ਜਿਹੜੇ ਆ ਬਣਾਇਆ ਸੀ ਕੋਵਿਡਸ਼ੀਲਡ ਉਸ ਦੇ ਬਾਰੇ ਤੇ ਕਿਸ ਤਰ੍ਹਾਂ ਜਿਹੜੀ ਕਾਂਗਰਸ ਪਾਰਟੀ ਆ ਉਹ ਦੋ ਫਾੜ ਹੋਈ ਆ ਤੇ ਉਹਦੇ ਨਾਲ ਕਿਸ ਤਰ੍ਹਾਂ ਇੰਡੀਆ ਦੇ ਲੋਕਾਂ ਦੇ ਵਿੱਚ ਉੱਥੇ ਦੇ ਲੋਕਾਂ ਨੂੰ ਕੀ ਅਸਰ ਪੈਂਦਾ ਪਿਆ ਤੇ ਇੱਥੇ ਜਿਹੜੇ ਸਾਡਾ ਮਸਲਾ ਇੱਕ ਆਪਣੇ ਇਜ਼ਰਾਈਲ ਫਲਸਤੀਨ ਦੇ ਉੱਤੇ ਅਟੈਕ ਕਰ ਰਿਹਾ ਜਾਂ ਉਸ ਸਾਥ ਵਾਲੇ ਆਪਣੇ ਦੂਜੇ ਹਮਸ ਵਾਲੇ ਉੱਧਰ ਨੂੰ ਗੋਲੇ ਛੱਡਦੇ ਨੇ ਉਹ ਸਾਰੀ ਗੱਲਬਾਤ ਤੁਹਾਡੇ ਨਾਲ ਕਰਾਂਗੇ ਕੀ ਕਾਰਨ ਹੈ ਇਹਦੇ ਪਿੱਛੇ ਕੀ ਚੱਲਦਾ ਪਿਆ ਤੇ ਬਾਕੀ ਹੋਰ ਮਸਲੇ ਨਿੱਕੇ ਨਿੱਕੇ ਕਾਫੀ ਹੋਣਗੇ ਜਿਨ੍ਹਾਂ ਨਾਲ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਤੁਹਾਡੇ ਨਾਲ ਸਾਂਝੀ ਕਰ ਲਈਏ। ਸਾਡੇ ਨਾਲ ਪਹਿਲਾਂ 20 ਮਿੰਟ ਅਸੀਂ ਤੁਹਾਡੇ ਨਾਲ ਅਸੀਂ ਆਪਣੀ ਗੱਲ ਕਰਾਂਗੇ ਤੇ ਉਸ ਤੋਂ ਮਗਰੋਂ ਅਸੀਂ ਕਾਲਸ ਲਵਾਂਗੇ। ਜੇ ਹੋ ਸਕਦਾ 20 ਮਿੰਟ ਲਈ ਸਾਨੂੰ ਉਡੀਕ ਕਰਿਓ ਤੇ ਅਸੀਂ ਆਪ ਦੇ ਬਹੁਤ ਬਹੁਤ ਧੰਨਵਾਦੀ ਹੋਵਾਂਗੇ। ਦੋਸਤੋ ਜਿਹੜਾ ਪਹਿਲਾ ਮਸਲਾ ਕਿ ਜਿਹੜਾ ਇੰਡੀਆ ਦੇ ਵਿੱਚ ਕੋਵਿਡਸ਼ੀਲਡ ਨਾਂ ਦਾ ਜਿਹੜਾ ਵੈਕਸੀਨ ਬਣਦਾ ਉਸ ਦੇ ਬਾਰੇ ਹੁਣ ਤੱਕ ਜੋ ਤੁਸੀਂ ਆਪਾਂ ਦੇਖਦੇ ਰਹੇ ਹਾਂ ਟੈਲੀਵਿਜ਼ਨ 'ਤੇ ਪ੍ਰਾਈਮ ਮਿਨਿਸਟਰ ਇੰਡੀਆ ਦਾ ਇਹ ਕਹਿੰਦਾ ਰਿਹਾ ਕਿ ਇਹ ਸਾਡੇ ਸਾਇੰਟਿਸਟਾਂ ਨੇ ਬਹੁਤ ਜ਼ੋਰ ਲਾ ਕੇ ਅਸੀਂ ਇੰਨੀ ਛੇਤੀ ਤਿਆਰ ਕੀਤਾ ਤੇ ਇਹ ਕੀਤਾ ਤੇ ਅਸੀਂ ਸਾਰੀ ਦੁਨੀਆ ਦੀ ਸੇਵਾ ਦੇ ਵਿੱਚ ਇਸ ਵੈਕਸੀਨੇਸ਼ਨ ਨੂੰ ਭੇਜਾਂਗੇ, ਸਾਰੀ ਦੁਨੀਆ ਦੀ ਮਦਦ ਕਰਾਂਗੇ। ਸਾਡੇ ਡਾਕਟਰਾਂ ਨੇ ਸਾਡੇ ਸਾਇੰਟਿਸਟਾਂ ਨੇ ਉਹਨੇ ਮਤਲਬ ਕਿ ਕਾਫੀ ਜਿਸ ਤਰ੍ਹਾਂ ਜਿਹੜੀ ਉਹ ਸਾਰਾ ਕੁਝ ਸੀਗਾ ਆਪਣੇ ਸਿਰ ਦੇ ਉੱਤੇ ਬੰਨ੍ਹਣ ਦਾ ਪਗੜੀ ਬੰਨ੍ਹੀ ਹੈ, ਆਪਣੇ ਕਲਗੀ ਲਾਈ ਆ। ਅਤੇ ਹੁਣ ਜਦੋਂ ਪਿੱਛੇ ਜੇ ਥੋੜ੍ਹੇ ਦਿਨਾਂ ਤੋਂ ਇਹ ਗੱਲਬਾਤ ਉਹਨਾਂ ਨੂੰ ਬਾਹਰ ਕੱਢਣੀ ਪਈ ਹੈ ਕਿ ਜਿਹੜਾ ਕੋਵਿਡਸ਼ੀਲਡ ਹੈ ਉਹ ਆਸਟਰਾਜ਼ੈਨੇਕਾ ਜਿਹੜੀ ਆਕਸਫੋਰਡ ਇੰਗਲੈਂਡ ਦੀ ਕੰਪਨੀ ਆ ਇੱਥੇ ਯੂਨੀਵਰਸਿਟੀ ਦੇ ਵਿੱਚੋਂ ਤਿਆਰ ਕੀਤਾ ਗਿਆ, ਉਹਨਾਂ ਨੇ ਉਹ ਕੰਪਨੀ ਨੇ ਤਿਆਰ ਕੀਤਾ ਆ ਅਤੇ ਉਹ ਦਾ ਫਾਰਮੂਲਾ ਇੱਥੇ ਤਿਆਰ ਸੀ ਅਤੇ ਉਹਨਾਂ ਨੇ ਉੱਥੇ ਇੰਡੀਆ ਦੇ ਵਿੱਚ ਪ੍ਰੋਡਿਊਸ ਕਰਨਾ ਸੀਗਾ। ਅਤੇ ਜਿਹੜਾ ਉਹ ਸ਼ਾਇਦ ਪੂਨੇ ਵਾਲਾ ਜਾਂ ਨਾਂ ਆ ਉਹਦਾ ਉਹ ਬੰਦਾ ਜਿਹੜਾ ਉਸ ਦਾ ਮਾਲਕ ਆ ਜਿਹਨੇ ਉਹ ਕੰਪਨੀ ਜਿਹੜੀ ਉਹਦੇ ਕਰਦੀ ਸੀ ਉਹ ਥੱਲੇ ਕੰਮ ਜਿਹੜੀ ਉਹਦੀ ਉਸ ਨੇ ਉਹ ਤੁਹਾਨੂੰ ਪਤਾ ਹੋਣਾ ਪਿੱਛੇ ਜੇ ਇੰਗਲੈਂਡ ਵੀ ਆ ਗਿਆ ਸੀ ਭੱਜ ਕੇ ਅਤੇ ਉਹਨਾਂ ਨੇ ਕੀ ਕੀਤਾ ਵੀ ਉਹ ਜਿਹੜੀ ਨਾ ਕੰਪਨੀ ਦਾ ਪਿਛਲੇ ਸਾਲ ਉਹਨਾਂ ਨੇ ਤਿਆਰੀ ਕੀਤੀ ਜਾਂ ਸ਼ੁਰੂ ਅਤੇ ਉਹਨਾਂ ਦੀ ਇੰਟਰਵਿਊ ਉਹਦੀ ਹੋਈ ਆ ਉਹਦੇ ਵਿੱਚ ਉਹ ਇਹ ਕਹਿੰਦਾ ਵੀ ਮੇਰੇ ਕੋਲ 50 ਮਿਲੀਅਨ ਨਵੰਬਰ ਦੇ ਵਿੱਚ ਤਿਆਰ ਸੀ ਜਦੋਂ ਕੋਈ ਤਿਆਰੀ ਕੋਈ ਟਰਾਇਲ ਨਹੀਂ ਸੀ ਹੋਇਆ, ਕੋਈ ਟੈਸਟ ਨਹੀਂ ਸੀ ਹੋਏ ਮਨੁੱਖ ਦੇ ਉੱਤੇ ਕਿ ਉਹ ਕੋਵਿਡ ਕਿਸ ਤਰ੍ਹਾਂ ਅਸਰ ਕਰੇਗਾ ਅਤੇ ਉਹਨਾਂ ਨੇ ਉਸ ਟਾਈਮ 50 ਮਿਲੀਅਨ ਬਣਾ ਕੇ ਰੱਖ ਲਿਆ ਸੀ। ਤਾਂ ਇਸ ਤੋਂ ਤੁਸੀਂ ਗੈਰ ਜ਼ਿੰਮੇਵਾਰੀ ਜਾਂ ਗੱਲਾਂ ਦੇਖ ਸਕਦੇ ਹੋ। ਉਹ ਹੁਣ ਕੀ ਹੋਇਆ ਜਦੋਂ ਇੰਡੀਆ ਦੇ ਵਿੱਚ ਹੁਣ ਪਿਛਲੇ ਦਿਨਾਂ ਦੇ ਵਿੱਚ ਬਹੁਤ ਹੀ ਜ਼ਿਆਦਾ ਲੋਕ ਆਪਣੇ ਕਰੋਨਾ ਦੇ ਨਾਲ ਜਦੋਂ ਇੰਨੇ ਲੋਕ ਮਰੇ ਨੇ ਤਾਂ ਇਹ ਕੁਦਰਤੀ ਗੱਲ ਹੈ ਕਿ ਗੱਲ ਉੱਠਣੀ ਸੀ ਵੀ ਟੀਕੇ ਕਿੱਥੇ ਗਏ ਨੇ, ਟੀਕੇ ਹੈ ਨਹੀਂ ਗਏ ਅਤੇ ਉਸ ਤੋਂ ਪਤਾ ਲੱਗਿਆ ਕਿ ਇਹ ਗੱਲ ਇਸ ਤਰ੍ਹਾਂ ਨਹੀਂ ਹੈ ਕਿ ਜਿਹੜਾ ਕੋਵਿਡਸ਼ੀਲਡ ਬਣਾਇਆ ਇਹਨਾਂ ਨੇ ਜਿਹੜਾ ਆਸਟਰਾਜ਼ੈਨੇਕਾ ਨਾਲ ਇਹਨਾਂ ਦਾ ਜਿਹੜਾ ਸਮਝੌਤਾ ਹੋਇਆ ਸੀ ਕਿ ਅਸੀਂ ਉਹਦਾ 84% ਸ਼ਾਇਦ ਹੈਗਾ ਆ 84% ਅਸੀਂ ਉਹਨਾਂ ਨੂੰ ਦੇਵਾਂਗੇ ਅਤੇ ਉਸ ਤੋਂ ਬਾਅਦ ਜਿਹੜਾ ਬਚੂਗਾ ਉਹ ਇੰਡੀਆ ਦੇ ਵਿੱਚ ਲੱਗੂਗਾ ਜਾਂ ਜੋ ਇੰਡੀਆ ਗੌਰਮੈਂਟ ਚਾਹੂਗੀ ਉਹ ਕਰ ਸਕਦੀ ਆ। ਇਹ ਇਨਫੋਰਮੇਸ਼ਨ ਅੱਜ ਕੱਲ੍ਹ ਸਾਰੇ ਅਖਬਾਰਾਂ 'ਚ ਆਈ ਆ, ਸਾਰੇ ਕਿਤੇ ਹੈਗੀ ਆ ਅਤੇ ਉਹ ਹੁਣ ਜਿਹੜਾ ਆਮ ਆਦਮੀ ਉਹਨੂੰ ਤਾਂ ਬਿਲਕੁਲ ਨਹੀਂ ਪਤਾ ਲੱਗਦਾ ਨਾਲ ਕੀ ਹੋ ਰਿਹਾ। ਅਸੀਂ ਜਿਹੜੇ ਲੋਕ ਆ ਅਸੀਂ ਕੁਦਰਤ ਨੂੰ ਬਲੇਮ ਕਰ ਦੇਵਾਂਗੇ, ਰੱਬ ਨੂੰ ਬਲੇਮ ਕਰ ਦੇਵਾਂਗੇ, ਆਪਣੇ ਉੱਥੇ ਲੋਕਲ ਡਾਕਟਰਾਂ ਨੂੰ ਬਲੇਮ ਕਰ ਦਿੰਦੇ, ਹਸਪਤਾਲਾਂ ਨੂੰ ਬਲੇਮ ਕਰ ਦਿੰਦੇ ਆ ਅਤੇ ਅਸਲ ਦੇ ਵਿੱਚ ਜਿਹੜਾ ਬਿਮਾਰੀ ਆ ਉਹ ਸਿਖਰ ਤੋਂ ਪਹਿਲੇ ਉੱਤੋਂ ਚੱਲੀ ਹੋਈ ਆ, ਉਹ ਉੱਤੋਂ ਕੰਮ ਖਰਾਬ ਹੁੰਦਾ ਪਿਆ। ਅਤੇ ਹੁਣ ਜਿਹੜੇ ਲੋਕ ਆ ਹੁਣ ਉਹ ਸੰਬਿਤ ਪਾਤਰਾ ਜਿਹੜਾ ਉਹਨਾਂ ਦਾ ਹੈਗਾ ਆ ਬੀਜੇਪੀ ਦਾ ਬੁਲਾਰਾ ਉਸ ਨਾਲ ਜੇ ਗੱਲ ਬਾਹਰ ਉਹਨੂੰ ਕੱਢਣੀ ਪਈ ਹੈ ਕਿਉਂਕਿ ਰਾਹੁਲ ਗਾਂਧੀ ਜਾਂ ਆਪਣੇ ਦੂਜਾ
ਆਪ ਪਾਰਟੀ ਵਾਲਾ ਕੀ ਨਾ ਕੇਜਰੀਵਾਲ ਜਾਂ ਹੋਰਾਂ ਨੇ ਸਾਰਿਆਂ ਨੇ ਪੁੱਛਿਆ ਉਹਨੂੰ ਵੀ ਕਿੱਥੇ ਗਏ ਨੇ, ਤਾਂ ਉਸ ਨੂੰ ਇਹ ਗੱਲ ਕਰਨੀ ਪਈ ਹੈ। ਮਤਲਬ ਕਿ ਕਿਸ ਤਰ੍ਹਾਂ ਲੋਕਾਂ ਨੂੰ ਝੂਠ ਬੋਲਿਆ ਦਾ ਕਿ ਉਸ ਨੇ ਆਪਣੇ ਜਿਹੜੇ ਅੰਧ ਭਗਤ ਆ ਉਹਨਾਂ ਨੂੰ ਕਿਸ ਤਰ੍ਹਾਂ ਇਹ ਗੱਲਾਂ ਸਮਝਾਈ, ਪਿੱਛੇ ਲਾਇਆ ਕਿ ਸਾਰਾ ਕੁਝ ਸਾਡਾ ਸੀਗਾ। ਅਤੇ ਇਹ ਇੱਕ ਬਹੁਤ ਹੀ ਘਿਨਾਉਣੀ ਗੱਲ ਹੈਗੀ ਆ ਜਿਹਦੇ ਨਾਲ ਆਮ ਲੋਕਾਂ ਨੂੰ ਉਸ ਦੀ ਕੀਮਤ ਚੁਕਾਉਣੀ ਪਈ ਆ। ਅਤੇ ਜਿਹੜੇ ਇਹ ਕਹਿੰਦੇ ਆ ਕਿ ਅਸੀਂ ਰਾਮ ਰਾਜ ਲਿਆਉਣਾ ਆ, ਉਹ ਕਈ ਵਾਰ ਤਾਂ ਲੱਗਦਾ ਵੀ ਜੇ ਇਸ ਤਰ੍ਹਾਂ ਦਾ ਰਾਮ ਰਾਜ ਹੋਇਆ, ਸਾਡੇ ਲੋਕਾਂ ਨੇ ਤਾਂ ਪਹਿਲਾਂ ਵੀ ਉਹਦਾ ਸਵਾਦ ਚੱਖਿਆ ਆ, ਅਤੇ ਹੁਣ ਵੀ ਜਿਹੜਾ ਰਾਮ ਰਾਜ ਕਹਿੰਦੇ ਆ ਤਾਂ ਉਸ ਦੇ ਵਿੱਚ ਇਸ ਤਰ੍ਹਾਂ ਝੂਠ, ਇੰਨਾ ਵੱਡਾ ਝੂਠ ਬੋਲੂਗੇ ਇਹ ਲੋਕ ਕਿ ਦਿਨੇ ਲੋਕਾਂ ਨੂੰ ਪੌਂਦੀ ਸੁਣਾਉਣੀ ਗੱਲ ਹੋ ਜਾਂਦੀ ਆ। ਅਤੇ ਅਸਲ ਦੇ ਵਿੱਚ ਕੀ ਆ ਵੀ ਇਹ ਸਾਰਾ ਕੁਛ ਸਾਡੇ ਲੋਕ ਦੇਖਦੇ ਪਏ ਨੇ। ਇਹ ਅਸਲ ਦੇ ਵਿੱਚ ਅਸੀਂ ਦੱਸਣਾ ਚਾਹੁੰਦੇ ਸੀ ਕਿਸ ਤਰ੍ਹਾਂ ਜਿਹੜੀਆਂ ਸਰਕਾਰਾਂ ਆ ਤੁਹਾਨੂੰ ਬਿਲਕੁਲ ਕੁਛ ਨਹੀਂ ਸਮਝਦੀਆਂ, ਸਾਡੇ ਲੋਕਾਂ ਨੂੰ, ਆਮ ਆਦਮੀ ਨੂੰ ਕੁਛ ਨਹੀਂ ਸਮਝਦੀਆਂ। ਅਤੇ ਬਿਲਕੁਲ ਉਹ ਕਹਿੰਦੇ ਵੀ ਮੀਡੀਆ ਇਹਨਾਂ ਦੇ ਕੰਟਰੋਲ 'ਚ ਆ, ਉਹਨਾਂ ਨੇ ਮੀਡੀਆ ਖਰੀਦਿਆ ਹੋਇਆ, ਜਿਹੜਾ ਗੋਦੀ ਮੀਡੀਆ ਉਹ ਆਪਣੀ ਪੂਰੀ ਡਿਊਟੀ ਨਿਭਾ ਰਿਹਾ ਅਤੇ ਲੋਕਾਂ ਨੂੰ ਇੱਥੇ ਤੱਕ ਉਹਨਾਂ ਨੂੰ ਰੱਖੀ ਗਿਆ। ਅਤੇ ਪੰਜਾਬ ਦੇ ਵਿੱਚ ਕਾਫੀ ਰਫੜ ਪਏ ਹੋਏ ਨੇ, ਕਦੇ ਸਿੱਧੂ ਅਤੇ ਕਦੇ ਕੋਈ ਹੋਰ ਆਪਸ ਦੇ ਵਿੱਚ ਜੁੱਤ-ਪਤਾਣ ਹੋਏ ਨੇ, ਅਤੇ ਉਸ ਦੇ ਬਾਰੇ ਮੇਰੇ ਕੁਲਵੰਤ ਹੋਣੀ ਸਾਥੀ ਉਹ ਗੱਲਬਾਤ ਕਰਨਗੇ ਕਿ ਅਸਲ ਦੇ ਵਿੱਚ ਉਹ ਕੀ ਹੈ। ਹਾਂਜੀ ਭਗਵੰਤ ਜੀ, ਦੇਖੋ ਪੰਜਾਬ ਦੀ ਜਿਹੜੀ ਰਾਜਨੀਤੀ ਆ ਉਹਦੇ ਵਿੱਚ ਕਾਫੀ ਜਿਹੜੀ ਆ ਹਲਬਲ ਹੋ ਰਹੀ ਆ, ਹਲਚਲ ਹੋਈ ਆ। ਜੇ ਆਪਾਂ ਸਪੈਸ਼ਲੀ ਗੱਲ ਕਰੀਏ ਕਾਂਗਰਸ ਪਾਰਟੀ ਦੀ, ਉਹਨਾਂ ਦੇ ਵਿੱਚ ਕਾਫੀ ਜਿਹੜਾ ਘਮਸਾਨ ਆ ਉਹ ਛਿੜ ਚੁੱਕਿਆ ਆ। ਵੱਖ-ਵੱਖ ਜਿਹੜੇ MLAs ਹੈਗੇ ਆ ਉਹਨਾਂ ਨੂੰ ਕਾਫੀ ਟਾਰਗੇਟ ਕੀਤਾ ਜਾ ਰਿਹਾ ਹੈ, ਚਾਹੇ ਉਹ CM ਵੱਲੋਂ ਹੋਵੇ, ਜਿੱਦਾਂ ਕਿ ਪਿਛਲੇ ਥੋੜ੍ਹੇ ਦਿਨਾਂ ਦੇ ਵਿੱਚ ਪ੍ਰਗਟ ਸਿੰਘ ਜਿਹੜੇ ਹਾਕੀ ਪਲੇਅਰ ਰਹੇ ਆ ਇੰਡੀਆ ਲਈ, ਉਹਨਾਂ ਨੇ ਖੇਡੇ ਆ, ਤਾਂ ਪਰ ਉਹ ਅੱਜ ਦੀ ਡੇਟ ਦੇ ਵਿੱਚ ਉਹ MLA ਆ, ਉਹਨਾਂ ਨੂੰ ਕਿੱਦਾਂ ਟਾਰਗੇਟ ਕੀਤਾ ਗਿਆ। ਫਿਰ ਨਾਲ ਹੀ ਦੇਖ ਲਓ ਚਰਨਜੀਤ ਚੰਨੀ ਆ, ਉਹਨਾਂ ਨੂੰ ਟਾਰਗੇਟ ਕੀਤਾ ਗਿਆ। ਫਿਰ ਸਿੱਧੂ ਦੀ ਜਿਹੜੀ ਗੱਲ ਬਾਹਰ ਆਈ ਆ ਸਾਹਮਣੇ ਕਿ ਸਿੱਧੂ ਜਿਹੜਾ ਆ ਉਹ ਆਪਣਾ ਧੜਾ ਅਲੱਗ ਇਹ ਬਣਾ ਰਿਹਾ ਆ। ਜਾਂ ਤੁਸੀਂ ਪ੍ਰਤਾਪ ਬਾਜਵੇ ਦੀ ਗੱਲ ਕਰੋ, ਜਿਹੜੀਆਂ ਇੰਟਰਵਿਊਜ਼ ਉਹਨਾਂ ਦੀਆਂ ਹੋਈਆਂ ਜਾਂ ਕਾਨਫਰੰਸਿਸ ਉਹਨਾਂ ਨੇ ਕੀਤੀਆਂ ਜਾਂ ਜਿਹੜੀ ਵੀ ਉਹਨਾਂ ਨੇ ਗੱਲਬਾਤ ਕੀਤੀ ਹੈ, ਬਹੁਤ ਬਾਹਰ ਇਹ ਆਈ ਆ। ਦੇਖੋ ਇਸ ਕਾਟੋ ਕਲੇਸ਼ ਦੇ ਵਿੱਚ ਜਿਹੜਾ ਆਪਸ ਵਿੱਚ ਹੀ ਇਹਨਾਂ ਦਾ ਕਾਂਗਰਸ ਦਾ ਪਿਆ ਹੋਇਆ ਆ, ਦੇਖੋ ਪੰਜਾਬੀਆਂ ਨੂੰ ਇਹਦੇ ਵਿੱਚੋਂ ਕੁਛ ਨਹੀਂ ਮਿਲਣਾ ਹੈਗਾ, ਕਿਉਂਕਿ ਇਹ ਲੋਕ ਆ ਜਿਹੜੇ, ਚਾਹੇ ਸਿੱਧੂ ਦੀ ਗੱਲ ਕਰੀਏ, ਇਹ ਭਗਵੰਤ ਜੀ ਇਹ ਪੰਜਾਬ ਹਿਤੈਸ਼ੀ ਲੋਕ ਨਹੀਂ ਹੈਗੇ। ਇਹਨਾਂ ਨੂੰ ਸਿਰਫ ਆਪਣੀ CM ਦੀ ਕੁਰਸੀ ਦੇ ਲਈ ਜਾਂ ਇਹਨਾਂ ਨੂੰ ਆਪਣੀਆਂ ਮਿਨਿਸਟਰੀਆਂ ਨਾਲ ਤੱਕ ਹੀ ਮਤਲਬ ਆ। ਇਹਨਾਂ ਦੀ ਦੇਣ ਕੀ ਆ ਪੰਜਾਬ ਨੂੰ, ਸਿਰਫ ਅਤੇ ਸਿਰਫ ਰੌਲਾ ਆ ਇਹਨਾਂ ਦਾ, ਕਿਉਂਕਿ ਇਹ ਜਿਹੜੇ ਰਾਹ ਪੱਧਰੇ ਕੀਤੇ ਜਾ ਰਹੇ ਆ CM ਵੱਲੋਂ, ਚਾਹੇ ਇਹਨਾਂ ਦੇ ਆਪਣੇ ਆਪਸ ਵਿੱਚ ਜਿਹੜਾ ਇਹ ਕਾਟੋ ਕਲੇਸ਼ ਪਾ ਰਹੇ ਆ, ਇਹ ਰਾਹ ਪੱਧਰੇ ਸਿਰਫ ਅਤੇ ਸਿਰਫ ਅਕਾਲੀਆਂ ਲਈ ਕੀਤੇ ਜਾ ਰਹੇ ਆ। ਕਿਉਂਕਿ ਇਹ ਜਿਹੜੇ ਲੋਕ ਆ, ਲੋਕ ਵਿਚਾਰੇ ਭੋਲੇ ਆ, ਜਦੋਂ ਉਹਨਾਂ ਦੇ ਨਾਲ ਵਾਅਦੇ ਕੀਤੇ ਹੋਏ ਆ ਉਹ ਪੂਰੇ ਨਹੀਂ ਕਾਂਗਰਸ ਕਰ ਸਕੀ, ਤਾਂ ਉਹਨਾਂ ਨੇ ਦੇਖੋ ਹੁਣ ਜਦੋਂ ਹੁਣ ਇਲੈਕਸ਼ਨਾਂ ਆ ਜਾਣੀਆਂ, ਹੁਣ ਸਾਲ ਤਾਂ ਇੱਕ ਰਹਿ ਗਿਆ ਸਾਰਾ ਇਲੈਕਸ਼ਨ ਦੇ ਵਿੱਚ, ਸਾਲ ਤੋਂ ਵੀ ਘੱਟ ਰਹਿ ਗਿਆ, ਮੋਹਲੇ ਸਾਲ ਇਲੈਕਸ਼ਨਾਂ ਆ। ਸੋ ਇਹਦੇ ਵਿੱਚ ਜਦੋਂ ਲੋਕਾਂ ਨੇ ਇਹ ਚੀਜ਼ਾਂ ਮੰਗਣੀਆਂ ਕਿ ਤੁਸੀਂ ਜਿਹੜੇ ਵਾਅਦੇ ਕੀਤੇ ਸੀ ਸਾਡੇ ਨਾਲ ਉਹ ਕਿੱਥੇ ਗਏ ਆ, ਤਾਂ ਫਿਰ ਇਹਨਾਂ ਦੇ ਕਾਟੋ ਕਲੇਸ਼ਾਂ ਦੇ ਵਿੱਚ ਲੋਕ ਉਲਝ ਕੇ ਰਹਿ ਜਾਣਗੇ, ਤਾਂ ਫਿਰ ਜਿਹੜਾ ਰਸਤੇ ਆ ਪੱਧਰੇ ਉਹ ਅਕਾਲੀਆਂ ਲਈ ਫੇਰ ਹੋ ਜਾਣਗੇ। ਸੋ ਇਹੋ ਜਿਹੀਆਂ ਗੱਲਾਂ ਆ, ਕਿੱਦਾਂ ਟਾਰਗੇਟ ਕਰਕੇ ਜੇ CM ਆਫਿਸ ਦੇ ਵਿੱਚੋਂ CM ਆਫਿਸ ਦਾ ਸੈਕਟਰੀ ਆ, ਉਹ ਦੇਖੋ ਫੋਨ ਕਰਕੇ ਅੱਧੀ ਰਾਤ ਨੂੰ ਜੇ ਪ੍ਰਗਟ ਸਿੰਘ ਨੂੰ ਕਹਿੰਦਾ ਕਿ ਤੇਰੀ ਬਾਂਹ ਮਰੋੜਨੀ ਆ ਜਾਂ ਤੂੰ ਭੱਜ ਲਾ, ਕਿੱਥੇ ਦੀ ਭੱਜਣਾ ਆ, ਅਤੇ ਜੇ ਵਿਜੀਲੈਂਸ ਆ ਜਿਹੜੀ ਅਸੀਂ ਤੇਰੇ ਪਿੱਛੇ ਛੱਡ ਦੇਣੀ ਆ, ਅਤੇ ਉਹਦੀਆਂ ਫਾਈਲਾਂ ਜਿਹੜੀਆਂ ਰੈਡੀ ਹੋ ਚੁੱਕੀਆਂ ਆ। ਦੇਖੋ ਇਹ ਇੱਕ ਜੇ MLA ਲਈ ਇਹ ਏਡੀ ਵੱਡੀ ਜਾਂ ਇਹੋ ਜਿਹੀ ਭਾਸ਼ਾ ਜਿਹੜੀ ਆ ਉਹ CM ਆਫਿਸ ਦੇ ਵਿੱਚੋਂ ਬੋਲੀ ਜਾ ਸਕਦੀ ਆ, ਤਾਂ ਜਿਹੜੇ ਆਮ ਲੋਕ ਆ, ਗਰੀਬ ਲੋਕ ਆ, ਉਹਨਾਂ ਦਾ ਕੀ ਹੋਊਗਾ ਹਾਲ? ਉਹ ਲੋਕ ਕਿੱਦਾਂ ਆਪਣੀ ਜ਼ਿੰਦਗੀ ਨੂੰ ਸਰਵਾਈਵ ਕਰਨਗੇ? ਜਿਹੜੀ ਇੱਦਾਂ ਦਾ ਜਿਹੜਾ ਇਹ ਗੁੰਡਾਗਰਦੀ ਆ ਜਾਂ ਇਹ ਇੱਦਾਂ ਦੀ ਜਿਹੜੀ ਭਾਸ਼ਾ ਆ, ਉਹ ਕੀ ਲੋਕਾਂ ਨੂੰ ਇਹ ਸ਼ੋਭਾ ਦਿੰਦੀ ਆ? ਇਸ ਪਦਵੀਆਂ ਦੇ ਉੱਤੇ ਪਹੁੰਚ ਕੇ ਕੀ ਇਹਨਾਂ ਨੂੰ ਸ਼ੋਭਾ ਦਿੰਦੀ ਆ? ਸੋ ਇਹ ਬਹੁਤ ਵੱਡੇ ਕਾਰਨ ਨੇ ਆਪਣੇ ਭਗਵੰਤ ਜੀ। ਹਾਂਜੀ, ਅਸਲ ਦੇ ਵਿੱਚ ਕੀ ਆ, ਜਿਹੜੇ ਲੋਕ ਆਪਣੇ ਆਪ ਨੂੰ ਸਿੱਖ ਕਹਾਉਂਦੇ ਆ, ਮੱਥੇ ਟੇਕਦੇ ਨੇ ਅਤੇ ਹੱਥਾਂ ਦੇ ਵਿੱਚ ਗੁਟਕਾ ਸਾਹਿਬ ਫੜ ਕੇ ਕਸਮਾਂ ਖਾਂਦੇ ਆ, ਅਤੇ ਉਹਨਾਂ ਦੇ ਲੋਕ ਕਿਸ ਤਰ੍ਹਾਂ ਭਰੋਸਾ ਕਰ ਲੈਂਦੇ ਆ, ਸਾਨੂੰ ਸਾਰਿਆਂ ਨੂੰ ਸੋਚਣਾ। ਮੈਂ ਪਿਛਲੇ ਹਫ਼ਤੇ ਮੇਰੇ ਵੀਰੋ ਮੇਰੇ ਭੈਣੋਂ ਇੱਕ ਗੱਲ ਕੀਤੀ ਸੀ ਕਿ ਆਪਣਾ ਇੱਕ ਸ਼੍ਰੀ ਗੁਰੂ ਰਵਿਦਾਸ ਜੀ ਦੇ ਗੁਰਦੁਆਰੇ ਦੇ ਵਿੱਚ ਜ਼ਬਰਦਸਤੀ ਲੋਕਾਂ ਨੇ ਫੋਟੋਆਂ ਲਾਈਆਂ ਸੀ ਅਤੇ ਉਹਨਾਂ ਨੇ ਆਪਣੀ ਮਨਮਰਜ਼ੀ ਨਾਲ ਕੀਤਾ ਸੀ, ਜਿਹੜੀ ਧੱਕਾਸ਼ਾਹੀ ਸੀ, ਬਾਬਰਸ਼ਾਹੀ ਸੀ। ਇੱਕ ਹੋਰ ਇਸ ਹਫ਼ਤੇ ਗੱਲ ਹੋਰ ਨਵੀਂ ਆਈ ਹੈ ਕਿ ਇੱਕ ਸ਼੍ਰੀ ਗੁਰੂ ਰਵਿਦਾਸ ਜੀ ਦੇ ਗੁਰਦੁਆਰੇ ਦੇ ਵਿੱਚ ਇੱਕ ਭਾਈ ਜੀ ਉਹ ਅਰਦਾਸ ਕਰ ਰਿਹਾ, ਜਿਹੜੀ ਉਹਨੇ ਕੋਲੋਂ ਬਣਾਈ ਹੋਈ ਹੈ। ਉਸ ਅਰਦਾਸ ਦੇ ਵਿੱਚ ਉਹ
ਮੋਦੀ ਦੇ ਸਿਹਤਮੰਦੀ ਲਈ, ਉਹਦੀ ਕਾਮਯਾਬੀ ਲਈ ਅਰਦਾਸਾਂ ਕਰ ਰਿਹਾ, ਕਿਉਂਕਿ ਉਹ ਮੈਨੂੰ ਬਸਤੀ, ਉਹ ਪਤਾ ਨਹੀਂ ਕਿਹੜੀ ਨਾਂ ਲੈਂਦਾ ਸੀ, ਬਸਤੀਆਂ ਦੇ ਵਿੱਚ ਸਾਡੇ 4 ਆਦਮੀ ਉੱਥੇ ਨੇ, 3 ਉਹ ਨੇ, ਅਸੀਂ ਉਹਨਾਂ ਦੀ ਕਹੇ 'ਤੇ ਤਾਂ ਕਰ ਰਹੇ ਹਾਂ। ਅਤੇ ਉਹਨਾਂ ਨੂੰ ਲਾਰਾ ਇਹ ਲਾਇਆ ਗਿਆ ਕਿ ਆਉਂਦੇ ਸਮੇਂ 'ਚ ਅਸੀਂ ਜਿਹੜਾ ਛੋਟਾ ਚੀਫ ਮਿਨਿਸਟਰ ਆ ਉਹ ਦਲਿਤਾਂ ਦੇ ਵਿੱਚੋਂ ਲੈਣਾ ਆ। ਉਹ ਮਤਲਬ ਕਿ ਨਾ ਅਸੀਂ ਜਿਸ ਤਰ੍ਹਾਂ ਉਹ ਪਹਿਲਾਂ ਗੱਲ ਕਰਕੇ ਹਟਿਆ ਵੀ ਉਹ ਗੁਟਕਾ ਦੇਖ ਕੇ, ਗੁਟਕਾ ਸਾਹਿਬ ਦੇਖ ਕੇ ਉਹ ਲੋਕ ਪਿੱਛੇ ਲੱਗ ਗਏ ਆ, ਅਤੇ ਇਸ ਤਰ੍ਹਾਂ ਗੁਰਦੁਆਰਿਆਂ ਦੇ ਵਿੱਚੋਂ ਜਦੋਂ ਪੋਲੀਟਿਕਸ ਦੀ ਗੱਲ ਕਰੀ ਜਾਣੀ ਆ ਤਾਂ ਉਹਦੇ ਰਿਜ਼ਲਟ ਮੇਰੇ ਵੀਰੋ, ਮੇਰੇ ਭੈਣੋ, ਬਹੁਤ ਹੀ ਮੰਦੇ ਨਿਕਲਦੇ ਆ। ਆਪਾਂ ਪਹਿਲਾਂ ਦੇ ਚੁੱਕੇ ਆ, ਜਦੋਂ ਇਹਨਾਂ ਨੂੰ ਮਿਸ ਕੀਤਾ ਜਾਂਦਾ ਬਹੁਤ ਵਧੀਆ ਰਿਜ਼ਲਟ ਨਹੀਂ ਨਿਕਲਦੇ, ਬਹੁਤ ਮਾੜੇ ਨਿਕਲਦੇ ਨੇ। ਪਰ ਇਹ ਅਲੱਗ ਚੀਜ਼ ਹੈ, ਇਸ 'ਤੇ ਡਿਸਕਸ਼ਨ ਦੀ ਕਾਫੀ ਲੋੜ ਹੁੰਦੀ ਹੈ ਕਿ ਜਿਹੜਾ ਇਹ ਜਿਸ ਤਰ੍ਹਾਂ ਲੋਕ ਕਰਦੇ ਨੇ ਕਿ ਧਰਮ ਪੋਲਿਟਿਕਸ ਦਾ ਹਿੱਸਾ ਆ, ਰਾਜਨੀਤੀ ਦਾ ਹਿੱਸਾ, ਜਾਂ ਇਹ ਕਿਸ ਤਰ੍ਹਾਂ ਇਹ ਸਾਰਾ ਕੁਛ ਹੈਗਾ, ਕਾਫੀ ਲੰਬਾ ਚੌੜਾ ਸਬਜੈਕਟ ਹੈਗਾ। ਅਤੇ ਉਸ ਬੰਦੇ ਨੂੰ ਅਸੀਂ ਇਹ ਗੱਲ ਕਰਦੇ ਹਾਂ ਕਿ ਵੀ ਦੇਖੋ ਤੁਸੀਂ ਉਹੀ ਮੋਦੀ ਆ, ਉਹ ਬੰਦਾ ਭੁੱਲ ਗਿਆ ਅਰਦਾਸ ਕਰਨ ਵਾਲਾ, ਵਿਚਾਰੇ ਛੋਟੀਆਂ ਉੱਥੇ ਉਹਨਾਂ ਦਾ ਪਿੰਡਾਂ ਦਾ ਸਰਕਲ ਹੁੰਦਾ ਆ, ਬੜੀ ਗੱਲ ਸੁਣਨਾ ਨਹੀਂ ਚਾਹੁੰਦੇ ਦੂਸਰਿਆਂ ਦੀ। ਵੀ ਆ 18 ਮਹੀਨੇ ਪਹਿਲਾਂ ਉਹੀ ਮੋਦੀ ਆ ਜਿਹਨੇ ਸਾਡਾ CAA NRC ਜਿਹੜੀ ਰਿਜ਼ਰਵੇਸ਼ਨ ਸਾਨੂੰ ਡਾਕਟਰ ਅੰਬੇਦਕਰ ਉਹਨਾਂ ਨੇ ਕੌਂਸਟੀਟਿਊਸ਼ਨ ਦੇ ਥਰੂ ਲੈ ਕੇ ਦਿੱਤੀ ਸੀਗੀ, ਉਸ ਬੰਦੇ ਨੇ ਸਾਡੇ ਕੋਲੋਂ ਖੋਹ ਲਈ ਆ ਉਹ। ਅਤੇ ਤੁਸੀਂ ਉਸ ਬੰਦੇ ਦੀ ਅੱਜ ਉਸ ਬੰਦਿਆਂ ਨੂੰ ਸਿਰਫ ਤੇ ਇਹ ਲੱਗਦਾ ਕਿ ਇੰਨੀ ਗੱਲ ਪਿੱਛੇ ਜਿਹੜੀ ਕਿ ਸਿਰਫ ਕਿਹਾ ਹੀ ਆ ਕਿ ਤੁਹਾਡਾ ਅਸੀਂ ਸ਼ਾਇਦ ਉਹਨੂੰ ਕਿਸੇ ਮੈਨੂੰ ਤਾਂ ਕੋਈ ਪੋਸੀਬਿਲਿਟੀ ਲੱਗਦੀ ਨਹੀਂ, ਬਹੁਤ ਹੀ ਕਮਲ ਲੱਗਦਾ ਮੈਨੂੰ ਇਹ ਘੋਟਿਆ ਬਈ ਸਾਡਾ ਬਣ ਜੂਗਾ। ਗੱਲ ਚੱਲਦੀ ਸੀਗੀ ਵੀ ਦਲਿਤਾਂ ਦਾ ਅਸੀਂ ਚੀਫ ਮਿਨਿਸਟਰ ਬਣਾਉਣਾ ਚਾਹੀਦਾ। ਹਾਂਜੀ, ਮੈਂ ਥੋੜ੍ਹੀ ਜਿਹੀ ਗੱਲ ਤੁਹਾਡੇ ਨਾਲ ਟੋਕਦਾ ਵਿੱਚੋਂ, ਜਿੱਦਾਂ ਤੁਸੀਂ ਰਿਲੇਟ ਕਰਦਾ। ਹੁਣ ਜੇ ਇਹ ਦਲਿਤਾਂ ਦੀ ਗੱਲ ਆਈ ਆ ਕਿ ਦਲਿਤਾਂ ਦਾ ਜਿਹੜਾ ਆ ਡਿਪਟੀ CM ਆ ਉਹ ਦਲਿਤਾਂ ਦੇ ਵਿੱਚੋਂ ਬਣਾਇਆ ਜਾਣਾ, ਇਹ ਪਿੱਛੇ ਤੁਸੀਂ ਸੁਣਿਆ ਹੋਣਾ ਆ ਆਪਣੇ ਸੁਖਵੀਰ ਬਾਦਲ ਨੇ ਵੀ ਇਹ ਐਲਾਨ ਕੀਤਾ ਸੀਗਾ, ਹੈ ਨਾ। ਦੇਖੋ ਇਹਨਾਂ ਨੂੰ ਇਹ ਹੁਣ ਕਿਉਂ ਚੇਤਾ ਆਇਆ ਹੈਗਾ 4 ਸਾਲ ਬਾਅਦ ਜਾਂ ਕੁਛ ਵੀ ਆ। ਦੇਖੋ ਦਲਿਤਾਂ ਦਾ ਪਹਿਲੀ ਗੱਲ ਤਾਂ ਇਹ ਆ ਵੀ ਆਲਰੇਡੀ ਦਲਿਤਾਂ ਦਾ ਜਿਹੜਾ ਆ ਉਹ ਰਾਸ਼ਟਰਪਤੀ ਬਣਿਆ ਹੋਇਆ। ਦੇਖੋ ਉਹਦੇ ਜਿਹੜੇ ਹਾਲਾਤ ਆ ਦੇਖੋ ਕਿੱਦਾਂ ਦੇ ਕਰ ਦਿੱਤੇ ਆ ਵੀ ਉਹਨੂੰ ਇੱਕ ਮੰਦਿਰ ਦੇ ਵਿੱਚ ਜਾਣ ਤੋਂ ਰੋਕਿਆ ਗਿਆ। ਫਿਰ ਜੇ ਉਹ ਰਾਜਸਥਾਨ ਦੇ ਵਿੱਚ ਇੱਕ ਮੰਦਿਰ ਦੇ ਵਿੱਚ ਗਿਆ ਤਾਂ ਉਹ ਤੋਂ ਬਾਅਦ ਉਹਦੋਂ ਨਿਕਲਣ ਤੋਂ ਬਾਅਦ ਜਾਣ ਤੋਂ ਬਾਅਦ ਉਹ ਮੰਦਿਰ ਨੂੰ ਕਿੱਦਾਂ ਪਵਿੱਤਰ ਕਰਨ ਲਈ ਦੁੱਧ ਨਾਲ ਧੋਤਾ ਗਿਆ। ਸੋ ਇੱਦਾਂ ਦੀਆਂ ਹਰਕਤਾਂ ਜਿਹੜੀਆਂ ਆ ਇਹ ਲੋਕ ਕਰਦੇ ਆ ਸਾਡੇ ਨਾਲ, ਜਾਣੀ ਕਿ ਸਾਨੂੰ ਇਹ ਬਰਗਲਾ ਕੇ ਜਾਂ ਇੱਦਾਂ ਦੀਆਂ ਇਹ ਗੱਲਾਂ ਲਿਆ ਕਿ ਅਸੀਂ ਡਿਪਟੀ CM ਬਣਾਉਣਾ ਆ। ਡਿਪਟੀ CM ਦੀ ਸਾਨੂੰ ਕੀ ਲੋੜ ਆ? ਪਹਿਲੀ ਗੱਲ ਤਾਂ ਸਾਡਾ ਚੀਫ ਮਿਨਿਸਟਰ ਕਿਉਂ ਨਹੀਂ ਹੋਣਾ ਚਾਹੀਦਾ? ਜੇ ਸਾਡੀ ਵੋਟ ਆ ਜਾਂ ਅਸੀਂ ਵੋਟ ਦਾ ਰਾਈਟ ਆ ਸਾਨੂੰ, ਅਸੀਂ ਆਪਣੀ ਵੋਟ ਦੇ ਨਾਲ ਅਸੀਂ ਆਪਣਾ ਚੀਫ ਮਿਨਿਸਟਰ ਵੀ ਬਣਾ ਸਕਦੇ ਹਾਂ। ਸੋ ਸਾਨੂੰ ਇੱਦਾਂ ਦੀ ਕੋਈ ਜ਼ਰੂਰਤ ਨਹੀਂ ਹੈਗੀ ਕਿ ਅਸੀਂ ਡਿਪਟੀ CM ਬਣਾਈਏ। ਸੋ ਸਾਨੂੰ ਅਵੇਅਰ ਹੋਣ ਦੀ ਜ਼ਰੂਰਤ ਆ। ਸਾਨੂੰ ਜਦ ਤੱਕ ਅਸੀਂ ਐਜੂਕੇਟਡ ਨਹੀਂ ਹੋਵਾਂਗੇ ਤਾਂ ਸਾਨੂੰ ਇਹ ਪਤਾ ਕਿੱਦਾਂ ਲੱਗੂਗਾ ਕਿ ਸਾਨੂੰ ਕਿਹੜੀ ਚੀਜ਼ ਦੀ ਜ਼ਰੂਰਤ ਹੈ ਤੇ ਕਿਹੜੀ ਦੀ ਨਹੀਂ ਹੈਗੀ। ਸੋ ਇਹ ਇੱਦਾਂ ਦੀਆਂ ਗੱਲਾਂ ਬਿਲਕੁਲ ਸਹੀ ਗੱਲ ਕੀਤੀ ਆਪਣੇ ਕੋਲੋਂ ਜੀ। ਅਸਲ 'ਚ ਮੈਂ ਆਪਣੇ ਦੋਸਤਾਂ ਨੂੰ, ਆਪਣੇ ਲੋਕਾਂ ਨੂੰ, ਆਪਣੇ ਵੀਰਾਂ ਨੂੰ ਇਹ ਕਹੂੰਗਾ ਕਿ ਤੁਸੀਂ ਇਹ ਗੱਲ ਨੂੰ ਭੁੱਲ ਜਾਵੋ। ਇਹ ਲੋਕ ਸਾਨੂੰ ਕਿਸ ਤਰ੍ਹਾਂ ਸ਼ਰੇਆਮ ਤਾਂ ਮੈਨੂੰ ਇਹਨਾਂ ਦਾ ਕਿਸ ਤਰ੍ਹਾਂ ਭਰੋਸਾ ਕਰ ਲੈਂਦੇ ਆ ਉਹਨਾਂ ਲੋਕਾਂ ਉੱਤੇ, BJP ਦੇ ਉੱਤੇ ਜਾਂ RS ਦੇ ਉੱਤੇ ਜਾਂ ਉਸ ਦੇ ਉੱਤੇ। ਅਤੇ ਜਿਹੜੀ ਗੱਲ ਹੈ ਜਿਹੜੀ ਤੁਸੀਂ ਗੱਲ ਕੀਤੀ ਹੈ, ਹੋ ਸਕਦਾ ਇਹ ਅਕਾਲੀ ਆ ਅਤੇ BJP ਦਾ ਕੋਈ ਫਰਕ ਨਹੀਂ ਹੈਗਾ। ਉਸ ਜਿਹੜੀ ਪਹਿਲਾਂ ਕਹਿੰਦਾ ਸੀ ਉਹੀ ਗੱਲ ਮੁੜ ਕੇ ਫਿਰ ਆ ਗਈ ਹੈ ਬਾਹਰ, ਅਤੇ ਉਸੇ ਨਾਲ ਸੰਬੰਧਿਤ ਉਹਨਾਂ ਨੇ ਗੁਰਦੁਆਰੇ 'ਚ ਇਹ ਅਨਾਊਂਸਮੈਂਟ ਕੀਤੀ ਆ, ਅਰਦਾਸ ਕੀਤੀ ਆ। ਅਤੇ ਸਾਡੇ ਲੋਕਾਂ ਨੂੰ ਕੌਂਸਟੀਟਿਊਸ਼ਨ ਦੇ ਵਿੱਚ ਅਰਦਾਸ ਦੇ ਵਿੱਚ ਉਹ ਦੇਖੋ, ਅਰਦਾਸ ਦੇ ਵਿੱਚ ਉਹ ਕੀ ਕਹਿ ਰਿਹਾ, ਉਹ ਸੌਦਾ ਸਾਧ ਦੇ ਬਾਰੇ ਵੀ ਕਹਿ ਰਿਹਾ। ਅੱਛਾ, ਹਾਂ, ਹੈ ਨਾ। ਇੱਕ ਅਰਦਾਸ ਹੈ ਜਿਹੜੀ ਉਹ ਸੌਦਾ ਸਾਧ ਦੇ ਵੀ ਉਹਨਾਂ ਨੂੰ ਸ਼ਾਂਤੀ ਲਈ ਉਹਨਾਂ ਦੀ ਵੀ ਅਰਦਾਸ ਕਰ ਰਿਹਾ। ਦੇਖੋ ਕਿੱਦਾਂ ਦੇ ਹਾਲਾਤ ਬਣਾਤੇ ਆ। ਅਸੀਂ ਅਰਦਾਸ ਨੂੰ ਕਿੱਦਾਂ ਯੂਜ਼ ਕਰ ਰਹੇ ਹਾਂ। ਦੇਖੋ ਅਰਦਾਸ ਕਿੱਦਾਂ ਦੀ ਹੋਣੀ ਚਾਹੀਦੀ ਆ, ਅਤੇ ਉਹਨੂੰ ਇਹ ਜਿਹੜੇ ਪੋਲੀਟੀਸ਼ੀਅਨ ਆ ਜਾਂ ਇਹ ਪੋਲੀਟੀਸ਼ੀਅਨ ਜਦੋਂ ਇਹ ਮਖੌਟਾ ਇਹ ਪਾ ਕੇ ਧਰਮ ਦਾ ਇਹ ਕਿੱਦਾਂ ਧਰਮ ਨੂੰ ਵਿੱਚ ਲਿਆ ਕੇ ਦਾ ਯੂਜ਼ ਕਰਦੇ ਆ, ਜਿਹੜੀ ਕਿ ਬਹੁਤ ਮਾੜੀ ਇਹ ਗੱਲ ਆ। ਇਹ ਲੋਕਾਂ ਨੂੰ ਬਰਗਲਾ ਲੈਂਦੇ ਆ, ਲੋਕਾਂ ਨੂੰ ਪਿੱਛੇ ਲਾ ਲੈਂਦੇ ਆ, ਕਿਉਂਕਿ ਲੋਕ ਉਹਨੇ ਸਾਡੇ ਭੋਲੇ ਭਾਲੇ ਆ, ਉਹ ਐਜੂਕੇਟਡ ਨਹੀਂ ਹੈਗੇ। ਉਹਨਾਂ ਨੂੰ ਇੱਦਾਂ ਲੱਗਦਾ ਕਿ ਇਹੀ ਸਾਰਾ ਕੁਝ ਸੱਚ ਆ। ਇੱਦਾਂ ਦੀ ਗੱਲ ਇਹ ਮਿਕਸਚਰ 'ਚ ਬਹੁਤ ਖਤਰਨਾਕ ਬਣਦਾ। ਅੱਗੇ ਆਪਾਂ ਇਹਦੇ ਰਿਜ਼ਲਟਸ ਦੇ ਚੁੱਕੇ ਹਾਂ ਦਿੱਲੀ ਦੇ ਵਿੱਚ, ਪੰਜਾਬ ਦੇ ਵਿੱਚ ਅਤੇ ਹੋਰ ਪਾਸੇ। ਅਤੇ ਦੂਸਰੋ ਇੱਕ ਗੱਲ ਕਾਫੀ ਹੋਈ ਹੈ ਕਿ ਹੁਣ ਜਦੋਂ ਕਰੋਨਾ ਦੇ ਦੌਰਾਨ ਸਾਡੇ ਹਾਂਜੀ ਕਿੱਥੋਂ ਬੋਲਦੇ ਹੋ ਜੀ? ਹਾਂਜੀ, ਕੌਣ ਬੋਲਦੇ ਹੋ ਜੀ? ਜੈ ਭੀਮ, ਜੈ ਭਾਰਤ ਜੀ। ਜੈ ਭੀਮ ਜੀ, ਜੈ ਭਾਰਤ ਜੀ। ਮੈਂ ਗੁਰਪ੍ਰੀਤ ਬਾਂਸੀ ਬੋਲਦਾ ਜੀ। ਹਾਂਜੀ ਗੁਰਪ੍ਰੀਤ, ਵੈਲਕਮ ਜੀ, ਆਇਆਂ ਨੂੰ ਜੀ। ਥੈਂਕ ਯੂ ਜੀ, ਥੈਂਕ ਯੂ ਭਾਜੀ, ਬਹੁਤ ਮਿਹਰਬਾਨੀ ਸਮਾਂ ਦੇਣ ਲਈ। ਔਰ ਤੁਸੀਂ ਤੁਹਾਡੀ ਕਾਲ ਲੈ ਲਈ ਆ ਤੇ ਚਲੋ ਹਾਂਜੀ ਆਓ। ਮੈਂ ਸੌਰੀ ਆ, ਅਰਲੀ ਕਰ ਲਈ ਹੈ ਕਾਲ ਮੈਂ। ਤੁਸੀਂ ਵਿਸ਼ਾ ਟੱਚ ਕੀਤਾ ਸੀ, ਮੈਂ ਕਿਹਾ ਚਲੋ ਇਹਦੇ ਗੱਲ ਨਹੀਂ ਬਣਦੀ ਹੈ।
ਥੈਂਕ ਯੂ ਜੀ, ਤੁਸੀਂ ਸਮਾਂ ਦਿੱਤਾ ਹੈਗਾ। ਮੈਂ ਇਹ ਕਹਿਣਾ ਚਾਹੁੰਦਾ ਹੈਗਾ ਕਿ ਜਿਹੜਾ ਤੁਸੀਂ ਵਿਸ਼ੇ ਤੇ ਗੱਲ ਕਰ ਰਹੇ ਹੋ, ਹਾਂਜੀ, ਇਹ ਵਿਸ਼ੇ ਗੰਭੀਰ ਹੁੰਦੇ ਆ ਔਰ ਇਸ ਗੰਭੀਰਤਾ ਦੇ ਵਿੱਚ ਗੱਲ ਜੋੜਨੀ ਬਣਦੀ ਹੈ ਕਿ ਸ਼ਮਸ਼ੇਰ ਸਿੰਘ ਦੂਲੋਂ ਕਾਂਗਰਸ ਦਾ ਹੀ ਇੱਕ ਰਾਜ ਸਭਾ ਮੈਂਬਰ ਜਾਂ ਕਾਂਗਰਸ ਦਾ ਮੰਤਰੀ ਰਿਹਾ ਖੰਨੇ ਤੋਂ, ਔਰ ਦਲਿਤ ਮੈਂਬਰ ਹੋਣ ਦੇ ਨਾਤੇ ਉਹ ਸ਼ਮਸ਼ੇਰ ਸਿੰਘ ਦੂਲੋਂ ਦਲਿਤ ਕਾਂਗਰਸ ਦਾ ਆਗੂ ਹੋਣ ਦੇ ਨਾਤੇ ਬਾਰ-ਬਾਰ ਇਸ ਗੱਲ ਨੂੰ ਉਹ ਸੋਸ਼ਲ ਮੀਡੀਆ ਤੇ ਜਾਂ ਮੀਡੀਆ ਦੇ ਸਾਹਮਣੇ ਆ ਕੇ ਆਪਣੀ ਪ੍ਰੈਸ ਕਾਨਫਰੰਸ ਕਰਕੇ ਵੀ ਇਹ ਕਹਿੰਦਾ ਕਿ ਸਾਡੇ ਨਾਲ ਦਲਿਤਾਂ ਦੇ ਨਾਲ ਹਮੇਸ਼ਾ ਧੱਕਾ ਹੋਇਆ। ਔਰ ਕੁਲਵੰਤ ਭਾਜੀ ਨੇ ਦੱਸਿਆ ਹੈਗਾ ਕਿ ਦੇਸ਼ ਦੇ ਰਾਸ਼ਟਰਪਤੀ ਨੂੰ ਮੰਦਿਰ ਜਾਣ ਤੋਂ ਬਾਅਦ ਵੀ ਮੰਦਿਰ ਧੋਤਿਆ ਜਾਂਦਾ, ਬਿਲਕੁਲ, ਜਾਂ ਮੰਦਿਰ ਜਾਣ ਤੇ ਰੋਕਿਆ ਵੀ ਜਾਂਦਾ। ਔਰ ਇਹ ਸਭ ਕੁਝ ਕੌਣ ਕਰ ਰਿਹਾ ਹੈ, ਇਸ ਗੱਲ ਨੂੰ ਸਾਨੂੰ ਵਿਚਾਰਨ ਦੀ ਲੋੜ ਹੈ। ਜੇ ਦੇਸ਼ ਦੀ ਜਨਤਾ ਇਹ ਵਿਚਾਰ ਲਵੇ ਕਿ ਇਹ ਕਰ ਕੌਣ ਰਿਹਾ ਹੈ ਤਾਂ ਮੈਂ ਸਮਝਦਾ ਅਪਸਾਈਡ ਡਾਊਨ ਹੋ ਜਾਊਗੀ ਆਉਣ ਵਾਲੇ ਇਲੈਕਸ਼ਨਾਂ ਦੇ ਵਿੱਚ। ਹਾਂਜੀ, ਤੇ ਇਹ ਅਪਸਾਈਡ ਡਾਊਨ ਹੋਣ ਦਾ ਤਰੀਕਾ ਇੱਕੋ ਹੀ ਹੈ ਕਿ ਦੇਸ਼ ਦੇ ਵਿੱਚ 1990 ਦੇ ਵਿੱਚ ਜਦੋਂ ਨਾ ਅਡਵਾਨੀ ਨੇ ਰੱਥ ਯਾਤਰਾ ਕੱਢੀ ਸੀਗੀ, ਹਾਂਜੀ, ਇਹ ਦੇਸ਼ ਨੂੰ ਹਿੰਦੂ ਰਾਸ਼ਟਰ ਬਣਾਉਣ ਦੇ ਲਈ। ਹਾਂਜੀ, ਅਯੋਧਿਆ ਦਾ ਮਸਲਾ ਬੜਾ ਗੰਭੀਰ ਸੀਗਾ, ਸੁਪਰੀਮ ਕੋਰਟ ਦੇ ਵਿੱਚ ਕੇਸ ਚੱਲਦਾ ਸੀ ਔਰ ਉਹ ਚਾਹੁੰਦਾ ਸੀਗਾ ਕਿ ਮੈਂ ਜੀਂਦੇ ਜੀ ਆਪਣੇ ਹੁੰਦਿਆਂ ਆਪਣੀ ਅਹੁਦੇ ਤੇ ਹੁੰਦਿਆਂ ਕਿਉਂਕਿ ਉਸ ਵੇਲੇ ਬੀਜੇਪੀ ਦਾ ਪ੍ਰਧਾਨ ਸੀ ਉਹ ਚਾਹੁੰਦਾ ਸੀ ਕਿ ਮੈਂ ਆਪਣੀ ਪ੍ਰਧਾਨਗੀ ਦੇ ਹੁੰਦਿਆਂ ਦੇਸ਼ ਨੂੰ ਹਿੰਦੂ ਰਾਸ਼ਟਰ ਵੱਲ ਵੱਧਦਾ ਹੋਇਆ ਦੇਖਾਂ। ਤਾਂ ਉਹਦੀ ਰੱਥ ਯਾਤਰਾ ਰੋਕਣ ਦੇ ਲਈ ਸਭ ਤੋਂ ਮੋਹਰੇ ਯੋਧਾ ਜਿਹੜਾ ਆਇਆ ਸੀ ਉਹਦਾ ਨਾਮ ਹੈ ਮਾਨਯਵਰ ਸਾਹਿਬ ਕਾਂਸ਼ੀ ਰਾਮ। ਹਾਂਜੀ, ਉਹਨਾਂ ਨੇ ਉਹਦੀ ਰੱਥ ਯਾਤਰਾ ਰੋਕ ਦਿੱਤੀ ਸੀ ਕਿ ਤੇਰੀ ਰੱਥ ਯਾਤਰਾ ਅਸੀਂ ਯੂਪੀ ਚੋਂ ਲੰਘਣ ਨਹੀਂ ਦੇਣੀ, ਕਿਉਂਕਿ ਯੂਪੀ ਵਿੱਚ ਬਹੁਜਨ ਸਮਾਜ ਪਾਰਟੀ ਦਾ ਉਸ ਵੇਲੇ ਬਹੁਤ ਵੱਡਾ ਬੋਲਬਾਲਾ ਸੀ, ਬਹੁਤ ਵੱਡਾ ਹੌਸਲਾ ਸੀ, ਬਹੁਤ ਵੱਡਾ ਕੰਮ ਸੀ, ਬਹੁਤ ਵੱਡਾ ਦਮ ਸੀਗਾ ਔਰ ਉਸ ਦਮ ਦੇ ਸਿਰ ਤੇ ਉਹਨੂੰ ਰੋਕਿਆ ਗਿਆ। ਅੱਜ ਜਾਣੀ ਮੈਂ ਕਹਿਣਾ ਚਾਹੁੰਦਾ ਕਿ ਦੇਸ਼ ਦਾ ਯੂਪੀ ਪੰਜਾਬ ਨਾਲੋਂ 7 ਗੁਣਾ ਵੱਡੀ ਸਟੇਟ ਹੈ। ਪੰਜਾਬ ਦੇ ਵਿੱਚ ਸਿਰਫ 13 MP ਬਣਦੇ ਆ, ਉਸ ਵੇਲੇ 91 MP ਹੁੰਦੇ ਸੀ। ਤਾਂ ਅੱਜ ਯੂਪੀ ਦੇ ਵਿੱਚੋਂ ਇੱਕ ਹੋਰ ਹਿੱਸਾ ਬਣਾ ਦਿੱਤਾ ਗਿਆ, ਉੱਤਰਾਖੰਡ ਜਿਹਨੂੰ ਕਹਿੰਦੇ ਆਪਾਂ, ਬੇਸ਼ੱਕ ਬਣਾ ਦਿੱਤਾ ਗਿਆ। ਜਦੋਂ ਬਹੁਜਨ ਸਮਾਜ ਪਾਰਟੀ ਦੀ ਸਰਕਾਰ ਰਹੀ ਹੈ 4 ਵਾਰੀ ਯੂਪੀ ਦੇ ਵਿੱਚ, ਭੈਣ ਜੀ ਫੁੱਲ ਫਲੱਜ ਮੈਜੋਰਿਟੀ ਦੇ ਵਿੱਚ ਮੁੱਖ ਮੰਤਰੀ ਰਹੇ ਆ, ਉਹ ਚਾਹੁੰਦੇ ਸਨ ਕਿ ਯੂਪੀ ਨੂੰ ਹੋਰ ਛੋਟੇ ਭਾਗਾਂ ਦੇ ਵਿੱਚ ਵੰਡਿਆ ਜਾਵੇ ਤਾਂ ਕਿ ਯੂਪੀ ਦਾ ਵਿਕਾਸ ਕੀਤਾ ਜਾ ਸਕੇ। ਵੱਡੀ ਸਟੇਟ ਹੋਣ ਦੇ ਨਾਤੇ ਵੱਡੀ ਸਟੇਟ ਹੈ, ਕੰਟਰੋਲ ਚ। ਹਾਂਜੀ, ਤੋਂ ਗੱਲ ਇਹ ਆ ਕਿ ਬੀਜੇਪੀ ਨਹੀਂ ਸੀ ਚਾਹੁੰਦੀ, ਇਹ ਮਨੁਸਿਮਰਤੀ ਵਾਲੀਆਂ ਸਰਕਾਰਾਂ ਨਹੀਂ ਸੀ ਚਾਹੁੰਦੀਆਂ, ਚਾਹੇ ਉਹ ਇਹ ਜਿਹੜੀਆਂ ਸਰਕਾਰਾਂ ਨਹੀਂ ਸੀ ਚਾਹੁੰਦੀਆਂ ਕਿ ਯੂਪੀ ਨੂੰ ਹੋਰ ਛੋਟੇ ਭਾਗਾਂ 'ਚ ਵੰਡਿਆ ਜਾਵੇ। ਇਹ ਚਾਹੁੰਦੇ ਸੀਗੇ ਕਿ ਲੋਕਾਂ ਨੂੰ ਧਰਮ ਦੇ ਨਾਂ ਤੇ ਗੁੰਮਰਾਹ ਕੀਤਾ ਜਾ ਸਕਦਾ, ਤੇ ਉਹ ਧਰਮ ਨਾਂ ਤੇ ਗੁੰਮਰਾਹ ਹੋਣ ਵਾਲਾ ਸਭ ਤੋਂ ਜ਼ਿਆਦਾ ਹੈਗਾ ਯੂਪੀ। ਤੋਂ ਮੈਂ ਲੋਕਾਂ ਨੂੰ, ਦਰਸ਼ਕਾਂ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਹਾਂ ਕਿ ਸਾਨੂੰ ਇਹ ਚੀਜ਼ ਸੋਚਣ ਦੀ ਲੋੜ ਹੈਗੀ ਹੈ ਕਿ ਦੇਸ਼ ਨੂੰ ਗੁੰਮਰਾਹ ਕੌਣ ਕਰ ਰਿਹਾ ਹੈ ਔਰ ਸਹੀ ਦਿਸ਼ਾ ਕੌਣ ਦੇਣਾ ਚਾਹੁੰਦਾ ਹੈ। ਤੋਂ ਗੁੰਮਰਾਹ ਕਰਨ ਦੇ ਵਿੱਚ ਸਭ ਤੋਂ ਵੱਧ ਜਿਹੜਾ ਹੈਗਾ ਆ, ਉਹ ਪ੍ਰੋਪੇਗੰਡੇ ਦੇ ਵਿੱਚ ਸਭ ਤੋਂ ਵੱਧ ਜਿਹੜਾ ਹੈਗਾ ਉਹ ਹੈਗੀ ਆ ਮਨੁਸਿਮਰਤੀ, ਔਰ ਮਨੂ ਦੇ ਸਿਧਾਂਤ ਤੇ ਕੰਮ ਕਰਨ ਵਾਲੀ ਜਿਹੜੀ ਆ ਉਹ ਬੀਜੇਪੀ ਆ। ਬਿਲਕੁਲ ਬਿਲਕੁਲ। ਤੋਂ ਕਿਉਂਕਿ ਚਾਹੇ ਉਹ ਦੇਸ਼ ਦਾ ਰਾਸ਼ਟਰਪਤੀ ਹੋਵੇ, ਚਾਹੇ ਉਹ ਸਟੇਟ ਦਾ ਮੁੱਖ ਮੰਤਰੀ ਯੂਪੀ ਦਾ ਰਿਹਾ, ਜਿਹੜਾ ਕੀ ਨਾਮ ਮੁਲਾਇਮ ਸਿੰਘ ਯਾਦਵ ਦਾ ਮੁੰਡਾ ਜਿਹੜਾ ਅਖਿਲੇਸ਼ ਯਾਦਵ, ਇਸ ਦੇ ਅਖਿਲੇਸ਼ ਯਾਦਵ ਤੋਂ ਬਾਅਦ ਇਹ ਦੁਬਾਰਾ ਆਦਿਤਿਆ ਯੋਗੀਨਾਥ ਮੁੱਖ ਮੰਤਰੀ ਬਣਦਾ। ਜਿਹੜਾ CM ਮੁੱਖ ਮੰਤਰੀ ਦਾ ਘਰ ਸੀਗਾ, ਸਰਕਾਰੀ ਤੌਰ ਤੇ ਉਹਨੂੰ ਮਿਲਿਆ, ਉਹਨੂੰ ਗਊ ਦੇ ਪਿਸ਼ਾਬ ਨਾਲ, ਗੋਹੇ ਨਾਲ ਧੋਤਾ ਜਾਂਦਾ ਹੈ। ਸੋ ਇਹ ਯਾਦ ਰੱਖਣ ਦੀਆਂ ਗੱਲਾਂ ਹੈਗੀਆਂ, ਸਾਨੂੰ ਇਤਿਹਾਸ ਕੁਛ ਦੁਹਰਾ ਕੇ ਸਮਝਾਉਂਦਾ ਆ। ਮੈਂ ਸਮਝਦਾ ਕਿ ਦੇਸ਼ ਦੇ 85% ਘੱਟ ਗਿਣਤੀਆਂ ਲੋਕਾਂ ਨੂੰ, ਸਭ ਨੂੰ, ਜਿਹਦੇ 'ਚ ਸਿੱਖ ਭਾਈਚਾਰਾ ਵੀ ਆਉਂਦਾ, ਬੋਧੀ ਭਾਈਚਾਰਾ ਵੀ ਆਉਂਦਾ, ਉਹ ਸਾਰੀਆਂ ਘੱਟ ਗਿਣਤੀਆਂ ਆਉਂਦੀਆਂ। ਮੁਸਲਿਮ ਭਾਈਚਾਰੇ ਨਾਲ ਤਾਂ ਲਗਾਤਾਰ ਧੱਕਾ ਹੋ ਰਿਹਾ, ਤੁਸੀਂ ਜ਼ਿਕਰ ਕੀਤਾ ਹੈਗਾ CA ਦਾ, NRC ਦਾ, ਲਗਾਤਾਰ ਧੱਕਾ ਹੋ ਰਿਹਾ। ਚਾਹੇ SC ST ਕਾਨੂੰਨ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਇਹਨਾਂ ਨੇ। ਮੈਂ ਸਮਝਦਾ ਕਿ ਸਭ ਘੱਟ ਗਿਣਤੀਆਂ ਨੂੰ ਇਸ ਮਨੂਵਾਦ ਨੂੰ ਨੱਥ ਪਾਉਣੀ ਬਹੁਤ ਜ਼ਰੂਰੀ ਹੈ। ਇਸ ਨੱਥ ਨੂੰ ਪਾਉਣ ਦੇ ਲਈ 2024 ਦਾ ਪਾਰਲੀਮੈਂਟ ਦਾ ਇਲੈਕਸ਼ਨ ਜਿਹੜਾ ਹੈ ਉਹ ਬਹੁਤ ਜ਼ਰੂਰੀ ਆ, ਧਿਆਨ 'ਚ ਰੱਖਣ ਦੀ ਲੋੜ ਹੈ। ਤੋ ਮੈਂ ਸਮਝਦਾ ਕਿ ਲੋਕਾਂ ਨੂੰ ਅੰਬੇਡਕਰਵਾਦ ਨਾਲ ਜੁੜਨਾ ਬਹੁਤ ਜ਼ਰੂਰੀ ਆ, ਜਿਹੜਾ ਦੇਸ਼ ਦੇ ਵਿੱਚ, ਪੂਰੇ ਦੇਸ਼ ਵਿੱਚ ਮਨੂਵਾਦ ਨੂੰ ਟੱਕਰ ਦਿੰਦਾ ਹੈ। ਤੁਹਾਡਾ ਬਹੁਤ ਬਹੁਤ ਮਿਹਰਬਾਨੀ, ਆਪਣੇ ਮਿਹਰਬਾਨੀ, ਧੰਨਵਾਦ ਜੀ, ਬਹੁਤ ਬਹੁਤ ਥੈਂਕ ਯੂ ਤੁਹਾਡਾ ਬਹੁਤ। ਇਹ ਜੀ ਦੇਖੋ, ਮਨੁਸਿਮਰਤੀ ਜਿਹੜੀ ਇੱਕ ਝੂਠ ਦੇ ਉੱਤੇ ਹੀ ਆਧਾਰਿਤ ਹੈਗੀ ਆ, ਜਿਹੜੀ ਜਾਤਾਂ ਪਾਤਾਂ ਦਾ ਜਿਹੜਾ ਸਿਸਟਮ ਹੈ ਉਹ ਮਨੁਸਿਮਰਤੀ ਬਹੁਤ ਇੱਕ ਝੂਠ ਬਿਲਕੁਲ, ਜਿਹਨੂੰ ਇੰਨਾ ਵੱਡਾ ਬਣਾ ਕੇ ਅੱਜ ਤੱਕ ਜਿਹੜਾ ਇੰਡੀਆ ਆ, ਭਾਰਤ ਵਰਸ਼ ਆ, ਉਹਦੀ ਗੁਲਾਮੀ ਦਾ ਕਾਰਨ ਇਹ ਮਨੁਸਿਮਰਤੀ, ਇਹ ਜਾਤ ਪਾਤ ਦਾ ਸਿਸਟਮ ਉਹਦਾ ਕਾਰਨ ਬਣਿਆ। ਸਾਡੇ ਤੇ ਹਮੇਸ਼ਾ ਹੀ ਕੋਈ ਨਾ ਕੋਈ ਆਇਆ।
ਦੋਸਤੋ ਮੈਂ ਫਿਰ ਬੇਨਤੀ ਕਰੂੰਗਾ ਤੁਹਾਨੂੰ ਹਾਲੇ 10 ਕੁ ਮਿੰਟ ਹੋਰ ਦੇ ਦਿਓ ਪਲੀਜ਼, ਤੇ ਅਸੀਂ ਫਿਰ ਕਰਦੇ ਹਾਂ। ਕਾਫੀ ਕੁਝ ਸਾਹਮਣੇ ਆਉਂਦਾ ਪਿਆ। ਹੁਣ ਆਪਾਂ ਨੂੰ ਪਤਾ ਕਿ ਆਹ ਕਰੋਨਾ ਦੇ ਦੌਰਾਨ ਲੋਕਾਂ ਦੀਆਂ ਬਹੁਤ ਸਰੀਰਾਂ ਵਿੱਚੋਂ ਕਿਡਨੀਆਂ ਕੱਢ ਗਈਆਂ। ਲੋਕਾਂ ਨੂੰ ਮਤਲਬ ਕਿ ਬੰਦੇ ਸਮਝਿਆ ਜਾਂਦਾ, ਕਿਡਨੀਆਂ ਦੀ ਓਵਰ ਫਲੱਡਿੰਗ ਹੋਈ ਆ। ਜਿਹੜੀ ਕਿਡਨੀਆਂ ਦੀਆਂ ਕੰਪਨੀਆਂ ਆ ਜਿਹੜੀਆਂ ਸਪਲਾਈ ਕਰਦੀਆਂ, ਜਿਹੜੀਆਂ ਉਹ ਐਡਵਰਟਾਈਜ਼ ਲਾ ਰਹੀਆਂ ਕਿ ਕਿਡਨੀਆਂ ਪਵਾ ਲਓ, ਜਿਨ੍ਹਾਂ ਦੇ ਕੋਲ ਹੈਗੀਆਂ ਉਹਨਾਂ ਨੂੰ ਲੈਟਰ ਭੇਜ ਰਹੀਆਂ ਜਾਂ ਇਸ ਤਰ੍ਹਾਂ ਦੇ ਕੰਮ ਕਰ ਰਹੀਆਂ। ਇਹਦੇ ਨਾਲ ਇੱਕ ਸੰਬੰਧਤ ਹੈ ਕਿ ਇੱਕ ਇੰਡੀਆ ਦਾ ਆਪਣੇ ਹੋਟਲ, ਇੱਕ 5 ਸਟਾਰ ਸਟਾਈਲ ਹੌਸਪੀਟਲ ਆ, ਸ਼ਾਇਦ ਉੱਥੇ ਪੇਪਰਾਂ ਵਿੱਚ ਅਪੋਲੋ ਕਹਿੰਦੇ ਉਹਨੂੰ, ਅਤੇ ਉੱਥੇ ਦੇ ਕਰਮਚਾਰੀਆਂ ਨਾਲ ਰਲ ਕੇ ਇੱਕ ਬੰਦਾ ਰਾਜਕੁਮਾਰ ਨਾਂ ਦਾ ਬੰਦਾ ਸੀ, ਉਸ ਨੇ ਇਹ ਧੰਦਾ ਚਲਾਇਆ ਹੋਇਆ ਸੀ ਕਿ ਉਹ ਕਿਡਨੀਜ਼ ਲਈ ਲੋਕਾਂ ਨੂੰ ਲਿਆਉਂਦਾ ਸੀ ਲੱਭ ਕੇ, ਅਤੇ 70,000 ਦਿੰਦੇ ਸੀ ਉਸ ਬੰਦੇ ਨੂੰ। ਅਤੇ ਉਹ ਕਿਡਨੀ ਅਖੀਰ ਦੇ ਵਿੱਚ ਜਿਹੜਾ ਬੰਦਾ ਜਿਹਦੇ ਪੈਂਦੀ ਸੀ 15 ਲੱਖ ਤੱਕ ਉਸ ਬੰਦੇ ਦੇ ਪਾਈ ਜਾਂਦੀ ਸੀ। ਅਤੇ ਉਹ ਬੰਦੇ ਕੋਲ ਜਿਹੜਾ ਬੰਦਾ ਕਿਡਨੀ ਦਿੰਦਾ ਸੀਗਾ ਉਹਨੂੰ ਸਿਰਫ ਅਤੇ ਸਿਰਫ 70,000 80,000 ਦੇ ਕੋਈ ਜ਼ਿਆਦਾ ਮੰਗਣੇ ਤੋਂ ਲੱਖ ਦੇ ਦਿੰਦੇ ਸੀਗੇ। ਅਤੇ ਇਸ ਤਰ੍ਹਾਂ ਉਸ ਬੰਦੇ ਨੇ ਧੰਦਾ ਸ਼ੁਰੂ, ਉਹ ਬੰਦੇ ਨੇ ਸਭ ਤੋਂ ਪਹਿਲਾਂ ਆਪ ਕਿਡਨੀ ਆਪਣੀ ਕੱਢ ਕੇ ਵੇਚੀ ਸੀ 70,000 ਦੀ ਅਤੇ 75,000 ਦੀ। ਅਤੇ ਉਸ ਬੰਦੇ ਨੇ ਇਹ ਦੇਖਿਆ ਵੀ ਪਤਾ ਬੜਾ ਪ੍ਰੋਫਿਟ ਦਾ ਕੰਮ ਹੈ। ਅਤੇ ਜਿਹੜਾ ਇਸ ਟਾਈਮ ਜਿਹਦੇ ਪਿੱਛੇ ਸਰਕਾਰ ਵੀ ਪਈ ਸੀ ਜਾਂ ਹੋਰ ਵੀ ਪਏ ਸੀਗੇ, ਅਤੇ ਉਹ ਬੰਦਾ ਲਗਭਗ ਕਬਜ਼ੇ 'ਚ ਉਹਨਾਂ ਦੇ ਆ ਚੁੱਕਿਆ। ਅਤੇ ਉਸ ਬੰਦੇ ਨੇ ਇਸ ਤਰ੍ਹਾਂ ਜਾਲ ਵਿਛਾਇਆ ਕਿ ਉਹਨੇ ਇੱਕ ਬੰਗਾਲ ਦੇ ਵਿੱਚ ਇੱਕ ਮਛੇਰਿਆਂ ਦਾ ਪਿੰਡ ਸੀ ਵਿਚਾਰਿਆਂ ਦਾ, ਉਹ ਪਿੰਡ ਦੇ ਵਿੱਚ ਉਹਦੇ ਇੰਨੇ ਕੰਟੈਕਟ ਬਣ ਗਏ, ਇਸ ਤਰ੍ਹਾਂ ਉਹਨੇ ਜਾਲ ਵਿਛਾਇਆ ਕਿ ਉਸ ਪਿੰਡ ਦੇ ਵਿੱਚ ਲਗਭਗ ਕਹਿੰਦੇ 80% ਤੋਂ ਉੱਤੇ ਲੋਕਾਂ ਨੇ ਜਿਹੜੇ ਬਾਲਿਗ ਨੇ ਉਹਨਾਂ ਨੇ ਆਪਣੀ ਕਿਡਨੀਆਂ ਵੇਚ ਚੁੱਕੇ ਨੇ, ਉਹ 70-80 ਹਜ਼ਾਰ ਰੁਪਏ ਦੇ ਵਿੱਚ। ਅਤੇ ਉਹ ਬੰਦਾ ਹੁਣ ਫੜ ਹੋਇਆ, ਛਾਪੇ ਦੇ ਵਿੱਚ ਆਇਆ। ਅਤੇ ਇਹ ਸਾਰੀਆਂ ਗੱਲਾਂ ਹੈਗੀਆਂ ਵੀ ਤੁਸੀਂ ਸਾਡੇ ਲੋਕਾਂ ਨਾਲ ਕਿਸ ਤਰ੍ਹਾਂ ਜਿਹੜਾ ਗਰੀਬ ਆਦਮੀ ਉਸਦੀ ਕਿਸ ਤਰ੍ਹਾਂ ਮਜਬੂਰੀ ਦਾ ਫਾਇਦਾ ਲੈ ਜਾਂਦਾ, ਔਰ ਕਿਸ ਤਰ੍ਹਾਂ ਸਰਕਾਰਾਂ ਜਾਂ ਨਾਲ ਵੱਡੇ ਅਦਾਰੇ ਰਲ ਕੇ ਉਹਨਾਂ ਨੇ ਮਦਦ ਕਰਦੇ ਨੇ। ਉਹਦਾ ਜਿਹੜਾ ਕਾਰੋਬਾਰ ਸੀ ਉਹ ਇੰਡੋਨੇਸ਼ੀਆ ਨਾਲ ਬਰਮਾ, ਅਮਰੀਕਾ ਤੱਕ, ਕਿੱਥੇ ਤੱਕ ਉਹਦਾ ਜਾਂਦਾ ਸੀਗਾ। ਇਹ ਬਹੁਤ ਵੱਡੀ ਚੀਜ਼ ਆਈ ਹੈ। ਅਤੇ ਸਾਡੇ ਇੱਥੇ ਇੰਗਲੈਂਡ ਦੇ ਵਿੱਚ ਇੱਥੇ ਕਿਡਨੀ ਡੋਨੇਟਿੰਗ ਦਾ ਜਿਹੜਾ ਇੱਕ ਔਰਗਨ ਡੋਨੇਸ਼ਨ ਦਾ ਹੈਗਾ ਕੰਮ ਚੱਲਦਾ, ਉਹਦੇ ਤਹਿਤ ਲੋਕਾਂ ਨੇ ਕਿਡਨੀਆਂ ਪਿਛਲੇ ਸਾਲ ਅੱਗੇ ਨਾਲੋਂ ਜ਼ਿਆਦਾ ਦਿੱਤੀਆਂ। ਲਗਭਗ 300 ਦੇ ਕਰੀਬ 296 ਦੇ ਕਰੀਬ ਉਹਨਾਂ ਨੇ ਕਿਡਨੀ ਦਿੱਤੀਆਂ। 296 ਸਾਡੇ ਬੱਚੇ, ਸਾਡੇ ਭੈਣਾਂ, ਸਾਡੇ ਭਰਾ ਜਿਹੜੇ ਇੰਡੀਅਨ ਓਰੀਜਨ ਦੇ ਨਹੀਂ, ਸਾਰੇ ਗੋਰੇ ਵੀ ਇੱਥੇ ਬੱਚੇ ਨੇ। ਅਤੇ ਕਿਉਂਕਿ ਸਰਕਾਰ ਨੇ ਕਾਨੂੰਨ ਬਣਾਇਆ ਹੋਇਆ ਕਿ ਤੁਸੀਂ ਜਿਹੜੇ ਕਿਸੇ ਬੰਦੇ ਦੀ ਅਚਾਨਕ ਡੈਥ ਹੋ ਜਾਂਦੀ, ਐਕਸੀਡੈਂਟਲ ਡੈਥ ਦੇ ਵਿੱਚ, ਉਹ ਤੁਹਾਡੀ ਕਿਡਨੀ ਲੈ ਸਕਦੇ ਆ ਜੇ ਤੁਸੀਂ ਆਪਣੇ ਆਪ ਆਪਟ ਆਊਟ, ਆਪਣੇ ਆਪ ਨੂੰ ਉਹਦੇ ਵਿੱਚੋਂ ਨਹੀਂ ਕਿਹਾ। ਇਹ ਤੁਹਾਨੂੰ ਰੱਖਣਾ ਪੈਂਦਾ ਕੋਲ ਕਿ ਮੈਂ ਕਿਡਨੀ ਨਹੀਂ ਦੇਣਾ ਚਾਹੁੰਦਾ, ਫਿਰ ਤੁਸੀਂ ਉਹ ਹੈਗਾ। ਪਰ ਅਸੀਂ ਲੋਕਾਂ ਨੂੰ ਹਮੇਸ਼ਾ ਇਹ ਕਹਿੰਦੇ ਆ ਕਿ ਆਪਣੇ ਜੇਬ ਦੇ ਵਿੱਚ ਉਹ ਡੋਨਰ ਕਾਰਡ ਜ਼ਰੂਰ ਰੱਖੋ। ਉਹ ਮੇਰਾ ਸੋਰੀ ਕੋਰਟ ਦੇ ਵਿੱਚ ਪਿਆ, ਮੈਂ ਹਮੇਸ਼ਾ ਆਪਣੇ ਨਾਲ ਰੱਖਦਾ ਕਿ ਤੁਹਾਨੂੰ ਪਤਾ ਨਹੀਂ ਹੁੰਦਾ ਕਦੋਂ ਤੁਹਾਨੂੰ ਕੀ ਹੋ ਜਾਣਾ, ਕਦੋਂ ਐਕਸੀਡੈਂਟ ਹੋ ਸਕਦਾ, ਕੁਝ ਵੀ ਹੋ ਸਕਦਾ। ਤੁਹਾਡੇ ਜਿਹੜੇ ਅੰਗ ਆ ਉਹ ਕਿਸੇ ਜ਼ਿੰਦਗੀ ਬਚਾ ਸਕਦੇ ਆ। ਫਾਂਜੀ, ਇਹ ਜਦੋਂ ਤੁਸੀਂ ਗੱਲ ਕਰਦੇ ਆ ਜਿਹੜਾ ਕਿਡਨੀ ਦੀ ਗੱਲ ਆ, ਦੇਖੋ ਪਿਛਲੇ ਥੋੜ੍ਹੇ ਦਿਨਾਂ ਦੇ ਵਿੱਚ ਜਿਹੜਾ ਆ ਉਹ ਕਰੋਨਾ ਕਾਲ ਦੇ ਵਿੱਚ ਇੰਡੀਆ ਦੇ ਵਿੱਚ, ਭਾਰਤ ਦੇ ਵਿੱਚ ਇਹ ਬੜਾ ਵੱਡਾ ਨੈਕਸਸ ਆ ਜਿਹੜਾ ਉਹ ਸਾਹਮਣੇ ਲੋਕਾਂ ਦੇ ਆਇਆ। ਦੇਖੋ ਕਿੱਦਾਂ ਜਿਨ੍ਹਾਂ ਨੂੰ ਡੇਟਸ ਪਹਿਲਾਂ ਨਹੀਂ ਸੀ ਮਿਲ ਰਹੀਆਂ ਕਿ ਕਿਡਨੀਆਂ ਜਿਨ੍ਹਾਂ ਨੇ ਪਵਾਉਣੀਆਂ ਸੀਗੀਆਂ, ਉਹਨਾਂ ਦੇ ਉਹ ਜਦੋਂ ਬੋਡੀ ਪਾਰਟਸ ਜਿਨ੍ਹਾਂ ਨੂੰ ਚਾਹੀਦੇ ਸੀਗੇ ਉਹਨਾਂ ਨੂੰ ਕਿਊ ਦੇ ਵਿੱਚ ਰੱਖਿਆ ਗਿਆ ਸੀਗਾ ਕਈ ਸਾਲਾਂ ਤੋਂ, 2 ਸਾਲ ਤੋਂ ਜਾਂ 6 ਮਹੀਨੇ ਤੋਂ 3 ਸਾਲ ਤੋਂ। ਉਹ ਉਹਨਾਂ ਨੂੰ ਇਹ ਕਰੋਨਾ ਕਾਲ ਦੇ ਵਿੱਚ ਵੀਡੀਓਜ਼ ਵਾਇਰਲ ਹੋਈਆਂ ਹਸਪੀਟਲਾਂ ਦੀਆਂ, ਕਿੱਦਾਂ ਉਹਨਾਂ ਲੋਕਾਂ ਨੂੰ ਚਿੱਠੀਆਂ ਚਲੇ ਗਈਆਂ, ਲੈਟਰਸ ਚਲੇ ਗਏ ਆ, ਜਾਂ ਉਹਨਾਂ ਨੂੰ ਫੋਨ 'ਤੇ ਉਹਨਾਂ ਨਾਲ ਗੱਲਬਾਤ ਕਰਦੇ ਇਹ ਲੋਕ ਫੜੇ ਗਏ ਆ ਕਿ ਸਾਡੇ ਕੋਲ ਹੁਣ ਕਿਡਨੀਜ਼ ਜਿਹੜੀਆਂ ਹੈਗੀਆਂ ਅਵੇਲੇਬਲ ਹੈਗੀਆਂ, ਤੁਸੀਂ ਆ ਕੇ ਆਪਣੀ ਚੇਂਜ ਕਰਵਾ ਸਕਦੇ ਆ ਜਾਂ ਪਵਾ ਸਕਦੇ ਆ। ਇਹ ਤੁਸੀਂ ਇੱਥੋਂ ਸੋਚੋ ਕਿ ਇਹ ਕਰੋਨਾ ਕਾਲ ਦੇ ਵਿੱਚ ਜਿਹੜੇ ਬੋਡੀਜ਼ ਪਾਰਟ ਆ ਉਹ ਕੱਢ ਕੇ, ਚਾਹੇ ਕਿਡਨੀਆਂ ਹੋਣ ਚਾਹੇ ਹੋਰ ਲਿਵਰ ਹੋਵੇ ਜਾਂ ਕੁਛ ਵੀ ਆ, ਉਹ ਕਿੱਦਾਂ ਉਹ ਵੇਚੇ ਜਾ ਰਹੇ ਅਤੇ ਕਿੱਡੇ ਵੱਡੇ ਪੱਧਰ 'ਤੇ ਉਹ ਭਾਰਤ ਦੇ ਵਿੱਚ ਉਹ ਧੰਦਾ ਹੋ ਰਿਹਾ। ਜਣੀ ਅਸੀਂ ਮਨੁੱਖਤਾ ਨੂੰ ਲੀਰੋ ਲੀਰ ਕਰ ਦਿੱਤਾ। ਅਸੀਂ ਕਿਸੇ ਵੀ ਜਿਹੜੇ ਹਿਊਮਨ ਰਾਈਟਸ ਆ ਜਾਂ ਮਨੁੱਖਤਾ, ਮਨੁੱਖ ਦੀ ਗੱਲ ਆ, ਮਨੁੱਖ ਨੂੰ ਮਨੁੱਖ ਅਸੀਂ ਸਮਝਿਆ ਹੀ ਨਹੀਂ ਹੋਇਆ। ਅਸੀਂ ਤਾਂ ਹਜੇ ਤੱਕ ਭੇਡਾਂ ਬੱਕਰੀਆਂ ਹੀ ਸਮਝਦੇ ਹਾਂ। ਜਣੀ ਇੱਥੋਂ ਤੱਕ ਅਸੀਂ ਗਿਰ ਚੁੱਕੇ ਹਾਂ। ਜਣੀ ਡਾਕਟਰ ਆ ਜਿਹੜੇ ਉਹ ਦੇਖੋ ਕਿੱਦਾਂ ਦੇ ਨੈਕਸਸ ਜਿਹੜੇ ਹੈਗੇ ਇੱਦਾਂ ਦੇ ਉਹਦੇ ਵਿੱਚ ਇਨਵੋਲਵ ਹੁੰਦੇ ਆ, ਜਾਂ ਜਿਹੜੇ ਮੰਤਰੀ ਆ ਕਈ ਵਾਰੀ ਉਹ ਇਨਵੋਲਵ ਹੁੰਦੇ ਆ। ਕਿੱਦਾਂ ਉਹ ਜਿੱਦਾਂ ਬੱਚਿਆਂ ਨੂੰ ਵੇਚਿਆ ਜਾ ਰਿਹਾ ਆ ਜਾਂ ਹੋਰ ਕੰਟਰੀਆਂ ਦੇ ਵਿੱਚ ਲਿਜਾ ਕੇ ਕਿੱਦਾਂ ਵੇਚਿਆ ਜਾ ਰਿਹਾ। ਜਿਹੜੀ ਇੱਦਾਂ ਦੇ ਜਿਹੜੇ ਇਨਸੀਡੈਂਟ ਇੱਦਾਂ ਦੀਆਂ ਚੀਜ਼ਾਂ ਜਦੋਂ ਸਾਹਮਣੇ ਆਉਂਦੀਆਂ ਤਾਂ ਮਨੁੱਖ ਦਾ ਇੱਕ ਵਾਰੀ ਫਿਰ ਉਹ ਸ਼ਰਮਸਾਰ ਹੁੰਦੀ ਆ। ਪਹੁੰਚ ਇਹ ਸਾਰਾ ਕੁਝ ਦੋਸਤੋ ਮੇਰੇ ਵੀਰੋ ਸਾਡੇ ਅੰਧ ਵਿਸ਼ਵਾਸ ਕਰਕੇ ਆ। ਜਦੋਂ ਅਸੀਂ ਬਿਲਕੁਲ ਅਗਿਆਨੀ ਬਣ ਜਾਂਦੇ ਹਾਂ ਤਾਂ ਕਰਕੇ ਹੁੰਦਾ।
ਮੈਨੂੰ ਆਪਣੇ ਆਪ ਤੇ ਮਾਣ ਆ ਜਾਂ ਆਪਣੀ ਜਥੇਬੰਦੀ ਤੇ ਮਾਣ ਆ ਜਿੱਦਾਂ ਅਸੀਂ ਤਰਕੀ ਸੁਸਾਇਟੀ ਇੱਥੇ ਇੰਗਲੈਂਡ 'ਚ ਹੈਗੀ ਆ। ਉਹਨਾਂ ਨੇ 20 ਸਾਲ ਪਹਿਲਾਂ ਅਸੀਂ ਇਹ ਗੱਲ ਲਈ ਕੀਤਾ ਸੀ ਕਿ ਔਰਗਨ ਡੋਨੇਸ਼ਨ ਕਰੋ। ਆਪਣੀ ਏਸ਼ੀਅਨ ਕਮਿਊਨਿਟੀ ਦੇ ਵਿੱਚ ਇਹ ਬਹੁਤ ਰਵਾਇਤ ਘੱਟ ਸੀਗੀ ਕਿ ਸਾਨੂੰ ਆਪਣੇ ਅੰਗ ਦਾਨ ਦੇਣੇ ਚਾਹੀਦੇ ਆ, ਜਿਹਦੇ ਨਾਲ 20 ਸਾਲ ਪਹਿਲਾਂ ਤਾਂ ਉਹਦਾ ਅਸਰ ਪਿਛਲੇ 5-6 ਸਾਲਾਂ ਦੇ ਵਿੱਚ ਪਿਆ। ਗੌਰਮੈਂਟਾਂ ਨੂੰ ਇਹ ਸੋਚਣਾ ਪਿਆ ਕਿ ਕਿਸ ਤਰ੍ਹਾਂ ਕੀਤਾ ਜਾਵੇ ਤੇ ਉਹਦੇ ਰਿਜ਼ਲਟਸ ਹੁਣ ਆਉਣ ਲੱਗੇ ਨੇ। ਤੇ ਦੋਸਤੋ ਅਸੀਂ ਇਹ ਕਹਿੰਦੇ ਆ ਕਿ ਚਲੋ ਆਪਣੇ ਗੱਲਾਂ ਤੇ ਮਸਲੇ ਹੋਰ ਆ ਜਾਂਦੇ ਨੇ। ਆਪਣੇ ਜਿਹੜਾ ਇੱਕ ਹੋਰ ਮਸਲਾ ਹੈਗਾ ਕਿ ਜਿਹੜਾ ਇਜ਼ਰਾਈਲ ਤੇ ਫਿਲਸਤੀਨ ਆਪਸ ਦੇ ਵਿੱਚ ਲੜਦੇ ਪਏ ਨੇ। ਇਜ਼ਰਾਈਲ ਜਿਹੜਾ 1947 ਤੋਂ ਪਹਿਲਾਂ ਦੁਨੀਆ ਦੇ ਨਕਸ਼ੇ ਤੇ ਨਹੀਂ ਸੀਗਾ ਤੇ 1948 ਦੇ ਵਿੱਚ ਇਹ ਯੂਐਨਓ ਦੇ ਹਿਸਾਬ ਨਾਲ ਮਿਲ ਕੇ ਇਹਨਾਂ ਨੇ ਇੱਕ ਬਣਾਇਆ। ਅਮਰੀਕਾ ਦੀ ਕਾਰਡ ਸੀਗੀ, ਅਮਰੀਕਾ ਦੀ ਕਾਰਡ ਸੀ ਤੇ ਉਹਨਾਂ ਨੇ ਕਿਉਂਕਿ ਉੱਥੇ ਜਿਹੜਾ ਅਰਬ ਨਾਲ ਆ ਜਿੱਥੇ ਤੇਲ ਦੀ ਅੱਜ ਤੱਕ ਕਾਫੀ ਗੱਲ ਹੋਰ ਹੋਈ ਹੈ ਨਾ, ਉਦੋਂ ਇਹਨਾਂ ਨੇ ਉਸ ਤੇ ਇਜ਼ਰਾਈਲ ਨੂੰ ਬਣਾਇਆ। ਉਹਦੀ ਹਾਂਜੀ ਹਾਂਜੀ ਤੁਹਾਡਾ ਸ਼ੁਭ ਨਾਮ ਜੀ? ਮੇਰਾ ਨਾਮ ਹਰੀਸ਼ ਆ, ਹਰੀਸ਼ ਮਲਹੋਤਰਾ। ਹਰੀਸ਼ ਜੀ, ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਆਉਣ ਦੇ ਲਈ, ਧੰਨਵਾਦ ਤੁਹਾਡਾ ਬਹੁਤ ਬਹੁਤ। ਤੇ ਮੇਰੇ ਵੱਲੋਂ ਆਪਣੇ ਭਗਵਾਨ ਜੀ ਤੁਹਾਨੂੰ ਵੀ ਤੇ ਆਪਣੇ ਕਮਲ ਭਰਾ ਨੂੰ ਵੀ ਦੋਨਾਂ ਨੂੰ ਬਹੁਤ ਬਹੁਤ ਵਧਾਈ ਲੈ। ਤੁਸੀਂ ਬੜੇ ਵਧੀਆ ਮੁੱਦੇ ਲੈ ਕੇ ਆਏ ਤੇ ਗੱਲ ਕਰ ਰਹੇ ਹੈਗੇ ਆ। ਮੈਂ ਸਿਰਫ ਜਿਹੜੀ ਹੈਗੀ ਹੈ ਗੱਲ ਜਿਹੜੀ ਡੋਨੇਸ਼ਨ ਦੀ ਗੱਲ ਕਰਦੇ ਆਪਾਂ, ਆਰਗਨ ਡੋਨੇਸ਼ਨ ਦੀ, ਹਾਂਜੀ ਥੋੜੀ ਜਿਹੀ ਗੱਲ ਕਰਨੀ ਚਾਹੁੰਦਾ। ਹਾਂਜੀ, ਇੱਕ ਤਾਂ ਇਹ ਹੈ ਵੀ ਆਪਣੇ ਮੁਲਕ ਵਿੱਚ ਤਾਂ ਉੱਥੇ ਤਾਂ ਜਿਹੜੀਆਂ ਕਿਡਨੀਜ਼ ਵੀ, ਲਿਵਰ ਵੀ ਤੇ ਹੋਰ ਵੀ ਜਿਹੜੇ ਸਾਡੇ ਬੋਡੀ ਦੇ ਅੰਗ ਹੈਗੇ, ਬਹੁਤ ਸਾਰੀਆਂ ਆਪਾਂ ਨੂੰ ਖਬਰਾਂ ਮਿਲਦੀਆਂ ਰਹਿੰਦੀਆਂ ਵੀ ਚੋਰੀ ਵੀ ਹੁੰਦੇ ਆ ਤੇ ਲੋਕਾਂ ਨੂੰ ਵੇਚਦੇ ਵੀ ਹੈ। ਜਿਸ ਤਰ੍ਹਾਂ ਤੁਸੀਂ ਗੱਲ ਇਹ ਕੀਤੀ ਹੈਗੀ ਆ ਤੇ ਉੱਥੇ ਦਲਾਲ ਵੀ ਤੇ ਯਾਨੀ ਕਿਹੜਾ ਹੈਗਾ ਹੋਰ ਕਈ ਕੁਛ ਚੱਲਦਾ ਤੇ ਉੱਥੇ ਲੱਗਦਾ ਡਰ ਵੀ ਜਿਹੜਾ ਬੰਦਾ ਜੇ ਕਦੀ ਕਿ ਉੱਥੇ ਬਿਮਾਰ ਹੋ ਜਾਵੇ। ਇੱਥੇ ਵੀ ਆਪਾਂ ਨੂੰ ਪਤਾ ਹੈਗਾ, ਉਹਦੇ ਬਾਰੇ ਕਈ ਪ੍ਰੋਗਰਾਮ ਵੀ ਕੀਤੇ ਸੀ। 13 ਸਾਲ ਦੀ ਬੱਚੀ ਦਾ ਪੇਟ ਦਰਦ ਹੋਇਆ ਸੀ ਤੇ ਪਟਿਆਲੇ ਯਾਨੀ ਕਿ ਉਹਦੇ ਜਿਹੜੇ ਸੀਗੇ ਅੰਗ ਕੱਢ ਲਏ ਸੀਗੇ ਵਿੱਚ ਉਹਨਾਂ ਨੇ। ਤੇ ਉੱਥੇ ਤਾਂ ਯਾਨੀ ਕਿ ਜਿਹੜਾ ਹੈਗਾ ਜਿਸ ਤੱਕ ਮੋਰਲਸ ਤੇ ਐਥਿਕਸ ਦੀ ਗੱਲ ਹੈ, ਜਿਨ੍ਹਾਂ ਨੂੰ ਆਪਾਂ ਕਦਰਾਂ ਕੀਮਤਾਂ ਕਹਿੰਦੇ ਆ, ਉਹ ਤਾਂ ਬੁਰੀ ਤਰ੍ਹਾਂ ਉਹਨਾਂ ਗੱਲਾਂ ਦਾ ਦਿਵਾਲਾ ਯਾਨੀ ਕਿ ਨਿਕਲ ਚੁੱਕਾ ਹੈਗਾ। ਪਿੰਡ ਖਾਲੀ ਕਰਤਾ ਜੀ ਉਹਨਾਂ ਨੇ, ਪਿੰਡ ਖਾਲੀ ਕਰਤਾ। ਬਿਲਕੁਲ ਜੀ, ਇਹ ਤਾਂ ਭਗਵਾਨ ਜੀ ਇਸ ਗੱਲ ਦਾ ਤਾਂ ਚਲੋ ਪਤਾ ਲੱਗ ਗਿਆ ਉਹਨਾਂ ਲਈ ਵੀ ਹੋਰ ਖਰੇ ਕਿੰਨੇ ਕੁ ਬੰਦੇ ਜਿਹੜੇ ਗਰੀਬ ਵਿਚਾਰੇ ਬੰਦੇ ਹੈ ਜਿਨ੍ਹਾਂ ਦਾ ਬਿਲਕੁਲ ਹੀ ਉਹਨਾਂ ਨੇ ਸਤਿਆਨਾਸ਼ ਕਰਤਾ ਤੇ ਉਹਨਾਂ ਦੇ ਪਰਿਵਾਰਾਂ ਦੇ ਪਰਿਵਾਰ ਖੇਰੂ ਹੋ ਗਿਆ ਹੈ। ਤੇ ਉਹਨਾਂ ਲੋਕਾਂ ਵਿੱਚ ਨਾ ਕੋਈ ਦਰਦ ਨਾ ਦੀ ਜਿਹੜੀ ਹੈਗੀ ਆ ਕੋਈ ਗੱਲ ਹੈਗੀ ਆ ਤੇ ਨਾ ਹੀ ਕੋਈ ਯਾਨੀ ਕਿਹੜਾ ਹੈਗਾ ਕਿਸੇ ਨੂੰ ਯਾਨੀ ਕਿ ਜਿਹੜਾ ਦਇਆ ਭਾਵਨਾ ਦੀ ਹੈ ਨਾ ਉਹਨਾਂ ਵਿੱਚ ਜਾਂ ਇਨਸਾਨੀਅਤ ਵਾਲੀ ਗੱਲ ਉਹਨਾਂ ਵਿੱਚ ਕੋਈ ਕੁਛ ਨਹੀਂ ਹੈ। ਚਾਹੇ ਬਿਲਕੁਲ ਸਹੀ ਗੱਲ ਹੈ, ਮਰਜ਼ੀ ਆਪਣੇ ਆਪ ਨੂੰ ਆਡੰਬਰ ਕਰ ਦੇਣਾ ਵੀ ਅਸੀਂ ਆਹ ਧਾਰਮਿਕ ਤੇ ਉਹ ਧਾਰਮਿਕ ਹੈ। ਇੱਥੇ ਦੀ ਯਾਨੀ ਕਿਹੜੀ ਗੱਲ ਹੈ, ਇੱਕ ਤਾਂ ਇਸ ਮੁਲਕ ਨੇ ਜਿਹੜਾ ਹੈਗਾ ਇਹ ਕਾਨੂੰਨ ਵੀ ਹੁਣ ਬਣਾਤਾ ਹੈਗਾ ਅਨਟਿਲ ਐਂਡ ਅਨਲੈਸ ਤੁਸੀਂ ਜੇ ਆਪਣੇ ਉਹਨਾਂ ਨੂੰ ਨਹੀਂ ਕਹਿੰਦੇ ਹੈਗੇ ਸਾਨੂੰ ਸਾਡੀਆਂ ਕਿਡਨੀ ਜਿਹੜੀਆਂ ਜਾਂ ਸਾਡੇ ਆਰਗਨ ਜਿਹੜੇ ਹੈਗੇ ਆ ਉਹ ਸਾਡੇ ਨਹੀਂ ਲੈਣੇ ਹੈਗੇ, ਅਦਰਵਾਈਜ਼ ਦੇ ਵਿਲ ਆਟੋਮੈਟਿਕਲੀ ਟੇਕ ਦੈਮ। ਹਾਂਜੀ ਹਾਂਜੀ, ਇੱਕ ਤਾਂ ਇਹ ਯਾਨੀ ਕਿਹੜੀ ਬਹੁਤ ਆਪਾਂ ਬਹੁਤ ਸਾਲਾਂ ਤੋਂ ਜਿਹੜੀ ਹੈ ਕੈਂਪੇਨ ਪਤਾ ਹੀ ਹੈ ਤੁਹਾਨੂੰ ਲਵੇ ਆਪਾਂ ਕਰ ਰਹੇ ਹਾਂ। ਤੁਸੀਂ ਬਿਲਕੁਲ ਤੁਸੀਂ ਉਸ ਦੇ ਵਿੱਚ ਬਰਾਬਰ ਦੇ ਹਿੱਸੇਦਾਰ ਬਣ ਕੇ ਚੱਲਦੇ ਰਹੇ ਸਾਥੀ ਆ, ਉਹਨਾਂ ਨੇ ਇਹਦੇ ਵਿੱਚ ਬਹੁਤ ਸਾਰਾ ਹਿੱਸਾ ਪਾਇਆ ਹੈਗਾ। ਤੇ ਜਿਹੜੇ ਯਾਨੀ ਕਿ ਮੈਂ ਸਮਝ ਲਿਆ ਵੀ ਜਿਹੜੇ ਸਾਡੇ ਧਾਰਮਿਕ ਅਦਾਰੇ ਹੈ, ਕਿਉਂਕਿ ਸਾਡੇ ਲੋਕੀ ਬਹੁਤ ਜ਼ਿਆਦਾ ਧਾਰਮਿਕ ਹੈਗੇ ਆ, ਚਾਹੇ ਉਹ ਹਿੰਦੂ ਧਰਮ ਨੂੰ ਬਿਲੋਂਗ ਕਰਦੇ, ਚਾਹੇ ਸਿੱਖ ਧਰਮ ਨੂੰ ਤੇ ਚਾਹੇ ਮੁਸਲਿਮ ਜਾਂ ਕ੍ਰਿਸਚੀਅਨ ਜਿਹੜੇ ਵੀ ਧਰਮ ਨੂੰ ਬਿਲੋਂਗ ਕਰਦੇ ਜਾਂ ਬੁੱਧਿਸਟ ਹੈਗਾ, ਇੱਕ ਤਾਂ ਉਹਨਾਂ ਦਾ ਵੀ ਇਹ ਫਰਜ਼ ਬਣਦਾ ਹੈਗਾ ਵੀ ਇਨਸਾਨੀ ਜਾਨ ਨੂੰ ਜਿਹੜਾ ਬਚਾਉਣਾ ਹੈਗਾ, ਇਹਦੇ ਨਾਲੋਂ ਵੱਡਾ ਹੋਰ ਕੋਈ ਪਰਪਕਾਰ ਤੇ ਇਦੋਂ ਵਧੀਆ ਯਾਨੀ ਕਿ ਕੋਈ ਵੀ ਐਕਟ ਨਹੀਂ ਹੋ ਸਕਦਾ। ਇੱਕ ਤਾਂ ਇਹ ਜਿਹੜੀ ਗੱਲ ਉਹਨਾਂ ਦੇ ਦਿਮਾਗਾਂ ਵਿੱਚ ਇਹਨਾਂ ਨੂੰ ਸਮਾਂ ਤੇ ਪਾਉਣੀ ਚਾਹੀਦੀ ਹੈ। ਦੂਸਰੀ ਯਾਨੀ ਕਿ ਗੱਲ ਇਹ ਹੈ ਵੀ ਜਿਹੜੇ ਸਿਰਫ ਇੱਕੋ ਹੀ ਆਰਗਨ ਨਹੀਂ ਹੈ, ਯਾਨੀ ਕਿ ਸਾਡੀਆਂ 12-13 ਯਾਨੀ ਕਿਹੜੀਆਂ ਬੋਡੀ ਦੇ ਅੰਗ ਹੈਗੇ ਜਿਹੜੇ ਕਿ ਹੋਰ ਦੇ ਕੰਮ ਆ ਸਕਦੇ ਆ। ਵੀ ਕਿਸੇ ਨੂੰ ਜੀਵਨ ਦਾਨ ਯਾਨੀ ਕਿ ਕਰਨਾ, ਇਹਦੇ ਨਾਲੋਂ ਮੈਂ ਸਮਝ ਲਿਆ ਵੀ ਕੋਈ ਵੱਡੀ ਹੋਰ ਕੋਈ ਵੀ ਜਿਹੜੀ ਹੈਗੀ ਵਧੀਆ ਗੱਲ ਨਹੀਂ ਹੋ ਸਕਦੀ ਕਿ ਇਦੋਂ ਵੱਡਾ ਹੋਰ ਕੋਈ ਪਰਪਕਾਰ ਨਹੀਂ ਹੋ ਸਕਦਾ। ਤੁਸੀਂ ਕਿਸੇ ਨੂੰ ਜੀਵਨ ਦੇ ਰਹੇ ਹੈਗੇ ਆ, ਜਿਹੜੀਆਂ ਸਾਡੀਆਂ ਅੱਖਾਂ ਹੈਗੀਆਂ ਤੁਸੀਂ ਉਹ ਅੱਖਾਂ ਨਾਲ ਦੇਖ ਸਕਦਾ ਹੈਗਾ ਬੰਦਾ। ਜੇ ਤੁਹਾਡਾ ਦਿਲ ਕਿਸੇ ਨੂੰ ਜਾਂਦਾ ਹੈਗਾ ਤੇ ਤੁਹਾਡਾ ਦਿਲ ਯਾਨੀ ਕਿਹੜਾ ਹੈਗਾ ਉਹਦੇ ਵਿੱਚ ਧੜਕਦਾ ਹੈਗਾ, ਯਾਨੀ ਕਿ ਜਾਂ ਸਾਡੀ ਸਕਿਨ ਜਿਹੜੀ ਹੈਗੀ ਉਹ ਵੀ ਯੂਜ਼ ਹੁੰਦੀ ਹੈਗੀ ਆ, ਕਿਡਨੀਜ਼ ਹੁੰਦੀਆਂ, ਲਿਵਰ ਹੁੰਦਾ ਹੈਗਾ, ਦੇਰ ਆਰ ਨੰਬਰ ਆਫ ਆਰਗਨਸ, ਹੱਡੀਆਂ ਸਭ ਕੁਝ ਯੂਜ਼ ਹੋ ਰਿਹਾ। ਹਾਂਜੀ ਹਾਂਜੀ, ਇਹ ਤੋਂ ਮੈਂ ਸਮਝਦਾ ਵੀ ਇਹਦੇ ਆਪਾਂ ਇਸ ਪ੍ਰੋਗਰਾਮ ਦੇ ਥਰੂ ਯਾਨੀ ਕਿ ਇਹ ਸੰਦੇਸ਼ ਵੀ ਜਿਹੜਾ ਲੋਕਾਂ ਨੂੰ ਦੇਣਾ ਚਾਹੁੰਦੇ ਲੈ ਵੀ ਸਾਨੂੰ ਵੱਧ ਤੋਂ ਵੱਧ ਯਾਨੀ ਕਿ ਉਹ ਸਾਈਨ ਅਪ ਕਰਨਾ ਚਾਹੀਦਾ ਵੀ ਸਾਨੂੰ ਹਾਂ ਕਹਿਣਾ ਚਾਹੀਦਾ, ਕਿਉਂਕਿ ਅਦਰਵਾਈਜ਼ ਜਿਹੜੀਆਂ ਮੁਕਤੀ ਦੀਆਂ ਗੱਲਾਂ ਹਨ ਲੈ ਵੀ ਉਦੋਂ ਬਾਅਦ ਜੀ ਮੇਰਾ ਤਾਂ ਮੁਕਤੀ ਨਹੀਂ ਹੋਣੀ ਹੈਗੀ ਜਾਂ ਜੀ ਉੱਥੇ ਉਹ ਧਰਮ ਰਾਜ ਨਹੀਂ ਆਉਣਾ ਹੈਗਾ, ਉਹ ਨਾ ਕਿਸੇ ਨੇ ਦੇਖਿਆ ਹੈਗਾ, ਉਹ ਲੋਕਾਂ ਨੂੰ ਭਰਮ ਜਾਲ ਵਿੱਚ ਪਾਇਆ ਹੈਗਾ, ਗਧੀ ਗੇੜ ਵਿੱਚ ਲੋਕਾਂ ਨੂੰ ਪਾਇਆ। ਇਹੋ ਜਿਹਾ ਕੋਈ ਹਜੇ ਤੱਕ ਸਾਇੰਸਦਾਨਾਂ ਨੇ ਸਾਰਾ ਬ੍ਰਹਿਮੰਡ ਜਿਹੜਾ ਹੈਗਾ ਫੋਲ ਕੇ ਰੱਖਤਾ, ਉਹਨਾਂ ਨੂੰ ਕਿਤੇ ਧਰਮ ਰਾਜ ਨਹੀਂ ਲੱਭਾ ਤੇ ਨਾ ਹੀ ਉਹਨਾਂ ਨੂੰ ਕਿਤੇ ਕੋਈ ਸਵਰਗ ਦਾ ਦਰਵਾਜ਼ਾ ਅਜੇ ਤੱਕ ਦਿਸਿਆ ਹੈਗਾ। ਸੋ ਇਹਨਾਂ ਗੱਲਾਂ ਨੂੰ ਜਿਹੜਾ ਹੈਗਾ ਮੈਂ ਸਮਝਦਾ ਲੋਕਾਂ ਨੂੰ ਹੁਣ ਸਮਝਣ ਦੀ ਗੱਲ ਹੈਗੀ ਆ ਵੀ ਤੁਸੀਂ ਕਿਸੇ ਦਾ ਜੀਵਨ ਜੇ ਬਚਾਉਣੇ ਹੈਗੇ ਆ ਤੇ ਉਦੋਂ ਵਧੀਆ ਗੱਲ ਹੋਰ ਕੋਈ ਨਹੀਂ। ਇੱਥੇ ਏਸ਼ੀਅਨ ਲੋਕਾਂ ਵਿੱਚ
ਜਿਹੜੀ ਹੈਗੀ 13 ਗੁਣਾ ਯਾਨੀ ਕਿ ਘਾਟ ਹੈ, ਜਿਹੜੇ ਯਾਨੀ ਕਿ ਲੋਕਾਂ ਨੂੰ ਬਹੁਤ ਸਾਰੇ ਲੋਕ ਏਸ਼ੀਅਨਾਂ ਦੇ ਵਿੱਚ 13 ਬਿਲਕੁਲ ਜਿਹੜੀ ਯਾਨੀ ਕਿ ਉਹਨਾਂ ਨੂੰ ਵੇਟ ਕਰਦੇ ਹੋ ਗਿਆ ਹੈਗੇ ਆ। ਤੇ ਅਸੀਂ ਯਾਨੀ ਜਿਹੜਾ ਹੈਗਾ ਜੀ ਇਧਰਲੇ ਪਾਸੇ ਨਹੀਂ ਧਿਆਨ ਦਿੱਤਾ ਤੇ ਫਿਰ ਕਿਉਂਕਿ ਜਿਹੜੀ ਸਾਡੀ ਜੈਨੇਟਿਕ ਹੈਗਾ ਉਹਨੂੰ ਮੈਚ ਅਪ ਉਹ ਕਰਦੇ ਹੈਗੇ ਤੇ ਏਸ਼ੀਅਨ ਲੋਕਾਂ ਨੂੰ ਏਸ਼ੀਅਨ ਜਿਹੜੇ ਅੰਗ ਹੈਗੇ ਉਹ ਕੰਪੈਰੀਟਿਵਲੀ ਛੇਤੀ ਫਿਟ ਆ ਜਾਂਦੇ ਆ, ਛੇਤੀ ਸੂਟ ਕਰ ਜਾਂਦੇ ਇਸ ਕਰਕੇ ਉਹ ਤੁਹਾਡੇ ਵੈਸੇ ਨਹੀਂ ਲੈਂਦੇ ਹੈਗੇ ਅੰਗ, ਯਾਨੀ ਕਿ ਜਿਹੜਾ ਅੰਗ ਉਹਨਾਂ ਨੂੰ ਲੱਗਦਾ ਹੈਗਾ ਲੈ ਵੀ ਜਿਹੜੀ ਆਰਗਨ ਹੈਗੀ ਉਹ ਠੀਕ ਨਹੀਂ ਹੈ ਤੇ ਉਹਨੂੰ ਇਹ ਨਹੀਂ ਐਕਸੈਪਟ ਕਰਦੇ ਹੈਗੇ ਤੇ ਨਾ ਹੀ ਤੁਹਾਡਾ ਉਹ ਕੱਢਣਗੇ। ਧੰਨਵਾਦ ਤੁਹਾਡਾ ਆਪਣੇ ਹਰੀਸ਼ ਜੀ, ਮੈਨੂੰ ਸੌਰੀ ਆ ਥੋੜਾ ਸ਼ਰੀਸ਼ ਜੀ ਬਹੁਤ ਮਿਹਰਬਾਨੀ ਤੁਹਾਡੀ, ਬਹੁਤ ਬਹੁਤ ਥੈਂਕ ਯੂ, ਬਹੁਤ ਮਿਹਰਬਾਨੀ, ਥੈਂਕ ਯੂ। ਹਾਂਜੀ ਮਿਹਰਬਾਨੀ ਦੋਸਤੋ। ਇਹ ਹਰੀਸ਼ ਮਲਹੋਤਰਾ ਜੀ ਸੀ ਜਿਹੜੇ ਅਸਲ ਦੇ ਵਿੱਚ ਜਿਹੜਾ ਇੱਕ ਬਹੁਤ ਵੱਡਾ ਹਿੱਸਾ ਜਿਹੜਾ ਤਰਕਸ਼ੀਲ ਸੁਸਾਇਟੀ ਨੇ ਨਿਭਾਇਆ ਜਿਹੜੇ ਆਰਗਨ ਡੋਨੇਸ਼ਨ ਦੇ ਜਿਹੜੇ ਕਾਨੂੰਨ ਬਣਾਉਣ ਦੇ ਵਿੱਚ ਇੱਥੇ ਉਹਦਾ ਇੱਕ ਵੱਡਾ ਇਹਨਾਂ ਨੇ ਬਹੁਤ ਵੱਡਾ ਤਰਕਸ਼ੀਲ ਸੁਸਾਇਟੀ ਨੇ ਇੱਥੇ ਪਾਰਟ ਨਿਭਾਇਆ। ਦੋਸਤੋ ਆਪਾਂ ਗੱਲ ਕਰ ਲੈਂਦੇ ਸੀ ਕਿ ਇਜ਼ਰਾਈਲ ਤੇ ਉਹਨਾਂ ਦੀ ਆਪਸ ਵਿੱਚ ਲੜਾਈ ਚੱਲਦੀ, ਗੋਲੇ ਮਾਰੇ ਜਾ ਰਹੇ ਆ। ਜਿਹੜਾ ਇਜ਼ਰਾਈਲ ਆ ਉਹ 1948 ਦੇ ਵਿੱਚ ਲਗਭਗ ਆਇਆ ਸੀਗਾ। ਹਾਂਜੀ ਤੁਹਾਡਾ ਸ਼ੁਭ ਨਾਮ ਜੀ? ਹੈਲੋ ਸਤਿ ਸ਼੍ਰੀ ਅਕਾਲ ਜੀ, ਜੈ ਗੁਰਦੇਵ ਜੀ। ਜੈ ਗੁਰਦੇਵ ਜੀ, ਜੈ ਗੁਰਦੇਵ ਮਹਾਰਾਜ। ਮੈਂ ਬਲਰਾਜ ਸਿੰਘ ਬੋਲਦਾ ਜੀ ਲੈਸਟਰ ਤੋਂ। ਹਾਂਜੀ ਬਲਰਾਜ ਜੀ ਮਿਹਰਬਾਨੀ। ਭਾਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਵੀ ਕਰਦਾ ਕਿਉਂਕਿ ਤੁਸੀਂ ਦੋਨੇ ਵੀਰਾਂ ਨੇ ਬਹੁਤ ਸੋਹਣੇ ਮੁੱਦੇ ਲੈ ਕੇ ਆਏ ਹੋ ਔਰ ਬਹੁਤ ਜ਼ਰੂਰੀ ਜਿਹੜੀਆਂ ਗੱਲਾਂ ਨੇ ਉਹਨਾਂ ਨੂੰ ਸੰਗਤਾਂ ਦੇ ਸਾਹਮਣੇ ਰੱਖ ਰਹੇ ਹੋ। ਮਿਹਰਬਾਨੀ। ਟੈਲੀਵਿਜ਼ਨ ਲਾਇਆ ਮੈਂ ਦੇਖਿਆ ਔਰ ਅੱਜ ਵੀ ਤੁਸੀਂ ਬਚਨ ਕੀਤਾ ਨਾ ਕਿ ਜਿਹੜਾ ਆਰਗਨ ਡੋਨੇਟ ਦਾ ਬਹੁਤ ਵੱਡੀ ਇੱਕ ਸੇਵਾ ਹੈ, ਮਾਨਵਤਾ ਦੀ ਸੇਵਾ, ਮਨੁੱਖਤਾ ਦੀ ਸੇਵਾ ਆ। ਬਿਲਕੁਲ ਜੀ, ਇਹ ਸਾਡਾ ਸਾਰਿਆਂ ਦਾ ਫਰਜ਼ ਬਣਦਾ ਕਿ ਆਪਾਂ ਜ਼ਰੂਰ ਇਸ ਗੱਲ ਵੱਲ ਧਿਆਨ ਦਈਏ ਕਿਉਂਕਿ ਜਦੋਂ ਵੀਰ ਜੀ ਆਏ ਸੀ ਉਹਨਾਂ ਨੇ ਇੱਕ ਗੱਲ ਕੀਤੀ, ਕਹਿਣ ਲੱਗੇ ਵੀ ਨਰਕ ਦੇ ਸਵਰਗ ਨੇ ਦੇਖਿਆ। ਇਹ ਵਾਕਿਆ ਸਹੀ ਗੱਲ ਹੈ ਉਹਨਾਂ ਦੀ। ਜਿਹੜੀ ਨਰਕ ਤੇ ਸਵਰਗ ਦੀ ਗੱਲ ਹੈ ਨਾ ਉਹ ਬਸ ਹੁਣ ਕਿਹਨੇ ਆਣ ਕੇ ਸਾਨੂੰ ਦੱਸਿਆ ਵੀ ਮੈਂ ਸਵਰਗ 'ਚ ਬੈਠਾ ਤੇ ਮੈਂ ਨਰਕ 'ਚ ਬੈਠਾ, ਕੋਈ ਨਹੀਂ ਆਣ ਕੇ ਦੱਸਦਾ। ਨਰਕ ਤੇ ਸਵਰਗ ਇੱਥੇ ਹੈ, ਤੁਹਾਡੀ ਕਰਨੀ ਹੈ ਜਿਹੋ ਜਿਹੀ ਤੁਸੀਂ ਕਰਨੀ ਕਰਦੇ ਹੋ। ਜਿਹੜੇ ਤੁਹਾਡੇ ਕਰਮ ਆ ਨਾ ਉਹਦੇ ਮੁਤਾਬਕ ਤੁਹਾਡਾ ਜੀਵਨ ਹੁੰਦਾ ਆ। ਬਿਲਕੁਲ। ਸੋ ਇਸ ਕਰਕੇ ਸਾਨੂੰ ਧਰਮ ਗ੍ਰੰਥਾਂ ਦੀ ਆਪਾਂ ਜੇ ਗੱਲ ਕਰੀਏ ਤਾਂ ਉਹਨਾਂ ਨੇ ਵੀ ਸਾਨੂੰ ਇਹੀ ਕਿਹਾ। ਇੱਕ ਸਮਾਂ ਉਹ ਵੀ ਸੀ ਜਦੋਂ ਕਹਿੰਦੇ ਜੀ ਮੈਂ ਬ੍ਰਾਹਮਣ ਆ ਤੇ ਆ ਫਲਾਣਾ ਆ ਤੇ ਬਾਬਾ ਕਬੀਰ ਜੀ ਕਹਿਣ ਲੱਗੇ, ਕਹਿੰਦੇ ਭਾਈ ਤੁਮ ਕਤ ਬ੍ਰਾਹਮਣ ਹਮ ਕਤ ਸੂਦ ਤੁਮ ਕਤ ਲੋਹੂ ਹਮ ਕਤ ਦੂਧ। ਬਿਲਕੁਲ। ਮਨੁੱਖਤਾ ਦੇ ਅੰਦਰ ਤਾਂ ਦੇਖੋ ਨਾ ਏਕਤਾ ਦੀ ਭਾਵਨਾ ਵੀ ਆ ਸਾਡੇ ਅੰਦਰ, ਇਹ ਬਹੁਤ ਵੱਡੀ ਇੱਕ ਦੇਣ ਹੈ। ਸੋ ਕਾਸ਼ੀ ਟੀਵੀ ਦਾ ਵੀ ਔਰ ਤੁਹਾਡਾ ਵੀ ਧੰਨਵਾਦ ਕਰਦਾ ਜਿਹੜਾ ਤੁਸੀਂ ਬਹੁਤ ਸੋਹਣਾ ਇੱਕ ਮੈਸੇਜ ਲੋਕਾਂ ਤੱਕ ਪਹੁੰਚਾ ਰਹੇ ਹੋ ਔਰ ਸਾਡਾ ਫਰਜ਼ ਬਣਦਾ ਕਿ ਅਸੀਂ ਇਸ ਗੱਲ ਦੇ ਉੱਤੇ ਅਮਲ ਵੀ ਕਰੀਏ। ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਔਰ ਅਸੀਂ ਸਾਰੇ ਰਲ ਕੇ ਇਸ ਚੀਜ਼ ਨੂੰ ਜੇ ਸਮਝੀਏ ਤੇ ਮਾਨਵਤਾ ਦਾ ਭਲਾ ਹੋ ਸਕਦਾ ਆ। ਔਰ ਧੰਨਵਾਦ ਤੁਹਾਡਾ ਫਿਰ ਤੁਹਾਡਾ ਬਹੁਤ ਬਲਰਾਜ ਜੀ, ਥੈਂਕ ਯੂ ਤੁਹਾਡਾ ਬਹੁਤ ਸਾਡੀ ਸੋਚ ਨੂੰ ਮਦਦ ਕਰਨ ਦਾ ਬਹੁਤ ਬਹੁਤ ਮਿਹਰਬਾਨੀ। ਤੇ ਉਹ ਗੱਲ ਮੈਂ ਹੁਣ ਐਤਕੀ ਉਹ ਗੱਲ ਪੂਰੀ ਕਰੂੰਗਾ ਤੇ ਉਸ ਤੋਂ ਮੈਂ ਰੁਕਾਲ ਲਊਂਗਾ ਕਿ ਇਜ਼ਰਾਈਲ ਤੇ ਉਹਨਾਂ ਦੀ ਜਿਹੜੀ ਲੜਾਈ ਆ ਉਹਦੇ ਵਿੱਚ 250 ਦੇ ਕਰੀਬ ਹੁਣ ਲਗਭਗ ਹੋ ਚੁੱਕੇ ਨੇ ਬੰਦੇ ਆਪਣੇ ਫਲਸਤੀਨੀ ਮਰ ਚੁੱਕੇ ਆ ਤੇ ਉਹਨਾਂ ਦੇ 30 ਦੇ ਚੱਕਰ ਉਹਨਾਂ ਦੇ ਹੈਗੇ ਨੇ। ਇਹ ਇੱਕ ਲੜਾਈ ਇੱਕ ਛੋਟੇ ਤੇ ਵੱਡੀ ਦੀ ਲੜਾਈ ਆ ਜਿਹੜੀ ਕਿ ਇੱਕ ਬਹੁਤ ਹੀ ਨਜਾਇਜ਼ ਜਿਹੜਾ ਫਿਲਸਤੀਨ ਮੁਲਕ ਸੀਗਾ, ਇਜ਼ਰਾਈਲ ਮੁਲਕ ਨਹੀਂ ਸੀਗਾ, ਉਹਨਾਂ ਨੇ ਜਿੱਦਾਂ ਦੱਸਿਆ 1948 ਦੇ ਵਿੱਚ ਲੈ ਕੇ ਬਿਠਾਇਆ। ਤੇ ਅੱਜ ਇਸ ਜਿੱਦਾਂ ਆਪਾਂ ਉਦਾਹਰਨ ਦਈਏ ਨਾ ਵੀ ਆਪਾਂ ਜੇ ਕੋਈ ਸਾਨੂੰ ਆਪਾਂ ਕਿਸੇ ਨੂੰ ਕਹੀਏ, ਕੋਈ ਬੰਦਾ ਕਹੇ ਮੈਨੂੰ ਇੱਥੇ ਪੰਜਾਬ ਦੇ ਵਿੱਚ ਰਹਿਣ ਨੂੰ ਕਹੇ ਵੀ ਮੈਨੂੰ ਤੁਸੀਂ ਲੁਧਿਆਣਾ ਡਿਸਟ੍ਰਿਕਟ ਦੇ ਦਿਓ ਮੈਂ ਇੱਥੇ ਰਹਿਣਾ ਆ, ਤੇ ਆਪਾਂ ਕਹੇ ਨੇ ਚਲੋ ਵੀ ਆ ਕੇ ਰਹਿ ਲਾ, ਚੱਲ ਕੋਈ ਗੱਲ ਨਹੀਂ ਆ ਜਾ। ਤੇ ਉਹ 70 ਸਾਲ ਬਾਅਦ ਅੱਜ 72 ਸਾਲ ਬਾਅਦ ਹਾਲਤ ਇਹ ਆ ਕਿ ਜਿਹੜਾ ਬੰਦਾ ਲੁਧਿਆਣਾ ਡਿਸਟ੍ਰਿਕਟ ਲੈ ਕੇ ਬੈਠਿਆ ਸੀਗਾ ਉਹਨੇ ਬਾਕੀ ਦੇ ਸਾਰੇ ਪੰਜਾਬ 'ਤੇ ਕਬਜ਼ਾ ਕਰ ਲਿਆ ਆ। ਤੇ ਤੁਸੀਂ ਜਿਹੜੇ ਉੱਥੇ ਪੰਜਾਬ ਦੇ ਰਹਿਣ ਵਾਲੇ ਤੁਸੀਂ ਲੁਧਿਆਣੇ ਡਿਸਟ੍ਰਿਕਟ ਜਿੰਨੇ ਥਾਂ 'ਚ ਰਹਿੰਦੇ ਪਏ ਹੋ, ਇਹਨਾਂ ਨੇ ਗਾਜ਼ਾ ਦੇ ਵਿੱਚੋਂ ਸਾਰੇ ਫਲਸਤੀਨੀ ਪੁਸ਼ ਕਰ ਦਿੱਤੇ ਆ, ਇੱਕ ਦੂਜੇ ਪਾਸੇ ਕਰ ਦਿੱਤੇ ਆ। ਉਹ ਵਿਚਾਰਾ ਧੱਕੇ ਮਾਰ ਕੇ ਉਹਨਾਂ ਘਰਾਂ 'ਚੋਂ ਕੱਢਿਆ ਜਾ ਰਿਹਾ। ਉੱਥੇ ਆਪਣੇ ਘਰ ਬਣਾ ਲਏ ਗਏ ਆ ਇਜ਼ਰਾਈਲ ਵੱਲੋਂ ਜਿਹੜੇ ਉੱਥੇ ਦੇ ਬਸਦੇ ਪਏ ਨੇ, ਜਿਹੜਾ ਕਿ ਸਾਰੀ ਦੁਨੀਆ ਇਸ ਦੀ ਨਖੇਦੀ ਕਰਦੀ ਆ ਤੇ ਉਹਨਾਂ ਨੂੰ ਕਹਿੰਦੀ ਵੀ ਆ। ਤੇ ਜਿਹੜਾ ਬਾਈਡਨ ਹੈ ਪ੍ਰੈਜ਼ੀਡੈਂਟ ਆਫ ਇੰਡੀਆ, ਉਹਨੇ ਅਮਰੀਕਾ, ਉਹਨੇ ਕੀ ਕੀਤਾ, ਇਹ ਕਹਿੰਦਾ ਵੀ ਅਸੀਂ ਇਹਨਾਂ ਨੂੰ ਲੜਾਈ ਬੰਦ ਕਰਨੀ ਚਾਹੀਦੀ। ਕੁਲਵੰਤ ਜੀ ਉਹ ਕਹਿੰਦੇ ਨੇ ਨਹੀਂ ਬਿਲਕੁਲ। ਦੇਖੋ ਆਪਾਂ ਭਗਵੰਤ ਜੀ ਥੋੜ੍ਹੀ ਜਿਹੀ ਗੱਲ ਕਰਦੇ ਹਾਂ। ਜੋ ਅਮਰੀਕਾ ਦੀਆਂ ਪਾਲਿਸੀਆਂ ਆਪਾਂ ਪਹਿਲਾਂ ਕਈ ਵਾਰੀ ਕਰ ਹਟੇ ਹਾਂ, ਉਹ ਜਿਹੜੀਆਂ ਫੋਰਨ ਪਾਲਿਸੀਜ਼ ਹੈਗੀਆਂ, ਚਾਹੇ ਇੰਗਲੈਂਡ ਦੀਆਂ ਲਾ ਲਓ ਚਾਹੇ ਹੋਰ ਕੰਟਰੀਆਂ ਦੇ ਲਾ ਲਓ, ਇਹਨਾਂ ਦੀਆਂ ਕਦੀ ਵੀ ਚੇਂਜ ਜਾਂ ਇਹਨਾਂ ਦੇ ਪ੍ਰਾਈਮ ਮਿਨਿਸਟਰ ਚੇਂਜ ਹੋਣ ਜਾਂ ਇਹਨਾਂ ਦੇ ਪ੍ਰੈਜ਼ੀਡੈਂਟ ਚੇਂਜ ਹੋਣ, ਉਹ ਕਦੀ ਨਹੀਂ ਚੇਂਜ ਹੁੰਦੀਆਂ।
ਦੇਖੋ ਜੋ ਬਾਈਡਨ ਪ੍ਰਧਾਨ ਮੰਤਰੀ ਰਾਸ਼ਟਰਪਤੀ ਬਣੇ ਅਮਰੀਕਾ ਦੇ, ਤਾਂ ਇਹ ਜਿਹੜਾ ਪਹਿਲਾ ਇੰਸੀਡੈਂਟ ਇਹ ਹੋ ਗਿਆ ਆ। ਦੇਖੋ ਇਹਨਾਂ ਦੀ ਸਾਰਿਆਂ ਨੂੰ ਆਪਾਂ ਨੂੰ ਪਤਾ ਹੈ ਵੀ ਸਪੋਰਟ ਪਿੱਛੇ ਅਮਰੀਕਾ ਵਰਗੀਆਂ ਕੰਟਰੀਆਂ ਉਹਨੂੰ ਕਰਦੀਆਂ, ਇਜ਼ਰਾਈਲ ਨੂੰ। ਕਿੱਦਾਂ ਉਹਨਾਂ ਨੂੰ ਲਿਆ ਕੇ ਬਿਠਾਇਆ ਗਿਆ ਆ, ਕਿੱਦਾਂ ਇਹ ਤੇਲ ਦੇ ਉੱਤੇ ਕਬਜ਼ਾ ਕਰਨ ਲਈ ਜਾਂ ਤੇਲ ਦੀ ਉਹ ਜਿਹੜੀ ਹੈ ਨਾ ਜਿਹੜੀ ਉਹ ਮਾਰਕੀਟ ਮੰਡੀ ਦੀ ਗੱਲ ਆ ਤੇ ਉਹਦੇ ਉੱਤੇ ਉਹਨੂੰ ਕਬਜ਼ਾ ਕਰਨ ਲਈ ਇਹ ਕਿੱਦਾਂ ਇਹਨਾਂ ਨੂੰ ਲਿਆ ਕੇ ਬਿਠਾ ਕੇ ਤਾਂ ਉਹ ਸਾਰਾ ਕਬਜ਼ਾ ਕੀਤਾ, ਕਿੱਦਾਂ ਉਹਨਾਂ ਦੀ ਕੰਟਰੀ ਖਰਾਬ ਕਰ ਦਿੱਤੀ ਆ। ਅੱਜ ਫਲਸਤੀਨੀਆਂ ਨੂੰ ਦੇਖੋ ਕਿੱਦਾਂ ਉਹ ਚੁਣ ਕੇ ਮਾਰ ਰਹੇ ਆ, ਉਹਨਾਂ ਦੇ ਬੱਚੇ ਬਿਲਕ ਰਹੇ ਆ। ਤੇ ਇੱਥੇ ਉਹ ਪ੍ਰੋਟੈਸਟ ਵੀ ਹੋਏ ਆ, ਇੰਗਲੈਂਡ ਦੇ ਵਿੱਚ ਵੀ ਹੋਇਆ, ਹੋਰਾਂ ਕੰਟਰੀਆਂ ਦੇ ਵਿੱਚ ਵੀ ਹੋਏ ਆ ਵੀ ਇਹ ਮਨੁੱਖਤਾ ਦਾ ਜਿਹੜਾ ਘਾਣ ਆ ਇਹ ਹੋ ਰਿਹਾ ਹੈ ਨਾ। ਪ੍ਰੋਟੈਸਟ ਹੈਗੇ ਨੇ। ਹਾਂਜੀ, ਸੋ ਇਹ ਗੱਲ ਸੀ ਕਿ ਦੇਖੋ ਇਹ ਮੰਦਭਾਗੀ ਘਟਨਾ ਹੈ। ਇੱਕ ਪਾਸੇ ਤਾਂ ਕਰੋਨਾ ਦੇ ਨਾਲ, ਮਹਾਮਾਰੀ ਦੇ ਨਾਲ ਲੋਕ ਮਰ ਰਹੇ ਆ, ਤੇ ਇੱਕ ਪਾਸੇ ਬੰਬ ਸਿੱਟ ਕੇ ਉਹਨਾਂ ਨੂੰ, ਬੱਚਿਆਂ ਨੂੰ ਦੇਖੋ ਕਿੱਦਾਂ ਲੋਕਾਂ ਨੂੰ, ਬਜ਼ੁਰਗਾਂ ਨੂੰ, ਔਰਤਾਂ ਨੂੰ ਮਾਰਿਆ ਜਾ ਰਿਹਾ ਆ। ਜਾਣੀ ਇਹ ਦੂਰੀ ਜਿਹੜੀ ਰਾਜਨੀਤੀ ਆ, ਦੋਗਲਾਪਨ ਆ ਅਮਰੀਕਾ ਦਾ, ਇਹ ਵੀ ਇੱਕ ਕਿਸਮ ਦਾ ਇਹ ਸਾਹਮਣੇ ਸਾਡੇ ਆ ਰਿਹਾ ਆ, ਕਿਉਂਕਿ ਇਹ ਕਰਦੇ ਹੋਰ ਕੁਛ ਆ ਤੇ ਕਹਿੰਦੇ ਕੁਛ ਹੋ ਰਿਹਾ। ਚਾਹੇ ਉਹ UN ਹੋਵੇ, UN ਦੀ ਵੀ ਆਪਾਂ ਗੱਲ ਕਰੀਏ, ਦੇਖੋ ਇਹ ਜਿਹੜੇ ਵੱਡੇ ਮੁਲਕ ਆ, ਜਿਹੜੇ ਤਾਕਤਵਰ ਮੁਲਕ ਆ, ਇਹ ਉਹਨਾਂ ਦੀਆਂ UN ਆ, ਉਹਨਾਂ ਦੇ ਇਹ ਲੋਕ ਆ, ਉਹ ਆਪਣੀ ਗੱਲ ਕਰਦੇ ਆ। ਜਿਹੜੇ ਗਰੀਬ ਆ, ਗਰੀਬ ਹਰ ਵਕਤ ਉਹ ਮਾਰਿਆ ਜਾਂਦਾ। ਬਿਲਕੁਲ ਤੁਹਾਡੀ ਗੱਲ ਵਿੱਚ ਹੈਗਾ ਵੀ 735 ਮਿਲੀਅਨ ਦਾ ਪਰਸੋਂ ਕੇ ਚੌਥੇ ਉਹਨਾਂ ਨੇ ਕੰਟਰੈਕਟ ਕੀਤਾ ਆਰਮਸ ਦਾ, ਇਜ਼ਰਾਈਲ ਨੇ ਤੇ ਅਮਰੀਕਾ ਨੇ। ਇੱਕ ਪਾਸੇ ਹੁਣ ਕਹਿੰਦੇ ਪਏ ਕਿ ਤੁਸੀਂ ਲੜਾਈ ਬੰਦ ਕਰੋ। ਮਤਲਬ ਕਿ ਹਰੇਕ ਗੱਲ ਪਿੱਛੇ ਆਪਾਂ ਤਾਂ ਸੋਚਦੇ ਹਾਂ ਕਈ ਵਾਰ ਵੀ ਕਿਸ ਤਰ੍ਹਾਂ ਸਾਨੂੰ ਸਿਰੇ ਦੇ ਬੁੱਧੂ ਸਮਝ ਆਉਂਦਾ ਲੋਕਾਂ ਨੂੰ। ਉਹ ਆਪਣੇ ਉਹਨਾਂ ਲਈ ਆਰਮਸ ਡੀਲ ਬਹੁਤ ਜ਼ਰੂਰੀ ਨੇ। ਉਹਨਾਂ ਨੂੰ ਇਹ ਗੱਲ ਤੇ ਉਹ ਇਜ਼ਰਾਈਲ ਨੂੰ ਕਦੇ ਮਨਜ਼ੂਰ ਨਹੀਂ ਕਰ ਸਕਦੇ ਰੋਕੇ, ਉਹਨਾਂ ਨੂੰ ਉਹ ਰੋਕ ਸਕਣ। ਕਿਉਂਕਿ ਕਈ ਲੋਕਾਂ ਨੂੰ ਤਾਂ ਇਹ ਪਤਾ ਲੱਗਣਾ ਨਾ, ਲਿੰਕ ਨੇ ਇਹਨਾਂ ਦੇ ਇੰਟਰਸਟ ਸਾਰੇ ਦੇ ਸਾਂਝੇ। ਬਹੁਤ ਸਾਰੇ ਲੋਕਾਂ ਨੇ ਸੋਚਣਾ ਵੀ ਅਮਰੀਕਾ ਨੇ ਹੁਣ ਦਬਕਾ ਮਾਰਿਆ ਤਾਂ ਦੇਖੋ ਹੁਣ ਲੜਾਈ ਬੰਦ ਹੋ ਗਈ, ਪਰ ਕਰਾਉਣ ਵਾਲਾ ਵੀ ਉਹੀ ਹੁੰਦਾ ਹੈ ਨਾ। ਸੋ ਇਦਾਂ ਦੀਆਂ ਗੱਲਾਂ ਆਮ ਲੋਕਾਂ ਨੂੰ ਪਤਾ ਮਸਲੇ ਤਾਂ ਕਈ ਹੈਗੇ ਨੇ। ਤੇ ਇੱਕ ਜਿਹੜਾ ਕਿਸਾਨੀ ਘੋਲ ਬਾਰੇ ਤੁਸੀਂ ਸਾਰੇ ਹੁਣ ਜਾਣਨਾ ਚਾਹੁੰਦੇ ਹੋਵੋਗੇ ਕਿ ਕਿਸਾਨੀ ਘੋਲ ਪੰਜਾਬ ਦੇ ਵਿੱਚ, ਆਪਣੇ ਦਿੱਲੀ ਦੇ ਬਾਰਡਰਾਂ ਤੇ ਪੰਜਾਬ ਦੇ ਵਿੱਚ ਪੂਰੇ ਜ਼ੋਰਾਂ ਤੇ ਆ। ਲੋਕ ਮੁੜ ਕੇ ਜਥੇਬੰਦ ਹੋਏ ਸੀ ਤੇ ਹੁਣ ਕਾਫੀ ਤਗੜੇ ਨੇ ਅੱਗੇ ਨਾਲੋਂ। ਤੇ ਜਿੱਦਾਂ ਕਿ ਆਪਾਂ ਨੂੰ ਪਤਾ ਕਿ ਉਹਨਾਂ ਨੂੰ ਅਗਲੇ ਬੁੱਧਵਾਰ ਨੂੰ 26 ਮਈ ਨੂੰ ਉਹਨਾਂ ਨੂੰ ਬਾਰਡਰਾਂ 'ਤੇ ਬੈਠਿਆਂ ਨੂੰ 6 ਮਹੀਨੇ ਪੂਰੇ ਹੋ ਜਾਣਗੇ। ਤੇ ਉਸ ਦਿਨ ਉਹਨਾਂ ਨੇ ਉਧਰੋਂ ਜਿਹੜੀ ਭਾਜਪਾ ਦੀ ਗੌਰਮੈਂਟ 2014 ਦੇ ਵਿੱਚ ਵੀ ਉਹ 26 ਮਈ ਨੂੰ ਉਹਨਾਂ ਦੀ ਹੋਇਆ ਸੀ। ਤੇ ਉਹਨਾਂ ਨੇ ਸਾਰੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਦੁਨੀਆ ਦੇ ਵਿੱਚ ਉਹ ਜਿਹੜਾ ਕਾਲਾ ਦਿਵਸ ਮਨਾਇਆ ਜਾਵੇ। ਤੇ ਕਿਉਂਕਿ ਜਿਹੜਾ ਉਹਨਾਂ ਨਾਲ ਧੱਕਾ ਹੋ ਰਿਹਾ, ਜਿਹੜੇ ਅਸਲ ਦੇ ਵਿੱਚ ਕੀ ਹੈ, ਜਦੋਂ ਆਪਾਂ ਪੇਪਰ ਪੜ੍ਹਦੇ ਹਾਂ ਕਿ ਕਿਸ ਤਰ੍ਹਾਂ ਪੰਜਾਬ ਦੇ ਕਿਸਾਨਾਂ ਨੇ ਮਜ਼ਦੂਰਾਂ ਨਾਲ ਰਲ ਕੇ ਉੱਥੇ ਆਪਸ ਦੇ ਵਿੱਚ ਜਿਹੜਾ ਉਹਨਾਂ ਦਾ ਲਿੰਕ ਆ ਉਹ ਆਪਾਂ ਨੂੰ ਸਮਝਣ ਦੀ ਲੋੜ ਪਊਗੀ। ਕਿਸ ਤਰ੍ਹਾਂ ਉਹਨਾਂ ਨੇ ਬੁੱਝੇ ਪੱਟ ਕੇ, ਬੇਰੀਆਂ ਪੱਟ ਕੇ, ਮਲੇ ਪੱਟ ਕੇ ਉਹਨਾਂ ਨੇ ਉਹ ਜ਼ਮੀਨਾਂ ਵਾਹੁਣ ਜੋਗੀਆਂ ਕੀਤੀਆਂ ਤੇ ਉਹਦੇ 'ਚੋਂ ਅੱਜ ਕਣਕਾਂ ਪੈਦਾ ਹੋ ਰਹੀਆਂ, ਚੌਲ ਪੈਦਾ ਹੋ ਰਹੇ ਆ। ਤੇ ਜਦੋਂ ਹੁਣ ਅੱਜ ਪੈਦਾ ਹੋਣੇ ਸ਼ੁਰੂ ਕੀਤਾ, ਇਹਨਾਂ ਨੇ ਕਾਰਪੋਰੇਟਸ ਨੇ ਉਹਨਾਂ ਦੀ ਨਜ਼ਰ ਰੱਖ ਲਈ ਆ। ਤੇ ਆਪਾਂ ਨੂੰ ਇਹ ਪਤਾ ਵੀ ਜਿਹੜਾ ਆਪਾਂ ਨੂੰ ਖਾਣ ਨੂੰ ਜਿਹੜਾ ਥੋੜ੍ਹਾ ਬਹੁਤਾ ਮਿਲਦਾ, ਜਿੱਦਾਂ ਕਾਰਪੋਰੇਟ ਦੇ ਥੱਲੇ ਆ ਗਿਆ, ਆਪਾਂ ਇਸ ਤੋਂ ਵੀ ਜਾਵਾਂਗੇ। ਤੇ ਸਾਨੂੰ ਉਸ ਕਿਸਾਨੀ ਘੋਲ ਦੇ ਵਿੱਚ ਜੋ ਹੁੰਦਾ ਉਸ ਧਿਆਨ ਰੱਖਣਾ ਚਾਹੀਦਾ। ਜਿੰਨੀ ਬਣਦੀ ਚੋਣੀ ਸਾਡੀ ਮਦਦ ਕਰਨੀ ਚਾਹੀਦੀ ਆ। ਤੇ ਉਹ ਹਾਂਜੀ, ਉਹ ਜਿੱਦਾਂ ਹੁਣ ਆਪਾਂ ਕਾਰਪੋਰੇਟ ਦੀ ਗੱਲ ਕਰਦੇ ਹਾਂ, ਆਪਾਂ ਪਹਿਲਾਂ ਵੀ ਕਰ ਚੁੱਕੇ ਹਾਂ। ਦੇਖੋ ਕਾਰਪੋਰੇਟ ਦੀ ਜਿਹੜੀ ਆਖਿਆ, ਉਹ ਸਭ ਤੋਂ ਵੱਡੀ ਜਿਹੜੀ ਹੈਗੀ ਆ, ਸਭ ਤੋਂ ਵੱਡੀ ਬਿਗੇਸਟ ਮੰਡੀ ਆ, ਉਹ ਫੂਡ ਦੀ ਆ। ਚਾਹੇ ਕਾਰਗਿਲ ਵਰਗੀਆਂ ਕੰਪਨੀਆਂ, WTO ਜਾਂ ਹੋਰ ਜਿਹੜੀਆਂ ਹੈਗੀਆਂ ਆ, ਕਿੱਦਾਂ ਉਹ ਸਾਰਾ ਇਹ ਆਪਣੇ ਹੱਥ ਦੇ ਵਿੱਚ ਇਹ ਕਰਨਾ ਚਾਹੁੰਦੀਆਂ। ਕਿਉਂਕਿ ਦੁਨੀਆ ਦੇ ਉੱਤੇ ਤੁਹਾਨੂੰ ਵੀ ਪਤਾ, ਸਾਨੂੰ ਵੀ ਪਤਾ, ਆਪਾਂ ਸਾਰੇ ਜਿਹੜੇ ਬੁੱਧੀਜੀਵੀ ਲੋਕ ਆ ਉਹਨਾਂ ਨੂੰ ਪਤਾ ਕਿ ਇਹ ਟਰਾਈ ਇਹ ਕਰ ਰਹੇ ਆ ਵੀ ਜਿਹੜੀ ਜਮਾਤ ਆ ਉਹ ਗਰੀਬ ਤੇ ਅਮੀਰ ਦੀ ਰਹਿ ਜੇ, ਤਾਂ ਮਿਡਲਮੈਨ ਆ ਉਹਨੂੰ ਕਿੱਦਾਂ ਖਤਮ ਕਰਨਾ ਸੀ, ਹੈ ਨਾ। ਸੋ ਇਹ ਮੰਡੀ ਦੀ ਜਿਹੜੀ ਲੜਾਈ ਆ, ਕਿਉਂਕਿ ਬਿਗੇਸਟ ਕੰਟਰੀ ਇੰਡੀਆ ਹੋਣ ਦੇ ਕਾਰਨ ਜਿਹੜੀਆਂ ਅਮਰੀਕਨ ਵੱਡੀਆਂ ਕੰਪਨੀਆਂ ਪਿੱਛੇ ਬੈਠੀਆਂ ਆ, ਉਹ ਮਾਨੀਆਂ ਡਾਨੀਆਂ ਨਾਲ ਜਿਨ੍ਹਾਂ ਨੇ ਹੱਥ ਮਿਲਾਏ ਹੋਏ ਆ ਟਰੰਪ ਦੇ ਟਾਈਮ ਦੇ। ਸੋ ਉਹਨਾਂ ਦਾ ਜਿਹੜਾ ਧੱਕਾ ਆ ਉਹ ਲੋਕਾਂ 'ਤੇ ਇਹ ਭਾਰੀ ਪੈ ਰਿਹਾ। ਪਰ ਫਿਰ ਵੀ ਸਾਡੇ ਜਿਹੜੇ ਕਿਸਾਨ ਵੀਰ ਆ ਉਹ ਡਟੇ ਹੋ ਆ ਬਾਰਡਰਾਂ ਦੇ ਉੱਤੇ। ਉਹਨਾਂ ਨੇ ਦੁਬਾਰਾ ਫਿਰ ਉਹਨੂੰ ਲਾਮਬੰਦ ਕੀਤਾ। ਹੁਣ ਜਥਿਆਂ ਦੇ ਰੂਪ ਦੇ ਵਿੱਚ ਹੋਰ ਪਿੰਡਾਂ ਦੇ ਵਿੱਚੋਂ ਜਿਹੜੇ ਲੋਕ ਜਾ ਰਹੇ ਆ, ਉਹ ਦੁਬਾਰਾ ਇੱਕ ਵਾਰ ਫਿਰ ਜਿੱਦਾਂ ਉਹਨਾਂ ਨੇ ਹੰਭਲਾ ਮਾਰਨ ਦੀ ਕੋਸ਼ਿਸ਼ ਕਰਨੀ ਆ ਹੁਣ ਤੇ ਕੀਤੀ ਆ ਵੀ ਤੁਸੀਂ ਆਓ। ਕਿਉਂਕਿ ਵਾਢੀ ਦੇ ਕਾਰਨ ਜਿਹੜੀ ਕਣਕ ਦੀ ਵਾਢੀ ਹੋ ਰਹੀ ਸੀ, ਉਹਦੇ ਕਰਕੇ ਲੋਕ ਬਹੁਤ ਸਾਰੇ ਮੁੜ ਵੀ ਗਏ ਸੀ। ਕੰਮਕਾਜ ਸੀ, ਤੂੜੀ ਬਣਾਉਣੀ ਸੀ ਜਾਂ ਹੋਰ ਵੀ ਜਿਹੜੇ ਕੰਮਕਾਜ ਕਰਨੇ ਸੀਗੇ। ਸੋ ਉਸ ਤੋਂ ਹੁਣ ਜਿਹੜਾ ਕੰਮ ਨਿਬੇੜ ਕੇ ਤਾਂ ਦੁਬਾਰਾ ਫਿਰ ਲੋਕ ਲਾਮਬੰਦ ਹੋ ਕੇ ਤਾਂ ਦੁਬਾਰਾ ਫਿਰ ਉਹ ਧਰਨਿਆਂ ਦੇ ਵਿੱਚ ਉਹ ਪਹੁੰਚ ਰਹੇ ਆ ਬਹੁਤ ਵੱਡੀ ਤਾਦਾਦ ਦੇ ਵਿੱਚ। ਹਾਂਜੀ, ਨਾਲੇ ਪ੍ਰਦੇਸ਼ਾਂ ਦੇ ਵਿੱਚ ਮੁੜ ਕੇ ਫਿਰ ਲੋਕ ਹੁਣ ਕਰੋਨਾ ਇੰਗਲੈਂਡ
'ਚ ਘਟ ਗਿਆ, ਹੋਰਾਂ ਮੁਲਕਾਂ 'ਚ ਵੀ ਕਈ ਘਟਦਾ ਜਾਂਦਾ, ਤੇ ਲੋਕ ਪ੍ਰਦੇਸ਼ਾਂ ਦੇ ਵਿੱਚ ਫਿਰ ਮੁੜ ਜਥੇਬੰਦ ਹੋ ਰਹੇ ਨੇ ਲੋਕ, ਤੇ ਜਿਹਦੇ ਨਾਲ ਉਹਨਾਂ ਕਿਸਾਨੀ ਘੋਲ ਨੂੰ ਬਹੁਤ ਮਦਦ ਮਿਲੂਗੀ, ਜਿਹੜਾ ਕਿ ਬਹੁਤ ਚੰਗਾ ਹੋਊਗਾ। ਤੇ ਮੈਂ ਹਮੇਸ਼ਾ ਇਹ ਕਹਿੰਦੇ ਆ ਕਿ ਜਿਹੜਾ ਕਿਸਾਨੀ ਘੋਲ ਆ ਜਾਂ ਕਿਸਾਨੀ ਆ, ਉਹ ਮਜ਼ਦੂਰ ਤੋਂ ਬਗੈਰ ਕੁਛ ਨਹੀਂ ਹੈ। ਜਿਹੜੇ ਉਹਨਾਂ ਨੇ ਅੱਜ ਜਿੱਥੇ ਤੱਕ ਕਿਸਾਨੀ ਦੇ ਪਹੁੰਚੇ ਆ, ਉਹ ਮਜ਼ਦੂਰ ਨਾਲ ਰਲ ਕੇ ਪਹੁੰਚੇ ਆ। ਤੇ ਸਾਡੇ ਜਦੋਂ ਅਸੀਂ ਜਿੱਤਾਂਗੇ ਤੇ ਉਸ ਤੋਂ ਮਗਰੋਂ ਅਸੀਂ ਜ਼ਰੂਰ ਆਪਣੇ ਜਿਹੜੇ ਸੰਬੰਧ ਆ ਆਪਣੇ ਵੀਰਾਂ ਨਾਲ, ਭੈਣਾਂ ਨਾਲ, ਆਪਣੇ ਮਜ਼ਦੂਰ ਜਮਾਤ ਨਾਲ, ਉਹਨਾਂ ਨੂੰ ਚਾਹੀਦਾ ਕਿਸਾਨੀ ਨੂੰ ਰਲ ਕੇ ਅੱਗੇ ਨੂੰ ਇਹ ਰਲ ਕੇ ਚੱਲਿਆ ਜਾਵੇ, ਇੱਕ ਚੰਗਾ ਉਹਦਾ ਰਿਜ਼ਲਟ ਨਿਕਲੂਗਾ। ਨਹੀਂ ਤਾਂ ਅਸੀਂ ਹਮੇਸ਼ਾ ਹੀ ਜਿਸ ਤਰ੍ਹਾਂ ਹੁਣ ਤੱਕ ਲੜਦੇ ਰਹੇ ਹਾਂ, ਪਿੰਡਾਂ ਦੇ ਵਿੱਚ ਅਨਾਉਂਸਮੈਂਟਾਂ ਕਰਦੇ ਹਾਂ, ਉਸ ਤਰ੍ਹਾਂ ਦਾ ਮਾਹੌਲ ਬਣਾਈ ਰੱਖਣਾ, ਪਰ ਉਹ ਖਤਮ ਹੋ ਰਿਹਾ। ਇਹ 'ਚ ਗਰੰਟੀ ਹੈ ਗੱਲ ਦੀ ਕਿ ਉਹ ਮਾਹੌਲ ਖਤਮ ਹੋ ਰਿਹਾ। ਕਿਸਾਨੀ ਘੋਲੇ 'ਤੇ ਬਹੁਤ ਹੀ ਜ਼ਬਰਦਸਤ ਸੱਟ ਮਾਰੀ ਆ, ਜਿਹਦੇ ਨਾਲ ਹੈਗਾ। ਹਾਂਜੀ, ਦੂਜੀ ਸੀ ਆਪਣੇ ਤੁਸੀਂ ਗੱਲ ਕਰਦੇ ਸੀਗੇ ਵੀ ਉਹ ਸ਼ਾਇਦ ਕੀ ਕਹਿੰਦੇ ਕਿਸੇ ਪੇਪਰ ਨੇ ਕਿਹਨੇ ਕਹਿੰਦੇ ਸੀਗੇ ਵੀ ਰਿਜ਼ਾਈਨ ਮੰਗਿਆ ਮੋਦੀ ਕੋਲੋਂ। ਹਾਂਜੀ, ਇੰਡੀਅਨ ਐਕਸਪ੍ਰੈਸ ਦਾ ਦੇਖੋ ਥੋੜ੍ਹੇ ਦਿਨਾਂ ਦਾ ਇਹ ਸੀਗਾ, ਨਿਊਜ਼ ਸੀਗਾ ਕਿ ਮੋਦੀ ਗਵਰਨਮੈਂਟ ਨੂੰ ਇਹ ਮੋਦੀ ਤੋਂ ਜਾਣੀ ਰਿਜ਼ਾਈਨ ਮੰਗਿਆ ਆ। ਲੋਕਾਂ ਨੇ ਮੰਗਿਆ, ਅਸਲ ਦੇ ਵਿੱਚ ਇਹ ਫਤਵੇ ਜਿਹੜੇ ਆ ਲੋਕਾਂ ਦੇ ਆ ਨਾ। ਜੇ ਲੋਕ ਦੇਖੋ ਮੋਦੀ ਨੂੰ ਪ੍ਰਧਾਨ ਮੰਤਰੀ ਦੇਸ਼ ਦਾ ਬਣਾ ਸਕਦੇ ਆ ਤਾਂ ਲੋਕ ਫਿਰ ਲਾ ਵੀ ਸਕਦੇ ਆ, ਕਿਉਂਕਿ ਲੋਕ ਅੱਜ ਕਿੱਦਾਂ ਤਰਾਈ ਹੋ ਰਹੀ ਆ ਕਰੋਨਾ ਕਾਰਨ, ਚਾਹੇ ਹੋਰ ਵੀ ਆ, ਚਾਹੇ ਜਿੱਦਾਂ ਬੁਲਟ ਟ੍ਰੇਨਸ ਦੀਆਂ ਗੱਲਾਂ ਕਰਦਾ ਸੀਗਾ, ਜਿਹੜਾ ਝੂਠ ਬੋਲ ਕੇ ਉਹ ਇਹ ਕਿੱਦਾਂ ਇਹ ਮੋਹਰੇ ਆ ਕੇ ਤਾਂ ਪ੍ਰਾਈਮ ਮਿਨਿਸਟਰ ਦੀ ਕੁਰਸੀ ਤੇ ਜਿਹੜਾ ਬਿਰਾਜਮਾਨ ਹੋਇਆ, ਉਹਦੇ ਤੋਂ ਲੋਕ ਇੰਨੇ ਕੁ ਤੰਗ ਆ ਚੁੱਕੇ ਆ, ਲੋਕ ਇੰਨੇ ਦੁਖੀ ਹੋ ਚੁੱਕੇ ਆ ਕਿ GDP ਆ ਜਿਹੜੀ ਉਹ ਖਤਮ ਹੋ ਰਹੀ ਆ, ਹੋ ਗਈ ਆ, ਮਾਈਨਸ ਦੇ ਵਿੱਚ ਜਾ ਰਹੀ ਆ। ਲੋਕਾਂ ਦੇ ਰੁਜ਼ਗਾਰ ਆ ਜਿਹੜੇ ਨਹੀਂ ਰਹੇ ਹੈਗੇ, ਪਰ ਤਰਾਈ ਜਿਹੜੇ ਮੁਲਕ ਦੇ ਵਿੱਚ, ਭਾਰਤ ਦੇ ਵਿੱਚ, ਸਾਰੇ ਦੇ ਵਿੱਚ ਹੋ ਰਹੀ ਆ। ਕਿੱਦਾਂ ਕਰੋਨਾ ਦੇ ਵਿੱਚ ਲੋਕਾਂ ਦੇ ਨਾਲ ਜਿਹੜੀ ਆ ਕੋਈ ਹਮਦਰਦੀ ਨਹੀਂ ਹੈਗੀ, ਸਿਰਫ ਝੂਠ ਦੇ ਪਲੰਦੇ ਆ ਉਹੀ ਬੋਲੇ ਜਾ ਰਹੇ ਆ, ਉਹੀ ਉਹ ਜਿੱਦਾਂ ਜੁਮਲੇ ਆ ਜਿਹੜੇ ਛੱਡੇ ਜਾ ਰਹੇ ਆ ਦੁਬਾਰਾ ਫੇਰ। ਸੋ ਇਹ ਸੁਭਾਵਿਕ ਹੀ ਆ ਕਿ ਉਹ ਤੋਂ ਜਿਹੜੀ ਇਹ ਮੰਗ ਕਰਨੀ ਇਹ ਬਣਦੀ ਵੀ ਆ ਲੋਕਾਂ ਦੀ। ਹਾਂਜੀ, ਇੱਕ ਕਾਲ ਆ ਜੀ। ਹਾਂਜੀ, ਤੁਹਾਡਾ ਸ਼ੁਭ ਨਾਮ ਜੀ, ਕਿੱਥੋਂ ਬੋਲਦੇ ਹੋ? ਚਰਨਜੀਤ ਹਾਂ ਜੀ, ਮੈਂ ਕਵਾਂਟਰੀ ਤੋਂ ਬੋਲਦਾ। ਕੀ ਨਾ ਸ਼ੁਭ ਨਾਮ ਜੀ ਤੁਹਾਡਾ? ਕਵਾਂਟਰੀ ਤੋਂ ਚਰਨਜੀਤ ਜੀ। ਆਇਆਂ ਨੂੰ ਚਰਨਜੀਤ ਜੀ। ਹਾਂਜੀ, ਤੇ ਮੈਂ ਧੰਨਵਾਦ ਕਰਦਾ ਤੁਹਾਡਾ ਤੇ ਹਾਂਜੀ ਕੁਲਵੰਤ ਜੀ ਤੇ ਭਗਵੰਤ ਜੀ ਦਾ। ਤੇ ਕਿਉਂਕਿ ਜਿਹੜੇ ਹੈਗੇ ਵਿਚਾਰ ਵਾਕਿਆ ਕਿ ਸਹੀ ਆਵਾਜ਼ ਜਿਹੜੀ ਹੈਗੀ ਆ ਲੋਕਾਂ ਦਾ ਪਹੁੰਚਾਉਣਾ ਕਾਂਸ਼ੀ ਟੀਵੀ ਦਾ ਫਰਜ਼ ਹੈਗਾ, ਜੋ ਤੁਸੀਂ ਪੂਰਾ ਕਰ ਰਹੇ ਹੋ। ਮਿਹਰਬਾਨੀ ਵੀਰ ਜੀ। ਹਾਂਜੀ, ਮੈਂ ਵੀ ਇਹੀ ਕਹਿਣਾ ਚਾਹੁੰਦਾ ਕਿ ਜਿੰਨੇ ਵੀ ਬੇਇਨਸਾਫੀ ਕਿਤੇ ਵੀ ਹੁੰਦੀ ਹੈ, ਚਾਹੇ ਇਜ਼ਰਾਈਲ ਲਾ ਲਓ, ਚਾਹੇ ਆਪਣੇ ਕਿਸਾਨਾਂ ਦਾ ਮਸਲਾ ਲਾ ਲਓ, ਸਾਰੇ ਆਪਾਂ ਇਕੱਠੇ ਜਿੱਦਾਂ ਕਿਸਾਨ ਮਜ਼ਦੂਰ ਜਾਂ ਹੋਰ ਵੀ ਜਿਹੜੇ ਹੈਗੇ ਆ, ਹਾਂਜੀ ਇਕੱਠੇ ਹੋ ਕੇ ਜਿਹੜੇ ਮਸਲੇ ਜਿਹੜੇ ਹੱਲ ਹੋਣੇ ਹੈਗੇ ਆ। ਤੇ ਜੇ ਆਪਾਂ ਵੀ ਰਲ ਮਿਲ ਕੇ ਚੱਲਾਂਗੇ ਜ਼ਰੂਰ ਹੀ ਕੋਈ ਇਹ ਜਿਹੜੇ ਆਪਾਂ ਨੂੰ ਕਾਮਯਾਬੀ ਮਿਲੂਗੀ। ਤੇ ਜੇ ਚਾਹੇ ਕੋਈ ਵੀ ਮਸਲਾ ਹੈਗਾ ਜਿੱਦਾਂ ਹੈਗਾ, ਤੇ ਆਪਾਂ ਚਾਹੇ ਹਸਪਤਾਲ ਲਾ ਲਓ ਜਾਂ ਕਰੋਨਾ ਦਾ ਲਾ ਲਓ, ਕੋਈ ਵੀ ਹੈਗਾ, ਤੇ ਕਿਉਂਕਿ ਇਨਸਾਨ ਨੂੰ ਇਨਸਾਨ ਸਮਝੋ ਤੇ ਇੱਕ ਦੂਸਰੇ ਦੀ ਕਦਰ ਕਰੋ ਤੇ ਟਰਾਈ ਕਰੋ ਹੈਲਪ ਕਰਨੇ ਦੀ ਜਿੱਥੇ ਵੀ ਹੋ ਸਕੇ, ਤਾਂ ਹੀ ਆਪਾਂ ਜਿਹੜਾ ਹੈਗਾ ਮੁਲਕ ਦੀ ਵੀ ਤਰੱਕੀ ਹੋਊਗੀ ਤੇ ਆਪਣਾ ਵੀ ਜਿਹੜਾ ਹੈਗਾ ਜੀਵਨ ਸਫਲ ਹੋਊਗਾ। ਮੈਂ ਸਾਰਿਆਂ ਨੂੰ ਇਹੀ ਬੇਨਤੀ ਕਰਦਾ ਕਿ ਇੱਕ ਦੂਸਰੇ ਦਾ ਸਾਥ ਦਈਏ ਤੇ ਜਿਹੜੇ ਹੈਗੇ ਆਪਾਂ ਮਸਲੇ ਜ਼ਰੂਰ ਹੀ ਹੱਲ ਕਰ ਸਕਦੇ ਹੈਗੇ। ਸਾਰਿਆਂ ਨੂੰ ਜੈ ਗੁਰਦੇਵ, ਧੰਨ ਗੁਰਦੇਵ, ਥੈਂਕ ਯੂ। ਐਕਚੁਅਲੀ ਜਿੱਦਾਂ ਤੁਸੀਂ ਗੱਲ ਕੀਤੀ ਚਰਨਜੀਤ ਜੀ, ਕਿ ਅਸਲ ਦੇ ਵਿੱਚ ਕੀ ਆ, ਹੁਣ ਜਦੋਂ ਅਸੀਂ ਮੁਲਕਾਂ 'ਚੋਂ ਬਾਹਰ ਨਿਕਲਦੇ ਹਾਂ, ਪ੍ਰਦੇਸ਼ਾਂ 'ਚ ਕੰਮ ਕਰਨ ਨਿਕਲਦੇ ਹਾਂ, ਮਜ਼ਦੂਰੀ ਲਈ ਨਿਕਲਦੇ ਹਾਂ, ਜਿਹੜੀ ਪੰਜਾਬ ਦੇ ਵਿੱਚੋਂ ਜਾਂ ਹੋਰ ਪਾਸਿਓਂ ਜਿਹੜੇ ਕਿਸਾਨੀ 'ਚ ਲੋਕ ਆਏ ਨੇ ਇੰਗਲੈਂਡ ਦੇ ਵਿੱਚ ਆ ਕੇ, ਜਿਨ੍ਹਾਂ ਨੇ ਇੱਥੇ ਮਿਹਨਤ ਮਸ਼ੱਕਤ ਕੀਤੀ ਆ, ਫੈਕਟਰੀਆਂ 'ਚ ਕੰਮ ਕੀਤਾ, ਜਿਹੜੀ ਮਜ਼ਦੂਰੀ ਉਹਨਾਂ ਕੋਲ ਲੋਕ ਇੰਡੀਆ 'ਚ ਕਰਦੇ ਸੀ, ਉਹ ਮਜ਼ਦੂਰੀ ਉਹਨਾਂ ਨੂੰ ਆਪਾਂ ਇੱਥੇ ਕਰਨੀ ਪਈ ਆ। ਅਤੇ ਉਹਨਾਂ ਨੂੰ ਪਤਾ ਲੱਗਿਆ, ਕਾਫੀ ਉਹਦੇ ਨਾਲ ਲੋਕਾਂ 'ਚ ਅਕਲ ਆਈ ਆ। ਪਰ ਇੱਕ ਬਿਗ ਮੈਜੋਰਟੀ ਅਜੇ ਵੀ ਇੱਦਾਂ ਦੀ ਹੈਗੀ ਆ, ਜਿਹੜੇ ਆਪਣੇ ਆਪ ਨੂੰ ਉਹੀ ਸੋਚਦੇ ਕਿ ਅਸੀਂ ਮਜ਼ਦੂਰ ਹਾਂ, ਪਰ ਇੰਡੀਆ 'ਚ ਅਸੀਂ ਲੈਂਡਲੋਡ ਆ। ਉਹਨਾਂ ਦੇ ਦਿਮਾਗਾਂ ਦੇ ਵਿੱਚ ਅਜੇ ਬੈਠਿਆ, ਉਹਨਾਂ ਨੂੰ ਇਹ ਗੱਲ ਦਾ ਅਹਿਸਾਸ ਨਹੀਂ ਹੁੰਦਾ ਪਿਆ ਕਈਆਂ ਨੂੰ। ਅਤੇ ਇਹ ਵਕਤ ਨੇ ਜ਼ਰੂਰ ਉਹਨਾਂ ਨੂੰ ਜਚਾ ਦਿੱਤਾ। ਹੁਣ ਜੋ ਕੁਛ ਹੋ ਰਿਹਾ, ਹੁਣ ਬਹੁਤਿਆਂ ਨੂੰ ਪਤਾ ਲੱਗਿਆ ਵੀ ਅਸਲ ਦੇ ਵਿੱਚ ਸਰਕਾਰਾਂ ਜਾਂ ਜਿਹੜੇ ਵੱਡੇ ਲੋਕ ਨੇ, ਉਹਨਾਂ ਦੇ ਮੁਕਾਬਲੇ 'ਚ ਆਪਾਂ ਕੁਛ ਨਹੀਂ ਹੈਗੇ ਜਦ ਤੱਕ ਅਸੀਂ ਇਕੱਠੇ ਨਹੀਂ ਹੁੰਦੇ। ਜਦੋਂ ਇਕੱਠੇ ਹੋ ਕੇ ਅਸੀਂ ਇਕਮੁੱਠ ਹੋ ਕੇ ਲੜਦੇ ਹਾਂ, ਤਾਂ ਫਿਰ ਸਰਕਾਰਾਂ ਸਾਡੇ ਮੂਹਰੇ ਕੁਛ ਨਹੀਂ ਗਈਆਂ। ਸਰਕਾਰਾਂ ਨੂੰ ਅਸੀਂ ਆਪਣੇ ਹਿਸਾਬ ਨਾਲ ਆਪਣੇ ਚੰਗੀ ਜ਼ਿੰਦਗੀ ਲਈ ਉਹਨਾਂ ਨੂੰ ਮਜਬੂਰ ਕਰ ਸਕਦੇ ਹਾਂ ਕਾਨੂੰਨ ਬਣਾਉਣ ਲਈ। ਅਤੇ ਉਹ ਸੀਗੇ ਤੁਹਾਡੀ ਗੱਲ ਪਿੱਛੇ ਸੀਗੀ ਆਪਣੇ ਕੁਲਵੰਤ ਜੀ। ਹਾਂਜੀ, ਉਹੀ ਆਪਾਂ ਗੱਲ ਕਰਦੇ ਸੀਗੇ ਇੰਡੀਅਨ ਐਕਸਪ੍ਰੈਸ ਦੀ, ਜਿਹੜੀ ਉਹਨਾਂ ਨੇ ਰਿਪੋਰਟ ਸੀਗੀ। ਚਲੋ ਉਹਨਾਂ ਨੇ ਉਹ ਛਾਪੀ ਆ ਕਿਉਂਕਿ ਲੋਕਾਂ ਦੀ ਦਿੱਤੀ ਰਾਏ ਨੇ, ਮੈਂ ਸੁਣਿਆ ਸੀਗਾ ਉਹਨੇ ਵੀ ਇਹਦੇ ਲਈ ਗੱਲ ਕੀਤੀ ਰਾਏ, ਦੇਖੋ ਉਹਨੇ ਵੀ ਰਿਜ਼ਾਈਨ ਕਰੇ ਮੋਦੀ। ਹਾਂਜੀ, ਦੇਖੋ ਅਨੁਤੀ ਰਾਏ ਉਹ ਕਾਫੀ ਵੱਡੀ ਵਿਦਵਾਨ ਮੰਨੀ ਜਾਂਦੀ ਆ, ਉਹ ਲੇਖਕ ਆ ਆਪਣੇ, ਤੁਹਾਨੂੰ ਵੀ ਪਤਾ ਭਾਂਜੀ, ਲੋਕਾਂ ਨੂੰ ਦਰਸ਼ਕਾਂ ਨੂੰ ਵੀ ਪਤਾ ਹੋਣਾ। ਤੇ ਇੰਗਲੈਂਡ ਦੇ ਵਿੱਚ ਰਹਿੰਦੇ ਆ, ਉਹਨਾਂ ਨੇ ਕਾਫੀ ਇੰਡੀਆ ਦੇ ਬਾਰੇ ਬਹੁਤ ਸਾਰੀਆਂ ਬੁੱਕਸ ਲਿਖੀਆਂ ਆ ਤੇ ਉਹਨਾਂ ਨੂੰ ਕਾਫੀ ਸਾਰੇ ਪੁਰਸਕਾਰ ਵੀ ਮਿਲੇ ਆ, ਜਿਹੜੇ ਕਿ ਇੱਕ ਵਿਦਵਾਨ ਨੂੰ ਮਿਲਣੇ ਵੀ ਚਾਹੀਦੇ ਆ, ਜਿਹੜੇ ਕਿ ਰਾਈਟਰ ਆ, ਲਿਖਦੇ ਆ, ਬਹੁਤ ਸੋਹਣਾ ਲਿਖਿਆ ਉਹਨਾਂ ਨੇ।
ਸੋ ਉਹਨਾਂ ਨੇ ਵੀ ਇਹ ਮੰਗ ਕੀਤੀ ਆ ਵੀ ਇਸ ਨਾਲੋਂ ਤਾਂ ਚੰਗਾ ਕਿ ਤੁਸੀਂ ਸਾਡੀ ਜੇ ਆਵਾਜ਼ ਬੰਦ ਕਰਨੀ ਚਾਹੁੰਦੇ ਆ ਤਾਂ ਸਾਨੂੰ ਜੇਲ੍ਹ ਦੇ ਵਿੱਚ ਭਾਵੇਂ ਬਾੜ ਦਿਓ, ਤਾਂ ਜੇਲ੍ਹ ਦੇ ਵਿੱਚ ਧੱਕ ਦਿਓ, ਤਾਂ ਸਾਨੂੰ ਕੋਈ ਉਹਦੀ ਇਤਰਾਜ਼ ਨਹੀਂ ਹੈਗਾ। ਕਿਉਂਕਿ ਜੇ ਅਸੀਂ ਲੋਕਾਂ ਦੀ ਗੱਲ ਨਾ ਕਰਾਂਗੇ ਤਾਂ ਫਿਰ ਸਾਡੀ ਲੋਕ ਜਿਹੜੀ ਹਮਦਰਦੀ ਆ ਲੋਕਾਂ ਦੇ ਨਾਲ ਜਾਂ ਲੋਕਾਂ ਦੀ ਸਾਡੇ ਨਾਲ, ਸਾਡੀ ਲੋਕਾਂ ਦੇ ਨਾਲ, ਫਿਰ ਉਹ ਕਿਤੇ ਨਾ ਕਿਤੇ ਫਿਰ ਉਹ ਨਹੀਂ ਦਿਸਦੀ ਹੈਗੀ। ਤਾਂ ਇਸ ਕਰਕੇ ਉਹਨਾਂ ਨੇ ਇਹ ਸ਼ੰਕਾ ਜ਼ਾਹਰ ਕੀਤੀ ਆ ਵੀ ਸਾਨੂੰ ਇਹ ਜਿਹੜੀ ਆ ਇਹ ਤੋਂ ਮੰਗ ਕਰਨੀ ਚਾਹੀਦੀ ਆ ਕਿ ਇਹਨੂੰ ਪ੍ਰਾਈਮ ਮਿਨਿਸਟਰ ਦੀ ਕੁਰਸੀ ਤੋਂ ਇਹਨੂੰ ਵਾਂਝੇ ਹੋ ਜਾਣਾ ਚਾਹੀਦਾ ਆ। ਇਹ ਸੀ ਗੱਲ। ਇਹ ਬਹੁਤ ਵਧੀਆ ਗੱਲ ਹੈ। ਕਹਿੰਦੇ ਆ ਨਾ ਵੀ ਕਿ ਬਾਤ ਚੱਲੀ ਹੈ ਤਾਂ ਬਹੁਤ ਦੂਰ ਤੱਕ ਜਾਏਗੀ। ਜੇ ਹੁਣ ਗੱਲ ਚੱਲ ਪਈ ਆ ਤੇ ਉਮੀਦ ਹੈਗੀ ਆ ਉਹਨਾਂ ਦੇ ਆਪਣੇ ਖੇਮੇ ਦੇ ਵਿੱਚ ਵੀ ਆਰਐਸ ਦੇ ਉਹਨਾਂ ਦੀ ਆਪਸੀ ਲੜਾਈਆਂ ਕਾਫੀ ਚੱਲਦੀਆਂ ਪਈਆਂ ਉਹਨਾਂ ਦੀਆਂ, ਤੇ ਉਹ ਇਹਦੀਆਂ ਲੱਤਾਂ ਖਿੱਚਦੇ ਪਏ ਨੇ। ਦੇਖੋ ਅੰਦਰਗਤੀ ਜਿਹੜੀ ਆਰਐਸਐਸ ਆ ਉਹਦੇ ਵਿੱਚ ਵੀ ਕਹਿੰਦੇ ਚੱਲ ਰਿਹਾ ਆ, ਨਿਕਲ ਕੇ ਆਉਂਦਾ ਪਿਆ। ਤੇ ਇਹਦੇ ਨਾਲ ਇੱਕ ਹੋਰ ਗੱਲ ਹੈ ਕਿ ਮੈਂ ਗੱਲ ਸੀਗੀ, ਤੁਸੀਂ ਸੁਣੀ ਹੋਗੀ ਆਪਣੇ ਕੁਲਵੰਤ ਜੀ, ਹਾਂਜੀ, ਕਿ ਮੀਟਿੰਗ ਸੀ ਦਿੱਲੀ ਦੇ ਵਿੱਚ ਸ਼ਾਇਦ ਚੀਫ ਮਿਨਿਸਟਰਾਂ ਦੇ ਨਾਲ, ਤੇ ਉਹ ਮੀਟਿੰਗ ਦੇ ਵਿੱਚ ਉਹਨਾਂ ਨੂੰ ਬੋਲਣ ਨਹੀਂ ਦਿੱਤਾ ਜਾ ਰਿਹਾ। ਮਮਤਾ ਬੈਨਰਜੀ ਨੇ ਖਾਸ ਰੱਖ ਕੇ ਗੱਲ ਪਾਈ ਆ, ਤੇ ਉਹਨੇ ਕੇਜਰੀਵਾਲ ਦੀ ਪਾਰਟੀ ਨੇ ਵੀ ਇਹ ਗੱਲ ਕੀਤੀ ਆਪ ਉਹਨਾਂ ਨੇ ਕਿ ਉਹਨਾਂ ਨੂੰ ਜਿਹੜੇ ਆਏ ਨਾ ਚੀਫ ਮਿਨਿਸਟਰ, ਮੁੱਖ ਮੰਤਰੀ ਦੂਸਰੇ ਸਟੇਟਾਂ ਦੇ, ਉਹਨਾਂ ਨੂੰ ਬੋਲਣ ਨਹੀਂ ਦਿੱਤਾ ਜਾ ਰਿਹਾ, ਤੇ ਉਹਨਾਂ ਨੂੰ ਈਵਨ ਮਜਬੂਰ ਕਰਤਾ ਵੀ ਤੁਸੀਂ ਬੋਲ ਨਹੀਂ ਸਕਦੇ। ਉਹ ਇਹ ਗੱਲ ਉਹਨਾਂ ਨੇ ਬਾਹਰ ਕੱਢੀ ਆ ਬਈ ਉਹ ਬੰਦਾ ਦੱਸੋ ਆਪਣੇ ਮਨ ਕੀ ਬਾਤ ਤਾਂ ਸਾਰੇ ਇੰਡੀਆ ਨਾਲ ਕਰਨਾ ਚਾਹੁੰਦਾ। ਤੁਸੀਂ ਦੇਖੋ ਕਿਸ ਤਰ੍ਹਾਂ ਦੀ ਪੋਲਿਟਿਕਸ ਤੁਹਾਡੇ ਨਾਲ ਖੇਲੀ ਜਾ ਰਹੀ ਹੈ। ਇੱਕ ਬੰਦਾ ਜਿਹੜੀ ਦੂਜੇ ਦੀ ਆਪਣੇ ਮਨ ਕੀ ਬਾਤ ਤੁਹਾਡੇ ਨਾਲ ਕਰਨਾ ਚਾਹੁੰਦਾ, ਉਹ ਉਹਦੇ ਲਈ ਟਾਈਮ ਹੈਗਾ, ਕਰੋੜਾਂ ਰੁਪਇਆ ਖਰਚਿਆ ਜਾ ਰਿਹਾ, ਤੇ ਜਿਹੜੇ ਉਹ ਚੀਫ ਜਿੱਦਾਂ ਦੇ ਮਰਜ਼ੀ ਸਾਡੇ ਖਿਆਲ ਆ ਉਹ ਹੈ, ਪਰ ਉਹਦੀ ਤੁਹਾਡੇ ਨਾਲ ਗੱਲ ਉਹ ਸਾਂਝੀ ਕਰਦੇ ਆ ਕਿ ਜਦੋਂ ਉਹ ਲੋਕਾਂ ਦੇ ਚੁਣੇ ਚੀਫ ਮਿਨਿਸਟਰ ਉਹਨਾਂ ਨਾਲ ਗੱਲ ਕਰਨਾ ਚਾਹੁੰਦੇ, ਮੁੱਖ ਮੰਤਰੀ ਗੱਲ ਕਰਨਾ ਚਾਹੁੰਦੇ, ਉਹਨਾਂ ਨੂੰ ਕਹਿੰਦਾ ਬੋਲਣਾ ਨਹੀਂ, ਤੁਸੀਂ ਨਹੀਂ ਗੱਲ ਕਰ ਸਕਦੇ। ਇੱਕ ਕਿਸ ਤਰ੍ਹਾਂ ਦੀ ਪੋਲਿਟਿਕਸ ਦੇ ਵਿੱਚ ਕਿਸ ਪਾਸੇ ਤੁਹਾਡੇ ਮੁਲਕ ਨੂੰ ਲੈ ਕੇ ਜਾ ਰਹੇ ਆ, ਕਿੱਧਰ ਨੂੰ ਲੈ ਕੇ ਜਾ ਰਹੇ ਆ ਲੋਕਾਂ ਨੂੰ, ਇਹ ਸਾਡੇ ਲਈ ਇੱਕ ਬਹੁਤ ਸੋਚਣ ਦਾ ਜ਼ਰੂਰੀ ਹੈ ਕਿ ਤੁਹਾਡੇ ਮੂੰਹਾਂ 'ਤੇ ਨਹੀਂ, ਤੁਹਾਡੇ ਚੁਣੇ ਹੋਏ ਜਿਹੜੇ ਵਿਚਾਰੇ ਜਿੱਦਾਂ ਦੇ ਮਰਜ਼ੀ ਉਹ ਟੁੱਟੇ ਭੱਜੇ, ਜੋ ਮਰਜ਼ੀ ਸੌਰੀ ਮੈਂ ਲਫ਼ਜ਼ ਇਹ ਕਰਦਾ ਵੀ ਉਹ ਕਮਜ਼ੋਰ ਨੇ ਜਿੱਦਾਂ ਦੇ ਆ, ਉਹਨਾਂ ਦੇ ਵੀ ਉਹਨਾਂ ਨੂੰ ਬੋਲਣ ਨਹੀਂ ਦਿੱਤਾ ਜਾ ਰਿਹਾ। ਨਹੀਂ ਦੇਖੋ ਭਾਜੀ ਇਤਰਾਜ਼ ਦੇਖੋ ਕਿੱਦਾਂ ਆ। ਦੇਖੋ ਜੇ ਮਮਤਾ ਬੈਨਰਜੀ ਦੀ ਗੱਲ ਕਰੀਏ, ਬੰਗਾਲ ਦੇ ਵਿੱਚ ਰੀਸੈਂਟਲੀ ਉਹਨਾਂ ਨੇ ਚੋਣਾਂ ਜਿੱਤ ਕੇ ਤਾਂ 214 ਦੇ ਲਗਭਗ ਸੀਟਾਂ ਜਿਹੜੀਆਂ 214 ਸੀਟਾਂ ਜਿੱਤ ਕੇ ਤਾਂ ਉਹਨਾਂ ਨੇ ਬਹੁਮਤ ਹਾਸਲ ਕੀਤੀ ਆ, ਤੇ ਉਹ ਚੀਫ ਮਿਨਿਸਟਰ ਬਣੇ ਆ। ਤਾਂ ਜੇਕਰ ਚੀਫ ਮਿਨਿਸਟਰ ਨੂੰ ਨਹੀਂ ਬੋਲਣ ਦਿੱਤਾ ਜਾਂਦਾ ਤਾਂ ਆਮ ਲੋਕਾਂ ਦਾ ਕੀ ਹਾਲ ਹੋਊਗਾ। ਜਾਣੀ ਕਿ ਜੇ ਇਸ ਲੈਵਲ ਦੀਆਂ ਮੀਟਿੰਗਸ ਦੇ ਵਿੱਚ ਜੇ ਆਮ ਲੋਕ ਬੋਲਣਗੇ ਤਾਂ ਆਮ ਲੋਕ ਗੱਲ ਕਰਨਗੇ, ਆਪਣੀ ਰੱਖਣਗੇ ਗੱਲ, ਤਾਂ ਉਹਨਾਂ ਨੂੰ ਨਹੀਂ ਬੋਲਣ ਦਿੱਤਾ ਜਾਊਗਾ। ਇੱਥੋਂ ਇਹ ਜਿਹੜੀ ਨਾਦਰਸ਼ਾਹੀ ਫਰਮਾਨ ਆ ਜਾਂ ਜਿਹੜੀ ਇਹ ਤਾਨਾਸ਼ਾਹੀ ਆ, ਇਹ ਝੱਲ ਕੇ ਬਾਹਰ ਆਉਂਦੀ ਆ ਵੀ ਅਸੀਂ ਰਜਵਾੜਾ ਸ਼ਾਹੀ ਸੋਚ ਦੇ ਵਿੱਚੋਂ ਹਜੇ ਤੱਕ ਬਾਹਰ ਨਹੀਂ ਆਏ ਹੈਗੇ, ਹੈ ਨਾ। ਸੋ ਇਹ ਗੱਲ ਸੀ। ਨਿਕਲਾਂ ਵੱਲੋਂ ਮੇਰੇ ਦੋਸਤੋ, ਮੇਰੇ ਵੀਰੋ, ਹਮੇਸ਼ਾ ਵਾਂਗੂ ਮੈਂ ਇੱਕੋ ਗੱਲ ਕਹੂੰਗਾ, ਜੋ ਕੁਝ ਤੁਸੀਂ ਦੇਖਦੇ ਹੋ ਸੁਣਦੇ ਹੋ ਉਸ 'ਤੇ ਇੱਕਦਮ ਭਰੋਸਾ ਨਾ ਕਰੋ। ਆਪ ਇੰਟਰਸਟ ਲਓ, ਆਪ ਖੋਜ ਕਰੋ ਵੀ ਗੱਲ ਹੈ ਅਸਲੀਅਤ ਕੀ ਆ। ਜੋ ਕੁਝ ਅਸੀਂ ਕਹਿੰਦੇ ਆ ਉਹ ਸੱਚ ਨਹੀਂ ਹੋ ਸਕਦਾ, ਸਾਨੂੰ ਵੀ ਲਿਖੇ ਪੈ ਜਾਂਦੇ ਨੇ ਕਈ ਵਾਰ ਕਈ ਗੱਲਾਂ ਦੇ, ਤੇ ਅਸੀਂ ਰਿਪੋਰਟਿੰਗ ਗਲਤ ਵੀ ਕਰ ਸਕਦੇ ਹਾਂ, ਕੁਝ ਹੋਰ ਹੋ ਸਕਦਾ। ਪਰ ਤੁਹਾਨੂੰ ਇਹ ਹੈ ਵੀ ਤੁਹਾਨੂੰ ਹਰ ਗੱਲ ਸੋਚਣੀ ਪਊਗੀ ਕਿ ਇੱਕ ਦੇਵਤਾ ਸੂਰਜ ਨੂੰ ਮੂੰਹ 'ਚ ਪਾ ਸਕਦਾ ਕਿ ਨਹੀਂ ਪਾ ਸਕਦਾ, ਇਹ ਤੁਹਾਨੂੰ ਸੋਚਣਾ ਪਊਗਾ। ਇੱਕ ਬੰਦਾ ਮਨ ਕੀ ਬਾਤ ਕਰਕੇ ਤੁਹਾਡੇ ਮੁਲਕ ਦੀ ਜਿਹੜੀ ਦੁਰਦਸ਼ਾ ਹੈਗੀ ਉਹਨੂੰ ਸੁਧਾਰ ਸਕਦਾ ਕਿ ਨਹੀਂ ਸੁਧਾਰ ਸਕਦਾ, ਇਹ ਸੋਚਣਾ ਪਊਗਾ। ਤੁਹਾਡੇ ਵਿੱਚੋਂ ਮੇਰੇ ਦੋਸਤੋ, ਮੇਰੇ ਵੀਰੋ, ਆਪਣੇ ਕੁਲਵੰਤ ਜੀ, ਉਹ ਇੱਕ ਬਾਪ ਆਪਣੀ ਬੱਚੀ ਦੀ ਲਾਸ਼ ਮੋਢੇ 'ਤੇ ਰੱਖ ਕੇ 13 ਸਾਲ ਦੀ ਜਾਂ 11 ਸਾਲ ਦੀ ਬੱਚੀ ਸੀ, ਉਸ ਨੂੰ ਲੈ ਕੇ ਜਾ ਰਿਹਾ। ਇਹ ਉਸ ਦੇ ਪਿੱਛੋਂ ਦਾ ਲੜਕਾ ਨੌਜਵਾਨ ਵਿਚਾਰਾ ਪਿੱਛੇ 15 ਸਾਲਾਂ ਦਾ ਮੁੰਡਾ। ਬਿਲਕੁਲ ਇਹ ਭਾਜੀ ਬੜੀ ਅਫਸੋਸ ਦੀ ਗੱਲ ਆ। ਆਪਾਂ ਸਾਰਿਆਂ ਨੇ ਵੀਡੀਓ ਵਾਇਰਲਸ ਹੋਈ ਉਹ ਦੇਖੀ ਆ, ਕਿੱਦਾਂ ਉਹ ਇੱਕ ਬਾਪ ਆ ਜਿਹੜਾ ਉੜੀਸਾ ਦਾ ਰਹਿਣ ਵਾਲਾ ਸੀ, ਉਹ ਪੰਜਾਬ ਦੇ ਵਿੱਚ ਆਪਣੀ ਉਹ ਨੌਕਰੀ ਕਰਦਾ ਸੀ, ਉਹ ਮਜ਼ਦੂਰੀ ਕਰਦਾ ਸੀ, ਮਿਹਨਤ ਕਰਦਾ ਸੀ। ਤਾਂ ਉਹ ਦੇਖੋ ਉਹਦੀ ਜਦੋਂ ਬੱਚੀ ਦਾ ਉਹਦਾ ਦੇਹਾਂਤ ਹੋ ਗਿਆ, ਉਹਦੀ ਡੈੱਡ ਬੋਡੀ ਨੂੰ ਉਹ ਹਸਪੀਟਲ ਤੋਂ ਕਿੱਦਾਂ ਉਹ ਆਪਣੇ ਘਰ ਨੂੰ ਜਾਂ ਕਿਤੇ ਹੋਰ ਉਹ ਕਿੱਦਾਂ ਲਿਆ ਰਿਹਾ, ਘਰ ਨੂੰ ਲੈ ਕੇ ਜਾ ਰਿਹਾ ਸੀ, ਪਤਾ ਕਹਿ ਰਹੇ ਆ। ਹਾਂਜੀ ਚਲੋ ਦੇਖੋ ਐਂਬੂਲੈਂਸ ਉਹਨੂੰ ਪ੍ਰੋਵਾਈਡ ਨਹੀਂ ਕੀਤੀ ਗਈ, ਐਂਬੂਲੈਂਸ ਦੇ ਪੈਸੇ ਜਿਹੜੇ ਪਰ ਸ਼ਮਸ਼ਾਨ ਘਾਟ ਨੂੰ ਲੈ ਕੇ ਜਾਣ ਲਈ ਕੁਛ ਹਿੰਮਤ ਨਹੀਂ ਕੀਤੀ। ਨਹੀਂ, ਇਹ ਵੀ ਕਿਹਾ ਜਾਂਦਾ ਵੀ ਐਂਬੂਲੈਂਸ ਦੇ ਪੈਸੇ ਜਿਹੜੇ ਆ ਉਹ ਦੇਣ ਲਈ ਉਸ ਗਰੀਬ ਕੋਲ ਪੈਸੇ ਨਹੀਂ ਸੀਗੇ, ਹੈ ਨਾ, ਤੇ ਉਹਨੂੰ ਉਹ ਪ੍ਰੋਵਾਈਡ ਨਹੀਂ ਕੀਤੀ ਗਈ ਇਸ ਕਾਰਨ ਕਰਕੇ। ਦੇਖੋ ਇੱਕ ਤਾਂ ਇਹ ਗੱਲ ਹੈ ਵੀ ਕਿੱਡੀ ਇਹ ਸ਼ਰਮਸਾਰ ਦੀ ਗੱਲ ਆ, ਜਿਹੜੀ ਇਹ ਮਨੁੱਖਤਾ ਦਾ ਘਾਣ ਹੋਇਆ ਆ ਵੀ ਜਾਣੀ ਉਹਨੂੰ ਕੋਈ ਦੇਖ ਨਹੀਂ ਸੀ ਰਿਹਾ। ਜਾਂ ਉਹ ਜਿਹੜੀਆਂ NGOs ਸਾਡੀਆਂ ਹੈਗੀਆਂ ਜਾਂ ਹੋਰ ਸਮਾਜ ਸੇਵੀ ਸੰਸਥਾਵਾਂ ਹੈਗੀਆਂ, ਜਦੋਂ ਹੋਰ ਐਡੇ ਐਡੇ ਵੱਡੇ ਕੰਮ ਕਰ ਰਹੀਆਂ ਆ,
ਉਹ ਮਨੁੱਖਤਾ ਦੀ ਸੇਵਾ ਕਰ ਰਹੀਆਂ, ਤਾਂ ਉਹਨਾਂ ਨੂੰ ਇਹ ਆਪਣੇ ਨੰਬਰ ਇਦਾਂ ਦੇ ਕੋਈ ਇਦਾਂ ਦੇ ਛੱਡਣੇ ਚਾਹੀਦੇ ਆ ਪਬਲਿਕਲੀ, ਤਾਂ ਕਿ ਉਹ ਉਹਨਾਂ ਦੀ ਉਹ ਸੇਵਾ ਕਰ ਸਕਣ, ਕਿਸੇ ਜ਼ਰੂਰਤਮੰਦ ਬੰਦੇ ਨੂੰ ਜਾਂ ਔਰਤ ਨੂੰ ਜਾਂ ਕਿਸੇ ਨੂੰ ਵੀ ਉਹਨਾਂ ਦੀ ਜਿਹੜੀ ਉਹ ਸਹਾਇਤਾ ਮਿਲ ਸਕੇ। ਕਿਉਂਕਿ ਗੌਰਮੈਂਟਾਂ ਤਾਂ ਫੇਲ ਹੋ ਗਈਆਂ, ਹੁਣ ਗੌਰਮੈਂਟਾਂ ਨੇ ਤਾਂ ਹੱਥ ਖੜੇ ਕੀਤੇ, ਉਹਨਾਂ ਨੇ ਤਾਂ ਹੁਣ ਕਰੋਨਾ ਦੇ ਨਾਂ ਤੇ ਬਸ ਕਰਫਿਊ ਲਾਏ ਆ ਵੀ ਲੋਕ ਆਪਣੇ ਅੰਦਰਾਂ 'ਚ ਘਰਾਂ 'ਚ ਵੜੇ ਰਹਿਣ ਤੇ ਉਹ ਕੰਮ ਵੀ ਨਾ ਕਰਨ। ਦੇਖੋ ਦੁਕਾਨਾਂ ਸ਼ਾਪਾਂ ਉਹਨਾਂ ਦਾ ਕੀ ਹਾਲ ਕਰ ਦਿੱਤਾ ਜੀ, ਔਡ ਈਵਨ ਪਹਿਲਾਂ ਕੀਤਾ ਕਿ ਇੱਕ ਪਾਸੇ ਦੀਆਂ ਦੁਕਾਨਾਂ ਪਹਿਲਾਂ ਖੋਲ੍ਹਿਆ ਕਰਨਗੀਆਂ, ਫਿਰ ਦੂਜੇ ਪਾਸੇ ਦੀਆਂ। ਦੇਖੋ ਜਿੱਥੋਂ ਲੋਕਾਂ ਨੇ ਜਦੋਂ ਸਵਾਲ ਚੁੱਕੇ ਵੀ ਜਿਹੜੀ ਦੁਕਾਨਾਂ ਦੇ ਸਾਹਮਣੇ ਹੋਰ ਦੁਕਾਨ ਹੀ ਨਹੀਂ ਹੈਗੀ, ਉਹਦਾ ਔਡ ਈਵਨ ਕਿੱਦਾਂ ਕਰੋਗੇ ਤੁਸੀਂ? ਸੋ ਇਦਾਂ ਦੀਆਂ ਗੱਲਾਂ ਸੀਗੀਆਂ ਨਾ। ਹਾਂਜੀ, ਮਤਲਬ ਕਿ ਜਿਹੜੀ ਗੱਲ ਸਾਡੀ ਹੈਗੀ ਆ ਵੀ ਕਿਸ ਤਰ੍ਹਾਂ ਦੀ ਹਾਲਤਾਂ ਬਣ ਗਈਆਂ, ਇਸ ਤੋਂ ਬੁਰੀ ਹਾਲਤ ਮਨੁੱਖ ਦੀ ਕੋਈ ਨਹੀਂ ਹੋ ਸਕਦੀ ਕਿ ਆਪਣੇ ਬੱਚੀ ਦੀ ਲਾਸ਼ ਬੰਦੇ ਨੂੰ ਮੋਢੇ ਤੇ ਚੱਕ ਕੇ ਜਾਣੀ ਪਵੇ। ਇਸ ਜਿਹੜਾ ਉਹ ਸਮਾਜ ਨੂੰ ਸੁਧਾਰਨ ਲਈ ਜਾਂ ਉੱਥੇ ਗਰੀਬ ਲੋਕਾਂ ਦੀ ਮਦਦ ਕਰਨ ਲਈ ਇੱਥੇ ਦੀਆਂ ਜਿਹੜੀ ਸਮਾਜਿਕ ਸੰਸਥਾਵਾਂ, ਗੁਰਦੁਆਰੇ ਆ ਜਾਂ ਹੋਰ ਸੰਸਥਾਵਾਂ ਸਾਰੀਆਂ ਮਦਦ ਕਰ ਰਹੀਆਂ। ਕਾਂਸੀ ਟੀਵੀ ਨੇ ਵੀ ਲੋਕਾਂ ਦੀ ਬਹੁਤ ਮਦਦ ਕੀਤੀ, ਇੱਥੋਂ ਆਕਸੀਜਨ ਦਾ ਇੰਤਜ਼ਾਮ ਕੀਤਾ, ਵੈਂਟੀਲੇਟਰਾਂ ਦਾ ਇੰਤਜ਼ਾਮ ਕੀਤਾ ਕਾਂਸੀ ਟੀਵੀ ਦੀ ਮੈਨੇਜਮੈਂਟ ਨੇ। ਅਸੀਂ ਉਹਨਾਂ ਦੇ ਸ਼ਾਬਾਸ਼ ਦਿੰਦੇ ਹਾਂ ਜੋ ਕਰਦੇ ਨੇ। ਪਰ ਦੋਸਤੋ, ਦਾਨ ਪੁੰਨ ਦੇ ਨਾਲ ਕਦੇ ਕੋਈ ਵੀ ਚੀਜ਼ ਨਹੀਂ, ਦੁਨੀਆ ਨਹੀਂ ਸੁਧਰਦੀ ਜਾਂ ਇਸ ਤਰ੍ਹਾਂ ਜ਼ਿੰਦਗੀ ਨਹੀਂ ਬਣਦੀ। ਸਾਨੂੰ ਇਹੀ ਦਾਨ ਪੁੰਨਾਂ ਨੂੰ ਇੱਕ ਸਿਸਟਮੈਟਿਕਲੀ ਤਰੀਕੇ ਨਾਲ ਸਾਨੂੰ ਇਹ ਸੋਚਣਾ ਪਊਗਾ ਕਿ ਜਿਹੜਾ ਸਾਡਾ ਭਾਰਤ ਵਰਸ਼, ਸਾਡਾ ਮੁਲਕ ਆ, ਜਿੱਥੇ ਜੰਮੇ ਆ, ਜਿੱਥੇ ਸਾਡੇ ਰਿਸ਼ਤੇਦਾਰ ਰਹਿੰਦੇ ਨੇ, ਓਕੇ ਜੀ, ਤੇ ਉਸ ਨੂੰ ਕਿੱਦਾਂ ਸੁਧਾਰੀਏ, ਪੱਕਾ ਕਿੱਦਾਂ ਸੁਧਾਰੀਏ। ਉਹਦਾ ਤਰੀਕਾ ਇੱਕ ਹੁੰਦਾ ਕਿ ਜਿਸ ਤਰ੍ਹਾਂ ਇਸ ਮੁਲਕਾਂ ਨੇ ਤੁਹਾਡੇ ਕੋਲੋਂ ਇੰਸ਼ੋਰੈਂਸ ਟੈਕਸ ਲੈਂਦੇ ਨੇ ਤੇ ਉਹਨੂੰ ਹਿਸਾਬ ਰੱਖਦੇ, ਉਹਨੂੰ ਮੈਨੇਜ ਕਰਦੇ ਨੇ, ਇਸ ਤਰ੍ਹਾਂ ਉਸ ਮੁਲਕ ਦੇ ਵਿੱਚ ਵੀ ਸਾਨੂੰ ਉਹ ਲੋਕਾਂ ਨੂੰ ਐਡਵਾਈਸ ਕਰੋ ਕਿ ਤੁਸੀਂ ਜਿਹੜੇ ਪੈਸੇ ਇੱਧਰ ਦਾਨ ਪੁੰਨ ਦਿੰਦੇ ਹੋ, ਇਹਨਾਂ ਨੂੰ ਤਰੀਕੇ ਨਾਲ ਵਰਤੋ, ਇਕੱਠੇ ਹੋ ਕੇ ਵਰਤੋ, ਮਹੱਲੇਵਾਰ, ਸ਼ਹਿਰਵਾਰ ਵਰਤੋ, ਹਸਪਤਾਲ ਖੋਲ੍ਹੋ, ਸਕੂਲ ਖੋਲ੍ਹੋ। ਇਹ ਸਾਰਾ ਕੁਝ ਕਰਨਾ ਪਊਗਾ ਤਾਂ ਜਾ ਕੇ ਸਾਡਾ ਕੰਮ ਬਣਨਾ ਆ। ਤੇ ਦਾਨ ਦਾ ਇੱਕੋ ਕਦੇ ਦੇ ਦਿੱਤਾ ਕਿ ਨਹੀਂ ਦਿੱਤਾ, ਉਹਦੇ ਨਾਲ ਗੱਲ ਨਹੀਂ ਬਣਦੀ ਹੈਗੀ ਕਦੇ। ਹਰ ਇੱਕ ਨੂੰ ਖਿਆਲ ਕਰਨਾ ਪਊਗਾ ਵੀ ਸਾਡਾ ਟੈਕਸ ਦਾ ਪੈਸਾ ਕਿੱਥੇ ਜਾ ਰਿਹਾ। ਸਿਸਟਮੈਟਿਕਲੀ ਤੁਹਾਨੂੰ ਕਰਨਾ ਪੈਣਾ, ਗੌਰਮੈਂਟ ਨੂੰ ਮਜਬੂਰ ਕਰੋ ਇਸ ਤਰ੍ਹਾਂ ਸਿਸਟਮ ਕਰਨ, ਤੇ ਉਹ ਸਾਡੇ ਲਈ ਬਹੁਤ ਜ਼ਰੂਰੀ ਆ। ਤੇ ਅਸੀਂ ਫਿਰ ਇਹ ਕਹਿੰਦੇ ਹਾਂ ਕਿ ਜੋ ਸਾਡੇ ਵਿਚਾਰ ਨੇ ਮੇਰੇ ਦੋਸਤ ਦੇ ਤੇ ਸਾਡੇ ਜਾਂ ਉਹਦਾ ਕਾਂਸੀ ਟੀਵੀ ਦਾ ਉਹਨਾਂ ਨਾਲ ਸਹਿਮਤ ਹੋਣਾ ਕੋਈ ਜ਼ਰੂਰੀ ਨਹੀਂ ਹੈ, ਤੇ ਇਹ ਸਾਡੇ ਆਪਣੇ ਵਿਚਾਰ ਨੇ। ਤੇ ਅਸੀਂ ਅੱਜ ਪ੍ਰੋਗਰਾਮ ਬੰਦ ਕਰਦੇ ਹਾਂ ਤੇ ਤੁਹਾਡਾ ਸਾਰਿਆਂ ਦਾ ਦੇਖਣ ਦਾ ਬਹੁਤ ਬਹੁਤ ਧੰਨਵਾਦ। ਜੈ ਗੁਰੂਦੇਵ, ਧੰਨ ਗੁਰੂਦੇਵ ਜੀ।